ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੂਸਾ ਨੇ ਤਰ੍ਹਾਂ ਸਟੂਡੀਓ ਵਿੱਚ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 3 ਦਸੰਬਰ 2024 20 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਜਸਵੰਤ ਸਿੰਘ ਹੋਠੀ ਪ੍ਰੈਜ਼ੀਡੈਂਟ ਆਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਅਪੀਲ ਕੀਤੀ ਹੈ ਕਿ ਟੀਵੀ 84 ਬਹੁਤ ਵਧੀਆ ਕੰਮ ਕਰ ਰਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੇ ਜਦੋਜਹਿਦ ਚੈਨਲ ਕਰ ਰਹੇ ਨੇ ਆਪਣੇ ਵਿਚਾਰ ਦੇ ਰਹੇ ਨੇ ਠੀਕ ਰਸਤੇ ਵੱਲ ਤੋਰ ਰਹੇ ਨੇ ਸਾਨੂੰ ਸਾਰਿਆਂ ਨੂੰ ਸੋ ਉਹਨਾਂ ਦੀ ਸਭ ਦੀ ਹੈਲਪ ਕਰਨ ਚਾਹੀਦੀ ਹੈ ਸਪੋਰਟ ਕਰਨੀ ਚਾਹੀਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਵੱਲੋਂ ਕੈਨੇਡਾ ਵਿੱਚ ਕਰਵਾਈ ਗਈ ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ 74% ਕੈਨੇਡੀਅਨ ਭਾਰਤ ਨੂੰ ਇੱਕ ਦਹਿਸ਼ਤਗਰਦ ਮੁਲਕ ਸਮਝਦੇ ਹਨ ਜੋ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ। ਸੋ ਇਹ ਲੋਕ ਰਾਏ ਜਿਹੜੀ ਹੈ 18 ਮਹੀਨੇ ਪਹਿਲਾਂ ਜੂਨ 2023 ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਆਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸੈਨ ਹੋਜ਼ੇ 'ਚ ਨਿਵਾਸ ਕਰਦੇ ਨੇ ਔਰ ਜਿਹੜਾ ਰੀਸੈਂਟਲੀ ਮਿਲਪੀਟਸ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ ਉਸ ਦੇ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਖੈਰ ਖੁਆਹ ਨੇ ਲੰਮੇ ਵਕਤ ਤੋਂ ਜਦੋਂ 1992 ਦੇ ਵਿੱਚ ਫਰਵਰੀ 1992 'ਚ ਅਸੀਂ ਸੈਂਟਾ ਕਲੈਰਾ ਕੈਲੀਫੋਰਨੀਆ ਖਾਲਿਸਤਾਨ ਅਫੇਅਰ ਸੈਂਟਰ ਸ਼ੁਰੂਆਤ ਉਸ ਦੀ ਕੀਤੀ ਸੀ ਤੇ ਉਦੋਂ ਪਹਿਲਾ ਕੰਪਿਊਟਰ ਜਿਹੜਾ ਡੋਨੇਟ ਕੀਤਾ ਸੀ ਖਾਲਿਸਤਾਨ ਅਫੇਅਰ ਸੈਂਟਰ ਲਈ ਉਹ ਹੋਠੀ ਸਾਹਿਬ ਨੇ ਕੀਤਾ ਸੀ ਔਰ ਇਹ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਸਪੋਰਟ ਜਿਹੜੀ ਸੱਚਮੁੱਚ ਗਰਾਊਂਡ ਲੈਵਲ ਤੇ ਹੈ। ਇੱਕ ਉਹ ਨੇ ਜਿਹੜੇ ਗੱਲਬਾਤ ਕਰਦੇ ਨੇ ਜਾਂ ਆਪਣੇ ਵਿਚਾਰਾਂ ਦੇ ਨਾਲ ਤਰਕ ਕਰਕੇ ਜਾਂ ਸੁਝਾਅ ਦਿੰਦੇ ਨੇ। ਇੱਕ ਉਹ ਨੇ ਜਿਹੜੇ ਸੇਵਾ 'ਚ ਯਕੀਨ ਰੱਖਦੇ ਨੇ ਉਹਨਾਂ ਦਾ ਇੰਨਾ ਹੀ ਹੁੰਦਾ ਦੱਸੋ ਜੀ ਮੈਂ ਕੀ ਕਰਨਾ। ਉਹ ਬੇਸ਼ੱਕ ਕਿਸੇ ਪ੍ਰੋਟੈਸਟ ਰੈਲੀ ਦੇ ਉੱਤੇ ਸੰਗਤਾਂ ਨੂੰ ਲਿਆਉਣਾ ਹੈ ਬੱਸਾਂ ਦਾ ਪ੍ਰਬੰਧ ਕਰਨਾ ਹੈ ਖੁਦ ਆਉਣਾ ਹੈ ਔਰ ਉੱਥੇ ਪਹੁੰਚ ਕੇ ਕਹਿਣਗੇ ਗਿਣ ਲਓ ਜੀ ਤੁਸੀਂ ਕਿਹਾ ਸੀ 50 ਬੰਦੇ ਲੈ ਕੇ ਆਉਣਾ ਹੈ 60 ਨੇ। ਔਰ ਕਈ ਵਾਰ ਪਰੇਸ਼ਾਨ ਵੀ ਹੁੰਦੇ ਨੇ ਕਿਉਂਕਿ ਜਿਹੜਾ ਬੰਦਾ ਸਚਾਰਤਾ ਦੇ ਨਾਲ ਲੱਗਾ ਹੁੰਦਾ ਹੈ ਉਸ ਨੂੰ ਜਦੋਂ ਅੰਦਰੂਨੀ ਤੌਰ ਦੇ ਉੱਤੇ ਜਿਹੜੇ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਉਪਰਾਮ ਵੀ ਹੁੰਦੇ ਨੇ। ਲੇਕਿਨ ਉਹਨਾਂ ਨੇ ਵੱਡੀ ਸੇਵਾ ਨਿਭਾਈ ਹੈ ਸੈਨ ਹੋਜ਼ੇ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ 'ਚ ਵੀ ਜਿਸ ਦੇ ਪ੍ਰਬੰਧਕੀ ਨਿਜ਼ਾਮ 'ਚੋਂ ਉਹ ਕਾਫੀ ਉਪਰਾਮ ਹੋਏ ਕਿਉਂਕਿ ਹੁੰਦਾ ਇਹ ਹੈ ਕਿ ਜਿਹਦੇ ਹੱਥ 'ਚ ਪਾਵਰ ਆਉਂਦੀ ਹੈ ਉਹ ਆਪਣੇ ਢੰਗ ਦੇ ਨਾਲ ਫਿਰ ਕਾਨੂੰਨਾਂ 'ਚ ਲਾਜ਼ ਬਾਈ ਲਾਜ਼ ਉਹਨਾਂ 'ਚ ਤਬਦੀਲੀਆਂ ਕਰਕੇ ਆਪਣਾ
ਕਬਜ਼ਾ ਜਾਂ ਆਪਣਾ ਜੱਫਾ ਕਾਇਮ ਰੱਖਦੇ ਨੇ। ਲੇਕਿਨ ਉਹਨਾਂ ਨੇ ਹਮੇਸ਼ਾ ਹੀ, ਉਹਨਾਂ ਦੀ ਲੰਬੇ ਵਕਤ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਸੇਵਾ ਹੈ, ਪਰ ਉਹ ਹਰ ਜਥੇਬੰਦੀ ਦੇ ਨਾਲ ਪੰਥ ਪ੍ਰਸਤ ਉਹਨਾਂ ਦੀ ਪਹੁੰਚ ਹੈ, ਔਰ ਜਿਹੜਾ ਵੀ ਪੰਥ ਲਈ ਕੰਮ ਕਰਦਾ ਉਹਨਾਂ ਨੂੰ ਆਵਾਜ਼ ਮਾਰਦਾ ਉੱਥੇ ਹਾਜ਼ਰ ਹੁੰਦੇ ਨੇ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਕੱਲ੍ਹ ਦਾ ਪ੍ਰੋਗਰਾਮ ਬੇਸ਼ੱਕ ਅਸੀਂ 3-4 ਦਿਨ ਦੇ ਗੈਪ ਤੋਂ ਬਾਅਦ ਕੀਤਾ ਸੀ, ਪਰ ਕੱਲ੍ਹ ਕਿਉਂਕਿ ਪਹਿਲੇ 2 ਟੌਪਿਕ ਸਾਡੇ ਅਕਾਲ ਤਖਤ ਸਾਹਿਬ ਦਾ ਇਤਿਹਾਸ, ਗਲੋਰੀ ਔਰ ਉਸ ਦੀ ਕੈਪਟੀਵਿਟੀ ਕਿ ਕਿਵੇਂ ਸਮੇਂ-ਸਮੇਂ ਸਰਕਾਰਾਂ ਕੰਟਰੋਲ ਕਰਦੀਆਂ ਨੇ ਉਸ ਦੇ ਉੱਤੇ, ਔਰ ਫਿਰ ਜਿਹੜਾ ਸਾਰਾ ਅਕਾਲ ਤਖਤ ਦੇ ਸਾਹਮਣੇ ਵਰਤਾਰਾ ਵਾਪਰਿਆ 2 ਦਸੰਬਰ ਨੂੰ, ਉਸ ਦੇ ਉੱਤੇ ਸਾਡੀ ਟਿੱਪਣੀ ਸੀ, ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਅੱਜ ਬਹੁਤ ਸਾਰੀਆਂ ਕਾਲਾਂ ਵੀ ਆਈਆਂ, ਔਰ ਕਿਉਂਕਿ ਜਿਹੜਾ ਇੱਕ ਤਾਂ ਉਹ ਹੁੰਦਾ ਜੋ ਮੀਡੀਆ ਦੇ ਵਿੱਚ ਨੈਰੇਟਿਵ ਘੜਿਆ ਜਾ ਰਿਹਾ ਹੁੰਦਾ, ਕਿਉਂਕਿ ਫੋਰਚੂਨੇਟਲੀ ਸੋਸ਼ਲ ਮੀਡੀਆ ਜਦੋਂ ਆਇਆ ਤਾਂ ਇਹ ਐਂ ਲੱਗਾ ਵੀ ਸਰਕਾਰੀ ਨੈਰੇਟਿਵ ਦੇ ਬਰਾਬਰ ਹੁਣ ਸਾਡੇ ਕੋਲ ਆਪਣੀ ਗੱਲ ਕਹਿਣ ਦਾ ਮੌਕਾ ਹੈ। ਪਰ ਬਹੁਤ ਜਲਦੀ ਇਸ ਗੱਲ ਦੀ ਰਿਅਲਾਈਜੇਸ਼ਨ ਹੋਈ ਕਿ ਵੀ ਜਿਹੜਾ ਕੰਟਰੋਲ ਸਰਕਾਰ ਨੇ ਦੂਰਦਰਸ਼ਨ ਜਾਂ ਆਪਣੇ ਮੀਡੀਆ ਤੇ ਪੂਰਾ ਕਰਕੇ ਜੋ ਬਰਤਾਂਤ ਤੋਂ ਸਿਰਜ ਰਹੇ ਸੀ, ਸੋਸ਼ਲ ਮੀਡੀਆ ਤੇ ਤਾਂ ਉਸ ਤੋਂ ਦੁੱਗਣੇ ਤਗਣੇ ਲੋਕ ਉਹਨਾਂ ਦੇ ਆ ਕੇ ਬਹਿ ਗਏ, ਔਰ ਫਿਰ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਕੋਈ ਬਹੁਤਾ ਨਾ ਇਲਮ ਹੈ ਨਾ ਉਹਨਾਂ ਦੀ ਕੋਈ ਕਮਿਟਮੈਂਟ ਹੈ, ਉਹਨਾਂ ਨੂੰ ਵੀ ਇਹ ਮੌਕਾ ਮਿਲ ਗਿਆ ਵੀ ਹਰ ਕੋਈ ਆਪੋ ਆਪਣੀ ਜਿਹੜੀ ਹੈ ਡਫਲੀ ਉਹ ਆ ਕੇ ਲਾਈਵ ਹੋ ਕੇ ਵਜਾਉਣ ਲੱਗ ਗਿਆ। ਨਤੀਜੇ ਦੇ ਤੌਰ ਤੇ ਤੁਸੀਂ ਇੰਨੇ ਕੰਟਰੋਵਰਸ਼ੀਅਲ ਜਿਹੜਾ ਉਹ ਟੌਪਿਕਸ ਦੇ ਉੱਤੇ ਕੰਟਰੋਵਰਸ਼ੀਅਲ ਗੱਲਾਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਉਹਦੇ 'ਚ ਬਹੁਤਿਆਂ ਨੂੰ ਤੁਸੀਂ ਉਲਝਿਆ ਦੇਖ ਸਕਦੇ ਹੋ। ਔਰ ਦੂਸਰੇ ਪਾਸੇ ਕਿਉਂਕਿ ਰੀਲਾਂ ਬਣਾਉਣ ਦਾ ਫੈਸ਼ਨ, ਉਹਦੇ 'ਚੋਂ ਮਨੀ ਜਨਰੇਟ ਹੋਣ ਦੀ ਲਾਈਨ ਵੀ ਆ ਗਈ। ਨਤੀਜੇ ਦੇ ਤੌਰ ਦੇ ਉੱਤੇ ਕਿਸ ਕਦਰ ਸੋਸ਼ਲ ਮੀਡੀਆ ਦੇ ਜਾਂ ਇਹ ਰੀਲ ਕਲਚਰ ਕਿੰਨਾ ਵਕਤ ਖਾ ਰਿਹਾ ਔਰ ਇਹਨੇ ਕਿਹੜੀ ਬਿਮਾਰੀ ਪੈਦਾ ਕੀਤੀ ਹੈ। ਅੱਜ ਇੱਕ ਵੱਡੀ ਖਬਰ ਇੰਟਰਨੈਸ਼ਨਲ ਮੀਡੀਆ 'ਚ ਹੈ ਕਿ ਵੀ ਇੱਕ ਨਵਾਂ ਲਫ਼ਜ਼ ਆਕਸਫੋਰਡ ਦੀ ਡਿਕਸ਼ਨਰੀ ਦੇ ਵਿੱਚ ਐਡ ਹੋਇਆ ਤੇ ਉਹਦਾ ਨਾਮ ਰੱਖਿਆ ਗਿਆ ਬ੍ਰੇਨ ਰੌਟ। ਰੌਟ ਅਸੀਂ ਗਲਨ ਨੂੰ ਕਹਿੰਦੇ ਹਾਂ, ਔਰ ਉਹਦੇ 'ਚ ਇਹ ਜਿਹੜਾ ਰੀਲ ਕਲਚਰ ਹੈ ਔਰ ਜਿਹੜਾ ਘੰਟਿਆਂ ਬੱਧੀ ਤੁਸੀਂ ਕੋਈ ਲੇਟ ਰਿਹਾ, ਕੋਈ ਬੈਠਾ ਕਿਸੇ ਹੋਰ ਪਾਸੇ, ਇਹ ਬ੍ਰੇਨ ਰੌਟ ਹੈ। ਇੱਕ ਤਾਂ ਸਿਰਫ ਐਡਿਕਸ਼ਨ ਹੁੰਦੀ ਹੈ, ਹੁਣ ਤੱਕ ਤਾਂ ਇਹ ਹੁੰਦਾ ਸੀ ਟਰਮ ਇਸਤੇਮਾਲ ਕਿ ਜੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਹੈ ਜਾਂ ਤੁਹਾਡੀ ਇਹ ਜਿੰਨੀਆਂ ਇਸ ਕਿਸਮ ਦੀਆਂ ਡਿਵਾਈਸਿਸ ਨੇ ਇਹ ਉਵੇਂ ਹੀ ਐਡਿਕਸ਼ਨ ਪੈਦਾ ਕਰ ਰਹੀਆਂ ਨੇ ਜਿਵੇਂ ਐਡਿਕਸ਼ਨ ਅਲਕੋਹਲ ਦੀ ਹੈ ਜਾਂ ਟੋਬੈਕੋ ਦੀ ਹੈ ਜਾਂ ਕ੍ਰੈਕ ਕੋਕੇਨ, ਹੈਰੋਇਨ ਔਰ ਦੂਸਰੇ ਨਸ਼ਿਆਂ ਦੀ। ਪਰ ਇਹ ਜਿਹੜਾ ਬ੍ਰੇਨ ਰੌਟ ਲਫ਼ਜ਼ ਹੈ ਇਹ ਐਡਿਕਸ਼ਨ ਤੋਂ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਤੁਹਾਡੀ ਜਜਮੈਂਟ ਤੁਸੀਂ ਉਹਦੇ ਤੇ ਤੁਹਾਡੀ ਇੱਕ ਫਿਕਸੇਸ਼ਨ ਜਿਹੀ ਹੋ ਜਾਂਦੀ ਹੈ ਔਰ ਘੰਟਿਆਂ ਬਾਅਦ ਹੀ ਤੁਸੀਂ ਉਸ 'ਚ ਗਵਾਚੇ ਹੁੰਦੇ ਹੋ। ਇਹ ਤੁਹਾਡਾ ਨਾ ਤਾਂ ਕੋਈ ਗਿਆਨ ਨੂੰ ਵਸੀ ਕਰ ਰਿਹਾ ਹੁੰਦਾ, ਨਾ ਤੁਹਾਡਾ ਕੋਈ ਅਟੈਂਸ਼ਨ ਸਪੈਨ ਬਣ ਰਿਹਾ ਹੁੰਦਾ, ਨਾ ਤੁਹਾਡੀ ਮੈਮਰੀ 'ਚ ਕੁਛ ਰਜਿਸਟਰ ਹੋ ਰਿਹਾ ਹੁੰਦਾ। ਔਰ ਇਹ ਇੰਨਾ ਜ਼ਿਆਦਾ ਰੁਝਾਨ ਹੈ ਔਰ ਉਸ ਦੇ ਵਿੱਚ ਕਿਸ ਕਦਰ ਫਿਰ ਡੀਜਨਰੇਸ਼ਨ ਤੁਸੀਂ ਆਪਣੀ ਐਗਜ਼ੀਬਿਸ਼ਨ ਆਫ ਦਾ ਬਾਡੀ ਝੂਠ ਸਿਰਜ ਕੇ ਕੁਛ ਨਾ ਕੁਛ ਜਿਹੜਾ ਹੈ ਔਰ ਐਬਿਊਸਿਵ ਢੰਗ ਦੀਆਂ ਜਿਹੜੀਆਂ ਚੀਜ਼ਾਂ ਨੇ ਹੁਣ ਉਹਨਾਂ ਦੇ ਉੱਤੇ ਤਾਂ ਕਿਉਂਕਿ ਜੇ ਹੁਣ ਆਸਟ੍ਰੇਲੀਅਨ ਪਾਰਲੀਮੈਂਟ ਨੇ ਬਿਲੋ 16 ਬੱਚਿਆਂ ਦੇ ਸੋਸ਼ਲ ਮੀਡੀਆ ਯੂਜ਼ ਤੇ ਪਾਬੰਦੀ ਲਾਈ ਤੇ ਐਲਨ ਮਸਕ ਨੇ ਥ੍ਰੈਟਨਿੰਗ ਲੈਂਗੁਏਜ ਇਸਤੇਮਾਲ ਕੀਤੀ। ਇਹਨਾਂ ਦਾ ਕਾਰੋਬਾਰ ਹੈ, ਇਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਹੈ ਕਿ ਓਵਰਆਲ ਸੁਸਾਇਟੀ, ਇਕੱਲਾ ਅਸੀਂ ਆਪਣੇ ਲੋਕਾਂ ਦੀ ਗੱਲ ਨਹੀਂ ਕਰਦੇ, ਉਹ ਕਿਵੇਂ ਰੌਟ ਹੋ ਰਹੀ ਹੈ। ਪਰ ਦੂਸਰੇ ਪਾਸੇ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਇੱਕ ਪਾਸੇ ਕੀਤੀ ਜਾਂਦੀ ਹੈ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਭਾਈ ਉਹ ਜ਼ਕਰਬਰਗ ਫੇਸਬੁੱਕ ਦਾ ਜਾਂ ਇੰਸਟਾਗ੍ਰਾਮ ਦਾ ਮਾਲਕ ਹੋਏ ਜਾਂ ਟਵਿੱਟਰ ਜਿਹਦਾ ਹੁਣ ਐਕਸ ਨਾਂ ਰੱਖਿਆ ਗਿਆ ਦਾ ਮਾਲਕ ਐਲਨ ਮਸਕ ਹੋਏ ਜਾਂ ਈਵਨ YouTube। ਹੁਣ ਅਸੀਂ ਬੇਸ਼ੱਕ ਸਾਡਾ YouTube ਤੇ ਜਾ ਰਿਹਾ ਲੇਕਿਨ ਤਲਵਾਰ ਸਾਡੇ ਸਿਰ ਤੇ ਲਟਕੀ ਹੋਈ ਹੈ, ਕੋਈ ਮੋਨੇਟਾਈਜੇਸ਼ਨ ਨਹੀਂ ਹੈ। ਅਜੇ 3 ਮਹੀਨੇ ਦੇ ਵਿੱਚ ਆਲਰੇਡੀ ਉਹਨਾਂ ਨੇ ਇੱਕ ਸਟ੍ਰਾਈਕ ਸਾਨੂੰ ਦਿੱਤਾ ਹੈ, ਜੇ ਦੂਜਾ ਸਟ੍ਰਾਈਕ ਹੋਇਆ ਤੇ ਸਭ ਕੁਝ ਜਿਹੜਾ ਉਹ ਗਾਇਬ ਹੋ ਜਾਏਗਾ। ਹੁਣ ਇੱਕ ਪਾਸੇ ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਵੀ ਕਿਵੇਂ ਹੀਟ ਫਿਲਡ ਪੋਸਟਾਂ ਉਹ ਇੰਡੀਅਨ ਮਿਨਿਸਟਰ ਹੋਣ, ਬੀਜੇਪੀ ਦੇ ਹੋਣ, RSS ਦੇ ਹੋਣ, ਕਿਤੇ ਵੀ ਜਦੋਂ ਹੁੰਦਾ ਉਹਨੂੰ ਫੁੱਲ ਫਲੈਜਡ ਜਿਹੜਾ ਪਾਰਟ ਚੱਲ ਰਿਹਾ ਹੁੰਦਾ। ਹੁਣ ਸਾਹਮਣੇ ਆਇਆ ਕਿ ਭਾਈ ਕਿਵੇਂ ਫਾਰਮਰਸ ਮੂਵਮੈਂਟ ਵੇਲੇ ਕਿਵੇਂ ਫੇਸਬੁੱਕ ਨੇ ਓਬਲਾਈਜ਼ ਕੀਤਾ ਇੰਡੀਆ ਨੂੰ ਔਰ
ਦੂਸਰਾ ਤੀਸਰਾ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ ਜੇ ਇੱਕ ਬਿਰਤਾਂਤ ਦੀ ਗੱਲ, ਨੈਰੇਟਿਵ ਦੀ ਗੱਲ ਦੇ ਲਈ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਬਣਿਆ ਵੀ ਤੇ ਉਹ ਵਿਰੋਧੀਆਂ ਦੇ ਹੱਥ 'ਚ, ਹਕੂਮਤੀ ਤਾਕਤਾਂ ਤੇ ਜਾਂ ਡੀਜਨਰੇਟ ਕਰਨ ਵਾਲੀਆਂ ਤਾਕਤਾਂ ਉਹਨਾਂ ਦੇ ਕੋਲ ਹੀ ਆਇਆ। ਇਹੀ ਕਾਰਨ ਹੈ ਕਿ ਜੇ ਅਸੀਂ ਅਕਾਲ ਤਖਤ ਸਾਹਿਬ ਤੇ ਇਹ ਸਾਰੇ ਵਾਕਿਆ ਨੂੰ ਜੋ ਪਿਛਲੇ 3 ਮਹੀਨੇ ਤੋਂ ਚੱਲ ਰਹੇ ਸੀ ਦੇਖੀਏ ਤੇ ਓਵਰਵੈਲਮਿੰਗ ਜਿਹੜਾ ਨੋਇਜ਼ ਹੈ, ਬਹੁਤ ਵਧੀਆ ਨਿਹਾਲ ਹੋ ਗਏ, ਇਤਿਹਾਸ ਲਿਖਿਆ ਗਿਆ, ਇੱਕ ਨਵਾਂ ਇਤਿਹਾਸ ਸਿਰਜਿਆ ਗਿਆ, ਇੱਕ ਇਹ ਤੇ ਜਿਹੜੀਆਂ ਡਾਈਸੈਂਟਿੰਗ ਵੌਇਸਿਸ ਨੇ, ਡਾਈਸੈਂਟਿੰਗ ਇਸ ਲਈ ਨਹੀਂ ਵੀ ਕਿਸੇ ਦਾ ਕਿਸੇ ਨਾਲ ਵੈਰ ਹੈ, ਜਿਹੜਾ ਸਿੱਖ ਪਰੰਪਰਾ ਜਾਂ ਇਹ ਸਾਰੇ ਗੇਮ ਦੇ ਬਿਹਾਈਂਡ ਕੀ ਹੋ ਸਕਦਾ ਹੈ ਉਸ ਦੇ ਉੱਤੇ ਚਰਚਾ ਹੈ। ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਹਰ ਗੱਲ ਨੈਗੇਟਿਵ ਹੀ ਹੋਣੀ ਹੈ ਜਾਂ ਹਰ ਗੱਲ ਪੋਜ਼ਿਟਿਵ ਹੀ ਹੋਣੀ ਹੈ। ਉਹਨਾਂ ਨੂੰ ਜਿਹੜਾ ਉਹ ਕੋਈ ਪਜ਼ੀਰਾਈ ਨਹੀਂ ਮਿਲਦੀ ਕਿਉਂਕਿ ਬਹੁਤ ਵਾਰ ਉਹ ਚਲੰਤ ਜੇ ਹੈਡਲਾਈਨ ਕੋਈ ਹੋਰ ਲਾਈ ਹੁੰਦੀ ਹੈ, ਉਹਦੇ ਵਿੱਚ ਕੰਟੈਂਟ ਕੋਈ ਹੋਰ ਹੁੰਦਾ। ਸੋ ਜਿਨ੍ਹਾਂ ਵੀਰਾਂ ਭੈਣਾਂ ਨੂੰ ਸਾਡਾ ਨੈਰੇਟਿਵ ਪਸੰਦ ਆਇਆ ਔਰ ਖਾਸ ਤੌਰ ਤੇ ਅਕਾਲ ਤਖਤ ਦੀ 4 ਸਦੀਆਂ ਦੀ ਗਲੋਰੀ, ਹਿਸਟਰੀ ਔਰ ਉਸ ਨਾਲ ਜੁੜੀ ਹੋਈ ਪਰੰਪਰਾ, ਜਿਵੇਂ ਅੱਜ ਹੀ ਆਸਟ੍ਰੇਲੀਆ ਤੋਂ ਇੱਕ ਵੀਰ ਨੇ ਕਿਹਾ ਕਿ ਅਸੀਂ ਕਦੇ ਰਿਅਲਾਈਜ਼ ਹੀ ਨਹੀਂ ਸੀ ਕੀਤਾ ਵੀ ਗੁਰਦੁਆਰੇ ਤੇ ਤਖਤ 'ਚ ਕੀ ਫਰਕ ਹੁੰਦਾ ਹੈ। ਵੀ ਜਦੋਂ ਇਹ ਹੋਇਆ ਵੀ ਇਹਨਾਂ ਨੇ ਕਿਵੇਂ ਡੈਲੀਬਰੇਟਲੀ ਜੂਨ 84 ਦੇ ਵਿੱਚ ਅਕਾਲ ਤਖਤ ਦੀ ਵੀ ਪਰਿਕਰਮਾ ਬਣਾ ਦਿੱਤੀ ਤੇ ਤਖਤ ਦੀ ਤਾਂ ਪਰੰਪਰਾ ਜਿਹੜਾ ਉਹ ਨਹੀਂ ਹੁੰਦੀ, ਕੋਈ ਪਰਿਕਰਮਾ ਨਹੀਂ ਹੁੰਦੀ ਤਖਤ, ਉਹ ਤਾਂ ਹੁਕਮ ਸੁਣਾਏ ਜਾਂਦੇ ਨੇ। ਔਰ ਕਿਵੇਂ ਅਕਾਲ ਤਖਤ ਦਾ ਸਟੇਟਸ ਜਿੱਥੇ ਉਹ ਇਮਲੀ ਨਾਲ ਬੰਨ ਕੇ ਕੋਰੜੇ ਮਾਰਨ ਦਾ ਵੀ ਪਾਰਟ ਸੀ, ਅਕਾਲੀ ਫੂਲਾ ਸਿੰਘ ਦਾ ਜਿਹੜਾ ਹੁਕਮ ਹੈ ਮਹਾਰਾਜਾ ਰਣਜੀਤ ਸਿੰਘ ਨੂੰ, ਉਸ ਨੂੰ ਦੇਖਦੇ ਆ, ਘੋਲ ਦੀ ਗੱਲ ਕਰਦੇ ਆ ਦੂਸਰਾ ਪਾਰਟ। ਔਰ ਇਨਫੈਕਟ ਜਿਹੜੀ ਮੁੱਢਲੀ ਪਰਿਕਰਮਾ ਸੀ ਹਰਮੰਦਰ ਸਾਹਿਬ ਦੀ, ਉਹ ਦਰਸ਼ਨੀ ਡਿਓੜੀ ਦੇ ਅੰਦਰ ਜਾ ਕੇ ਛੋਟੀ ਪਰਿਕਰਮਾ, ਇਹ ਸਾਰੀ ਕੱਚੀ ਥਾਂ ਸੀ ਜਿੱਥੇ ਕਿ ਅਖਾੜਾ ਵੀ ਸੀ ਔਰ ਜਿੱਥੇ ਜਿਵੇਂ ਤਖਤ ਤੋਂ, ਔਰ ਅੱਜ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਉਹ ਬੇਸ਼ੱਕ ਇੱਕ ਆਪਣੇ ਆਪ 'ਚ ਦੇਖਣ ਵਾਲਾ ਪਾਰਟ ਹੈ ਕਿ ਭਾਈ ਤਖਤ ਦੇ ਉੱਤੋਂ ਹੀ ਫੈਸਲਾ ਸੁਣਾਇਆ ਜਾਂਦਾ। ਜਿਹੜਾ ਫਰਿਆਦੀ ਹੁੰਦਾ ਹੈ ਜਾਂ ਗੁਨਾਹਗਾਰ ਹੁੰਦਾ ਹੈ ਜਾਂ ਦੋਸ਼ੀ ਹੁੰਦਾ ਹੈ, ਉਹ ਥੱਲੇ ਖਲੋ ਕੇ ਉਹਨੂੰ ਜਿਹੜਾ ਫੈਸਲਾ ਸੁਣਦਾ ਹੈ ਔਰ ਉਹ ਸਿਰ ਝੁਕਾਉਂਦਾ ਹੈ। ਔਰ ਲੇਕਿਨ ਇਹ ਇੱਕ ਜਿਸ ਢੰਗ ਦੇ ਨਾਲ ਅੱਜ ਇਹ ਸਾਰਾ ਕੁਝ ਚੱਲ ਰਿਹਾ ਹੈ ਉਹਦੇ 'ਚ ਨਾ ਜ਼ਰੂਰ ਅਕਾਲ ਤਖਤ ਦਾ ਇਸਤੇਮਾਲ ਹੋ ਰਿਹਾ ਹੈ, ਲਫ਼ਜ਼ ਵੀ ਜਿਹੜਾ ਹੈ ਉਹ ਹੁਕਮਨਾਮਾ ਆ ਰਿਹਾ ਕਿ ਜੀ ਇਹ ਹੁਕਮ ਹੈ, ਔਰ ਪੁਰਾਤਨ ਲਫ਼ਜ਼ ਤਨਖਾਹ ਵੀ। ਹੁਣ ਇਹ ਸਾਰਿਆਂ 'ਚੋਂ ਮੈਜੋਰਿਟੀ ਤਾਂ ਵੈਸੇ ਹੀ ਤਨਖਾਹੀਏ ਨੇ। ਹੁਣ ਤਨਖਾਹੀਆ ਲਫ਼ਜ਼ ਦਾ ਜੇ ਤੁਸੀਂ ਇਸ ਦਾ ਦੇਖਣਾ ਹੋਏ, ਹੁਣ ਗੁਰਦੁਆਰੇ ਦੇ ਵਿੱਚ ਕੀਰਤਨ ਸੁਣਨਾ ਜਾਂ ਲੰਗਰ 'ਚ ਜਿਹੜਾ ਭਾਂਡਿਆਂ ਦੀ ਸੇਵਾ ਜਾਂ ਸੇਵਾ ਜੋੜਾ ਘਰ 'ਚ ਜੋੜਿਆਂ ਦੀ ਸੇਵਾ ਕਰਨੀ, ਇਹ ਪਨਿਸ਼ਮੈਂਟ ਤਾਂ ਨਹੀਂ ਹੈ, ਇਹ ਤਾਂ ਵੈਸੇ ਹੀ ਸੇਵਾ ਹੈ ਜਿਹੜੀ ਸਿੱਖ ਚਾਅ ਦੇ ਨਾਲ ਕਰਦੇ ਨੇ। ਔਰ ਇਹ ਤਨਖਾਹ ਲਫ਼ਜ਼ ਇਸ ਲਈ ਸੀ, ਇਹ ਸ਼ੋਅ ਕਰਦਾ ਸੀ ਕਿ ਜਿਹੜੇ ਸਰਕਾਰ ਨਵਾਜ਼ ਲੋਕ ਨੇ ਉਹਨਾਂ ਨੂੰ ਜਿਹੜਾ ਪੰਥ ਮੁਕੰਮਲ ਆਜ਼ਾਦੀ ਖਾਲਸਾ ਰਾਜ ਦੇ ਲਈ ਲੜ ਰਿਹਾ ਸੀ, ਉਹ ਕਿਵੇਂ ਦੇਖਦਾ ਸੀ ਉਹਨਾਂ ਸਿੱਖਾਂ ਨੂੰ ਜਿਹੜੇ ਹਕੂਮਤ ਦੇ ਕੋਲ ਨੌਕਰੀ ਕਰਦੇ ਸਨ ਜਾਂ ਉਹਨਾਂ ਨੂੰ ਟੈਕਸ ਦਿੰਦੇ ਸੀ ਜਾਂ ਉਹਨਾਂ ਦੇ ਸਬਆਰਡੀਨੇਟ ਸੀ, ਉਹ ਕਿਉਂਕਿ ਤਨਖਾਹ ਦੇ ਉੱਤੇ ਕੰਮ ਕਰਦੇ ਸਨ, ਇਸ ਲਈ ਇਹ ਇੱਕ ਕੰਟੈਂਪਟ ਦਾ ਲਫ਼ਜ਼ ਸੀ, ਤਨਖਾਹੀਆ, ਕਿ ਭਾਈ ਇਹ ਤਨਖਾਹੀਆ ਕਿ ਵੀ ਇੱਕ ਪਾਸੇ ਬਾਗੀ ਹੈ। ਹੁਣ ਖਾਲਸੇ ਦੀ ਤਾਂ ਡੈਫੀਨੇਸ਼ਨ ਹੀ ਖਾਲਸਾ ਬਾਦਸ਼ਾਹ ਜਾਂ ਬਾਗੀ ਹੈ, ਲੇਕਿਨ ਦੂਸਰਾ ਪਾਸਾ ਸੀ ਕਿ ਵੀ ਇਹ ਤਨਖਾਹੀਆ ਹੈ, ਸਰਕਾਰ ਦਾ ਮੁਲਾਜ਼ਮ ਹੈ। ਔਰ ਇਸ ਲਈ ਔਰ ਇਹੀ ਕਾਰਨ ਉਹਦੇ 'ਚ ਇਹ ਠੀਕ ਹੈ ਵੀ ਅਸੀਂ ਆਪਣੇ ਇਤਿਹਾਸ 'ਚ ਵੱਡੇ ਵੱਡੇ ਨਾਂ ਵੀ ਦੇਖਦੇ ਹਾਂ ਕਿ ਜਿਹੜੇ ਬੇਸ਼ੱਕ ਲਾਹੌਰ ਮੁਗਲੀਆ ਦਰਬਾਰ ਦੇ ਨੌਕਰੀ ਕਰਦੇ ਸੀ ਜਾਂ ਉਹਨਾਂ ਦੇ ਅਹਿਲਕਾਰ ਸਨ, ਉਹਨਾਂ ਨੂੰ ਜਦੋਂ ਸਿੱਖੀ ਦਾ ਪੁਗਾਉਣ ਦਾ ਵੇਲਾ ਆਇਆ ਤੇ ਉਹਨਾਂ ਨੇ ਸਿੱਖੀ ਪੁਗਾਈ। ਉਹਨਾਂ ਦੇ ਵਿੱਚ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਜਿਹੜੇ ਲਾਹੌਰ ਦਰਬਾਰ ਦੇ ਔਰ ਜਿਹੜੇ ਨਵਾਬੀ ਦੀ ਖਿਲਤ ਲੈ ਕੇ ਵੀ ਲਾਹੌਰ ਦੇ ਨਵਾਬ ਵੱਲੋਂ ਆਏ ਸਨ। ਦੀਵਾਨ ਕੌੜਾ ਮਲ ਦਾ ਜ਼ਿਕਰ ਵੀ ਹੁੰਦਾ, ਉਹ ਭਾਵੇਂ ਸਹਿਜਧਾਰੀ ਪਰੰਪਰਾ ਦੇ ਨਾਲ ਜੁੜਦਾ, ਪਰ ਇਹ ਸੀ ਜਦੋਂ ਈਵਨ ਭਾਈ ਸੁਬੇਗ ਸਿੰਘ ਨਵਾਬੀ ਦੀ ਖਿਲਤ ਲੈ ਕੇ ਸਰਬੱਤ ਖਾਲਸਾ ਦਾ ਜਿਹੜਾ ਇਕੱਠ ਅਕਾਲ ਤਖਤ ਦੇ ਉੱਤੇ ਸੀ ਪੇਸ਼ ਹੋਏ, ਜਿਹੜੇ ਸਰਕਾਰੀ ਦਰਬਾਰੇ ਸਰਕਾਰ ਲਈ ਕੰਮ ਕਰਦੇ ਸੀ, ਨੌਕਰੀ ਕਰਦੇ ਸੀ, ਉਹਨਾਂ ਨੂੰ ਸਿੱਧਾ ਖਾਲਸੇ ਦੇ ਦਲਾਂ 'ਚ ਜਾਂ ਖਾਲਸੇ ਦੇ ਰੂਬਰੂ ਆਉਣ ਦੀ ਇਜਾਜ਼ਤ ਨਹੀਂ ਸੀ, ਉਹਨਾਂ ਨੂੰ ਪਨਿਸ਼ ਕੀਤਾ ਜਾਂਦਾ। ਤਨਖਾਹ ਲਾਣਾ ਇੱਥੋਂ ਆਇਆ ਕਿ ਬਈ ਉਹ ਤਨਖਾਹੀਏ ਨੇ, ਕਬੂਲ ਨਹੀਂ ਸੀ।
ਤੇ ਹੁਣ ਆ ਜਿਹੜੀ ਸਾਰੀ ਭੀੜ ਇਕੱਠੀ ਕੀਤੀ ਹੈ ਅਲੀ ਬਾਬਾ 40 ਚੋਰਾਂ ਦੀ, ਸਾਰੇ ਹੋ ਗਏ ਇਹਨਾਂ ਦੇ, ਇਹ ਤਾਂ ਸਾਰੇ ਵੈਸੇ ਹੀ ਤਰਖਾਈਏ ਨੇ ਜਿਨ੍ਹਾਂ ਨੇ ਹਕੂਮਤ ਦੇ ਕਹਿਣ ਤੇ। ਕੋਈ ਇਹ ਸੋਚ ਸਕਦਾ ਹੈ ਵੀ 10 ਵਰੇ ਸਰਕਾਰ ਹੋਏ ਜਿਨ੍ਹਾਂ ਦੀ, ਉਹ ਸਰਕਾਰ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲੇ ਉਹ ਆਪਣੇ ਗੁਰੂ ਨੂੰ ਬੇਅਦਬ ਕਰਨ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜਿਹੜਾ ਉਹ ਪ੍ਰੋਟੈਕਟ ਕਰਨ, ਉਹਨਾਂ ਨੂੰ ਜਿਹੜਾ ਉਹ ਮਾਫੀਨਾਮਾ ਦਿਵਾਉਣ ਦੀ ਔਰ ਦੂਜੀ ਲਾਈਨ ਔਰ ਉਹਨਾਂ ਦੇ ਬਿਹੈਸਟ ਦੇ ਉੱਤੇ ਕੰਮ ਕਰਨ। ਅਜੇ ਤਾਂ ਇਹ ਘੋੜੇ 'ਚੋਂ ਪੌਣੀ ਛੋਹਣ ਵਾਲਾ ਕੰਮ ਹੈ। ਫਿਰ ਜਿਨ੍ਹਾਂ ਨੇ ਆਪਣੇ ਨੌਜਵਾਨਾਂ ਨੂੰ ਮਾਰਿਆ, ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹਨਾਂ ਨੂੰ ਇਹ ਅਕਾਲੀ ਸਰਕਾਰ ਸੁਮੇਧ ਸੈਣੀ ਜਾਂ ਇਜ਼ਹਾਰ ਆਲਮ ਵਰਗਿਆਂ ਨੂੰ ਕਿਸੇ ਨੂੰ ਡੀਜੀਪੀ ਬਣਾਤਾ, ਕਿਸੇ ਨੂੰ ਮਲੇਰਕੋਟਲੇ ਤੋਂ ਟਿਕਟ ਦੇ ਦਿੱਤੀ, ਜੇ ਵਿਰੋਧ ਹੋਇਆ ਉਹਨੂੰ ਉਹਦੀ ਟਿਕਟ ਕੱਟੀ, ਇਜ਼ਹਾਰ ਆਲਮ ਦੀ ਉਹਦੀ ਘਰ ਵਾਲੀ ਨੂੰ ਦੇ ਦਿੱਤੀ। ਹੁਣ ਇਸ ਸਭ ਤੋਂ ਬਾਅਦ ਜਦੋਂ ਕਿ ਲੋਕਾਂ ਨੇ ਆਲਰੇਡੀ ਲੋਕਾਂ ਨੇ ਤਾਂ ਨਕਾਰ ਦਿੱਤਾ ਵੀ ਅੱਜ ਇੱਕ ਬੰਦਾ ਉਹਨਾਂ ਦਾ ਪੰਜਾਬ ਦੀ ਅਸੈਂਬਲੀ 'ਚ ਹੈ, ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ, ਆਲਰੇਡੀ ਉਹਨਾਂ ਦੀਆਂ 10 ਸਾਲਾਂ ਦੀਆਂ ਕਰਤੂਤਾਂ ਪੰਜਾਬ ਦੇ ਵਿੱਚ ਮੈਜੋਰਿਟੀ ਸਿੱਖਾਂ ਦੀ ਉਹਨਾਂ ਨੇ ਨਕਾਰਿਆ। ਹੁਣ ਤਾਂ ਇਹ ਵਾਪਸ ਜਿਵੇਂ ਉਹ ਹੁੰਦਾ ਸੀ ਕਿ ਵੀ ਇਹਨਾਂ ਨੇ ਬ੍ਰਾਹਮਣਵਾਦੀਆਂ ਨੇ ਗੰਗਾ ਤੇ ਨਹਾ ਕੇ ਕਿ ਜੀ ਤੇਰੇ ਪਾਪ ਧੋਤੇ ਗਏ, ਇਹ ਤਾਂ ਇਵੇਂ ਹੈ ਜਿਨ੍ਹਾਂ ਨੂੰ ਇਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਬਿਠਾਇਆ ਕਿ ਜੀ ਸਾਨੂੰ ਇਹ ਵਾਸ਼ਿੰਗ ਮਸ਼ੀਨ 'ਚ ਪਾ ਦਿਓ, ਤੇ ਹੁਣ ਅਸੀਂ ਵਾਸ਼ਿੰਗ ਮਸ਼ੀਨ 'ਚੋਂ ਜਿਹੜਾ ਉਹ ਬੈਠਾ ਨੀਲਾ ਪਾ ਕੇ ਚੋਲਾ ਸੁਖਬੀਰ ਬਾਦਲ ਔਰ ਬਰਛਾ ਲੈ ਕੇ ਦੂਜਾ। ਔਰ ਮੈਂ ਕਿਹਾ ਵੀ ਦੇਖੋ ਹਾਰ ਇਹ ਹੈ, ਇਹ ਬਾਬਾ ਡਮ ਦਾ ਹਾਲ ਹੈ। ਇੱਕ ਜਿਹੜੀ ਖਬਰ ਔਰ ਵੀਡੀਓ ਵੀ ਹੋ ਰਹੀ ਹੈ, ਇੱਕ ਮਾਈ ਤੁਰੀ ਜਾਂਦੀ ਹੈ, ਉਹਨੇ ਦੇਖਿਆ ਵੀ 5-7 ਸਿੰਘ ਇੱਧਰ ਖੜੇ ਨੇ, ਉਹਨੂੰ ਲੱਗਾ ਵੀ ਕੋਈ ਬਾਬਾ ਆ ਕੇ ਉਹਦੇ ਪੈਰੀਆਂ ਹੱਥ ਲਾ ਕੇ ਸੁਖਬੀਰ ਦੇ ਤੁਰ ਜਾਂਦੇ ਅੱਗੇ, ਉਹਦੇ ਭਾਣੇ ਕੋਈ ਵੱਡਾ ਬਾਬਾ ਬੈਠੇ ਢਿੱਡ ਕੱਢ ਕੇ। ਸੋ ਮਤਲਬ ਇਹ ਹੈ ਕਿ ਵੀ ਇਹ ਤੁਸੀਂ ਜਦੋਂ ਅਸੀਂ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਜਦੋਂ ਅਸੀਂ ਦੇਖਦੇ ਹਾਂ ਵੀ ਰਈਅਤ ਦਾ ਵੀ ਕੀ ਹਾਲ ਹੈ ਜੋ ਉੱਥੇ ਇੰਸਟੀਟਿਊਸ਼ਨਸ ਜਾਂ ਦੂਜਿਆਂ ਦਾ। ਫਿਰ ਕਈ ਵਾਰ ਉਹ ਪਲੇਟੋ ਦੀ ਗੱਲ ਵੱਲ ਧਿਆਨ ਜਾਂਦਾ ਹੈ ਕਿ ਵੀ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਵੀ ਹਾਲਾਤ ਸਾਡੇ ਇਹ ਹੋਏ ਹੋਏ ਨੇ, ਕਿਸੇ ਨੂੰ ਕੋਈ ਉਹਨਾਂ ਦੇ ਭਾਣੇ ਉਹ ਚੋਲਾ ਪਾ ਕੇ ਬਰਛੇ ਵਾਲਾ ਬੈਠਾ ਆਲੇ ਦੁਆਲੇ ਪਤਾ ਨਹੀਂ ਕਿਹੜਾ ਬਾਬਾ ਆਇਆ, ਇਹ ਤੋਂ ਵੀ ਜਾਂਦੇ ਜਾਂਦੇ ਇਹਦੀ ਵੀ ਚਰਨ ਧੂੜ ਲੈ ਜਾਓ ਜਾ ਕੇ। ਹੁਣ ਇੱਕ ਪਾਸੇ ਇਹ ਵਰਤਾਰਾ ਹੈ। ਸੋ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਸਾਰਾ ਹੀ ਇਸ ਕਿਸਮ ਦਾ, ਹਾਲਾਂ ਇਹਦੇ ਚੋਂ ਜ਼ਰੂਰ ਇੱਕ ਯੰਗਰ ਤਬਕਾ ਹੈ ਜਿਹੜਾ ਜਾਣਨਾ ਚਾਹੁੰਦਾ ਹੈ ਕੀ ਹੈ, ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਭਾਈ ਇਹ ਤਖਤ ਜਿਹੜਾ ਉਹ ਤਖਤ ਹੁੰਦਾ ਹੈ, ਥਰੋਨ ਹੁੰਦਾ ਹੈ, ਉਹਦੇ ਤੇ ਸ਼ਸਤਰ ਰੱਖੇ ਜਾਂਦੇ ਨੇ, ਤਖਤ ਦੀ ਪ੍ਰੋਟੈਕਸ਼ਨ ਦੇ ਲਈ ਜਿਹੜਾ ਉਹ ਤੁਹਾਨੂੰ ਤੁਸੀਂ ਜੂਝਦੇ ਹੋ। ਜਿਵੇਂ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ 30 ਸਾਥੀ ਸਿੰਘਾਂ ਨੇ ਸ਼ਹਾਦਤ ਪਾਈ ਸੀ, ਜਾਂ ਹੁਣ ਜੂਨ ਦੇ ਪਹਿਲੇ ਹਫਤੇ ਸੰਤ ਪਿੰਡਾਂ ਵਾਲਿਆਂ ਦੀ ਕਮਾਂਡ ਥੱਲੇ ਜਿਹੜਾ ਉਹ ਦਰਜਨਾਂ ਸਿੰਘਾਂ ਨੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਜੂਝ ਕੇ ਸ਼ਹੀਦੀ ਪਾਈ। ਸੋ ਅਸੀਂ ਸਾਰਿਆਂ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ। ਦੇਖੋ ਇਹ ਜੋ ਵਰਤਾਰਾ ਪਿਛਲੇ ਲਗਭਗ 18 ਮਹੀਨੇ ਤੋਂ 18 ਮਹੀਨੇ ਅਸੀਂ ਇਸ ਲਈ ਕਹਿ ਰਹੇ ਹਾਂ, ਹਾਲਾਂ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਜੂਨ 84 ਤੋਂ ਵੀ ਪਹਿਲਾਂ ਇੰਡੀਅਨ ਏਜੰਸੀਆਂ ਦੀ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਸਿੱਖ ਮਾਮਲਿਆਂ 'ਚ ਪੂਰੀ ਤਰ੍ਹਾਂ ਘੁਸਪੈਠ ਸੀ। 85 ਜੂਨ ਦੇ ਵਿੱਚ ਏਅਰ ਇੰਡੀਆ ਕਨਿਸ਼ਕਾ ਦਾ ਜੋ ਹਾਦਸਾ ਹੋਇਆ ਜਿਹਦੇ 'ਚ ਬੇਗੁਨਾਹ 329 ਲੋਕ ਮਾਰੇ ਗਏ, ਉਹ ਇੰਡੀਅਨ ਏਜੰਸੀਆਂ ਦਾ ਕੰਮ ਸੀ। ਪਰ ਚੋਰ ਜਿੰਨੀ ਦੇਰ ਚੋਰੀ ਕਰਕੇ ਨਿਕਲ ਜਾਂਦਾ ਬਚ ਕੇ, ਪਤਾ ਤਾਂ ਉਦੋਂ ਲੱਗਦਾ ਹੈ ਜਦੋਂ ਕਾਬੂ ਆਇਆ, ਉਦੋਂ ਉਹਦਾ ਰਿਕਾਰਡ ਸ਼ੁਰੂ ਹੁੰਦਾ ਹੈ। ਔਰ ਫਿਰ ਜੇ ਉਸ ਦੀ ਪੜਤਾਲ ਜਾਂ ਪਿਛਲੀਆਂ, ਹੁਣ ਤਾਂ ਇਹਨਾਂ ਮੁਲਕਾਂ ਦੇ ਵਿੱਚ ਫਿੰਗਰਪ੍ਰਿੰਟ ਨੇ ਜਿਹਦੇ ਤੋਂ ਤੁਹਾਨੂੰ ਜਿਹੜਾ DNA ਟੈਸਟ ਦੇ ਨਾਲ ਜਿਹੜੀ ਹੈ ਪਾਸ ਤੁਸੀਂ ਗੁਨਾਹਗਾਰ ਜਾਂ ਬੇਗੁਨਾਹ ਉਸ ਦਾ ਦੀ ਤਸਦੀਕ ਹੁੰਦੀ ਹੈ। ਪਰ ਇੱਥੇ ਤਾਂ ਅਸੀਂ ਦੇਖ ਰਹੇ ਹਾਂ ਕਿ ਜਦੋਂ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਦਾ ਇੰਕਸ਼ਾਫ ਕਰਦੇ ਨੇ, ਤੇ ਇਹ ਚੈਪਟਰ ਖੁੱਲ੍ਹਦਾ ਹੈ ਕਿ ਵੀ ਭਾਰਤ ਕਿਸ ਲੈਵਲ ਦੇ ਉੱਤੇ ਉਹਨਾਂ ਦੀ ਇੰਟਰਫੀਅਰੈਂਸ ਭਾਰਤੀ ਏਜੰਸੀਆਂ ਦੀ, ਜਿਹਦੇ 'ਚ ਉਹਨਾਂ ਦੇ ਹਾਈ ਕਮਿਸ਼ਨਰ ਸਮੇਤ 6 ਡਿਪਲੋਮੈਟਸ ਨੂੰ ਬਾਹਰ ਕੱਢਿਆ ਜਾਂਦਾ। ਫਿਰ ਸਾਹਮਣੇ ਆਉਂਦਾ ਵੀ ਗੱਲ ਕਰ ਲਈ ਹਰਦੀਪ ਸਿੰਘ ਨਿੱਜਰ ਜਾਂ ਸ਼ਰਦੂਲ ਸਿੰਘ ਗਿੱਲ ਦੇ ਮਰਡਰ ਦੀ ਨਹੀਂ ਹੈ, ਕਿਵੇਂ ਇਹਨਾਂ ਨੇ ਆਪਣੀਆਂ ਏਜੰਸੀਆਂ ਰਾਹੀਂ ਕੋਇਰਸ ਕਰਕੇ ਇਨਫੋਰਮੇਸ਼ਨ ਲੈ ਕੇ ਗੈਂਗਸਟਰ 23-24 ਫਰੋਤੀਆਂ ਦੇ ਕੇਸ
ਔਰ ਉਹ ਸਾਰਿਆਂ ਨੂੰ ਵੀ ਜਿਹੜਾ ਹੈ ਉਹ ਉਹਨਾਂ ਨੇ ਹੈਡ ਕੀਤਾ ਇਹਨਾਂ ਦੇ ਏਜੰਟਾਂ ਨੇ ਐਮਬੈਸੀਆਂ ਕੌਂਸਲੇਟਾਂ 'ਚ ਬੈਠ ਕੇ। ਫਿਰ ਜਦੋਂ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਜਿਹੜੀ ਹੈ ਉਹ ਟੈਸਟੀਫਾਈ ਕਰਨ ਦੀ ਲਾਈਨ ਆਉਂਦੀ ਹੈ, ਜਿਹਦੇ ਜਸਟਿਨ ਟਰੂਡੋ ਵੀ ਕਰਦੇ ਨੇ, RCMP ਹੈ ਔਰ ਦੂਸਰਾ ਫਿਰ ਹੋਰ ਵੀ ਭੇਦ ਖੁੱਲ੍ਹਦੇ ਨੇ ਕਿ ਭਾਈ 2018 2022 2019 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਵੀ ਕਿਵੇਂ ਇੰਡੀਅਨ ਏਜੰਟਸ ਨੇ ਇੰਡੀਅਨ ਕੌਂਸੂਲੇਟਸ ਨੇ ਇੰਟਰਫੀਅਰ ਕੀਤਾ ਕਿਵੇਂ। ਔਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਦਿਨੀ ਮੇਅਰ ਆਫ ਬਰੈਂਪਟਨ ਜਿਹੜੇ ਮਿਸਟਰ ਪੈਟਰਿਕ ਬਰਾਊਨ, ਉਹਨਾਂ ਨਾਲ ਸੰਬੰਧਿਤ ਵੀ ਜਿਹੜੀ ਇੱਕ ਨਿਊਜ਼ ਜਿਹਨੂੰ ਕਿ CBC ਨੇ ਕਵਰ ਕੀਤਾ ਰੇਡੀਓ ਦੇ ਉੱਤੇ, ਪਹਿਲਾਂ ਇਹ ਸੀ ਉਹਨਾਂ ਦਾ ਰੇਡੀਓ ਕੈਨੇਡਾ, ਕਿ ਕਿਵੇਂ ਇੰਡੀਅਨ ਗਵਰਨਮੈਂਟ ਦੇ ਏਜੰਟਾਂ ਨੇ ਪੈਟਰਿਕ ਬਰਾਊਨ ਦੀ ਜਿਹੜਾ ਕਿ ਕੰਜ਼ਰਵੇਟਿਵ ਲੀਡਰਸ਼ਿਪ ਲਈ ਰਨ ਕਰ ਰਿਹਾ ਸੀ ਉਹਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ। ਉਹਦੀ ਅਸੀਂ ਗੱਲ ਕਰਾਂਗੇ ਵੇਰ ਵਿੱਚ, ਪਰ ਪਹਿਲਾਂ ਜਿਹੜੀ ਅੱਜ ਦੀ ਲੀਡ ਨਿਊਜ਼ ਦੇ ਉੱਤੇ ਅਸੀਂ, ਕਿਉਂਕਿ ਦੋਨਾਂ ਦਾ ਆਪਸ ਦੇ ਵਿੱਚ ਸੰਬੰਧ ਜੁੜਦਾ ਹੈ ਕਿ ਕਿਸ ਲੈਵਲ ਦੀ ਇੰਟਰਫੀਅਰੈਂਸ ਹੈ। ਔਰ ਇੱਕ ਹੁੰਦਾ ਹੈ ਕਿ ਜੀ ਦੇਖੋ ਇੰਨਾ ਚੱਲ ਰਿਹਾ ਹੈ, ਮੀਡੀਆ 'ਚ ਆ ਰਿਹਾ ਹੈ, ਆਮ ਕੈਨੇਡੀਅਨਸ ਦਾ ਉਹਦੇ ਤੇ ਕੀ, ਸਿੱਖਾਂ ਦੇ ਲਈ ਤਾਂ ਇਹ ਜਿਹੜਾ ਸਾਰਾ ਸੀ ਇਸ ਨੇ ਇਹ ਬਿਰਤਾਂਤ ਪ੍ਰਗਟ ਕਰ ਦਿੱਤਾ ਵੀ ਕਿਸ ਹੱਦ ਤੱਕ ਜਾ ਕੇ ਇੰਡੀਅਨ ਸਟੇਟ ਬਾਹਰਲੇ ਸਿੱਖਾਂ ਦੇ ਮਾਮਲਿਆਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੀ ਹੈ। ਔਰ ਇਸ ਦੇ ਉੱਤੇ ਗੱਲਬਾਤ ਵੀ ਹੋ ਰਹੀ ਹੈ। ਪਿਛਲੇ ਕੱਲ੍ਹ ਹੀ ਸਰ ਸਿਮਰਨਜੀਤ ਸਿੰਘ ਮਾਨ ਆਪਣੀ ਡੈਲੀਗੇਸ਼ਨ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਨੇ ਔਰ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਬੋਲਦੇ ਕਿਉਂ ਨਹੀਂ ਹੋ ਕਿ ਭਾਈ ਤੁਹਾਡੀ ਲੀਡਰਸ਼ਿਪ ਕੇ ਜੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਚੱਲ ਰਿਹਾ ਇਸ ਦੇ ਉੱਤੇ ਜਿਹੜਾ ਉਹ ਗੱਲ ਕੀਤੀ ਜਾਏ। ਲੇਕਿਨ ਉੱਥੋਂ ਵਾਲਿਆਂ ਨੇ ਤਾਂ ਜੋ ਰੱਖਿਆ ਹੀ ਹੋਇਆ, ਪਰ ਇਹਦੇ 'ਚ ਇਹ ਹੈ ਵੀ ਅਸੀਂ ਦੇਖਦੇ ਹਾਂ ਕਿ ਕੈਨੇਡੀਅਨ ਗਵਰਨਮੈਂਟ, ਅਮਰੀਕਨ ਸਿਸਟਮ, ਆਸਟ੍ਰੇਲੀਆ, ਫਾਈਵ ਆਈਜ਼ ਕੰਟਰੀਜ਼, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਪੋਜ਼ਿਟਿਵ ਪਾਰਟ ਹੈ ਵੀ ਸਿੱਖ ਕੇਸ ਵੀ ਹਾਈਲਾਈਟ ਹੋਇਆ, ਇੰਡੀਅਨ ਸਟੇਟ ਐਜ਼ ਏ ਰੋਗ ਸਟੇਟ ਵੀ ਸਾਹਮਣੇ ਆਈ। ਪਰ ਇਹ ਜਿਹੜਾ ਹੈ ਇਸ ਦੇ ਉੱਤੇ ਕਿ ਆਮ ਕੈਨੇਡੀਅਨ ਕਿਵੇਂ ਮਹਿਸੂਸ ਕਰਦੇ ਨੇ ਜੋ ਇਹ ਵਰਤਾਰਾ ਚੱਲ ਰਿਹਾ, ਕਿਉਂਕਿ ਕੈਨੇਡਾ ਦੇ ਮੀਡੀਆ ਦਾ ਇੱਕ ਹਿੱਸਾ ਵੀ ਜਿਸ 'ਚ ਇੰਡੀਅਨ ਏਜੰਟ ਵੀ ਬੜੇ ਹੋਏ ਨੇ ਔਰ ਵੈਸੇ ਵੀ ਕੰਜ਼ਰਵੇਟਿਵ ਜਿਨ੍ਹਾਂ ਨੂੰ ਲੱਗਦਾ ਵੀ ਇਹਦੀਆਂ ਟਰਮਸ ਹੋ ਗਈਆਂ ਦੋ, ਲਿਬਰਲ ਪਾਰਟੀ ਦੇ ਥੱਲੇ ਜਸਟਿਨ ਟਰੂਡੋ ਬਾਹਰ ਜਾਏ ਤੇ ਅਸੀਂ ਆਈਏ, ਸੋ ਉਹਨਾਂ ਦਾ ਜਿਹੜਾ ਸਪੋਰਟਿਵ ਮੀਡੀਆ ਵੀ ਔਰ ਵੈਸੇ ਵੀ ਜਿਹੜਾ ਇਸ ਵੇਲੇ ਰਾਈਜ਼ ਆਫ ਰਾਈਟ ਵਿੰਗਰਸ ਹੋ ਰਿਹਾ ਉਹ ਸਾਰੇ ਦਾ ਨਤੀਜਾ ਕਿ ਵੀ ਉਹ ਆਪਣੇ ਲੈਵਲ ਦੇ ਉੱਤੇ ਜਸਟਿਨ ਟਰੂਡੋ ਨੂੰ ਵੀ ਬਲੇਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਕੁਛ ਤਾਂ ਇਹ ਵੀ ਹੈ ਜੀ ਕਿ ਮਿਸ ਹੈਂਡਲ ਕੀਤਾ, ਕਈਆਂ ਦਾ ਇਹ ਵੀ ਹੈ ਕਿ ਜੀ ਜਿਹੜਾ ਇਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਜਾਂ ਦੂਸਰਾ। ਲੇਕਿਨ ਮੈਂ ਇਹ ਸਮਝਦਾ ਵੀ ਕੈਨੇਡਾ ਦੇ ਲੋਕ ਸਮਝਦਾਰ ਨੇ ਔਰ ਉਸ ਦਾ ਜਦੋਂ ਅਸੀਂ ਇਮੇਜ ਦੇਖਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇੰਡੀਆ ਪੋਲੀਟੀਕਲੀ ਔਰ ਲਾਅ ਐਨਫੋਰਸਮੈਂਟ ਔਰ ਇੰਟੈਲੀਜੈਂਸ ਦੇ ਨੁਕਤਾ ਨਿਗਾਹ ਤੋਂ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਕਰਨ ਵਾਲੀ ਕੰਟਰੀ ਦੇ ਤੌਰ ਤੇ ਇਮੇਜ ਬਣਿਆ, ਪਰ ਕਾਮਨ ਲੋਕ ਰਾਏ ਕੀ ਹੈ, ਲੋਕ ਕਿਵੇਂ ਸੋਚਦੇ ਨੇ। ਕੈਨੇਡਾ ਦੀਆਂ ਦੋ ਪ੍ਰਮੁੱਖ ਇੰਸਟੀਚਿਊਟਸ ਨੇ, ਏਸ਼ੀਆ ਪੈਸੀਫਿਕ ਫਾਊਂਡੇਸ਼ਨ ਆਫ ਕੈਨੇਡਾ ਤੇ ਦੂਸਰੀ ARI ਐਂਗਸ ਰੀਡ ਇੰਸਟੀਚਿਊਟ। ਉਹਨਾਂ ਨੇ ਇੱਕ ਸਰਵੇ ਜਿਹੜਾ ਇਸ ਦੇ ਉੱਤੇ ਕਰਵਾਇਆ ਕਿ ਭਾਈ ਇੰਡੀਆ ਬਾਰੇ ਕੀ ਰਾਏ ਹੈ ਆਮ ਕੈਨੇਡੀਅਨ ਲੋਕਾਂ ਦੀ। ਔਰ ਇਹਨਾਂ 18 ਮਹੀਨਿਆਂ 'ਚ, ਕਿਉਂਕਿ ਆਲਮੋਸਟ 18 ਮੰਥ ਜੂਨ 2023 ਤੋਂ ਬਣਦੇ ਨੇ, ਜਦੋਂ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ, ਕਿ ਔਰ ਇਹ ਬੜਾ ਦਿਲਚਸਪ ਹੈ ਸਰਵੇ। ਉਹਦੇ 'ਚ 4-5 ਸਵਾਲ ਉਹਨਾਂ ਨੇ ਇਹਨਾਂ ਦਾ, ਜਿਹੜੀਆਂ ਇਸ ਲੈਵਲ ਦੀਆਂ ਇੰਸਟੀਚਿਊਟਸ ਹੁੰਦੀਆਂ ਉਹਨਾਂ ਨੇ ਆਪਣੀ ਸੈਂਪਲਿੰਗ ਔਰ ਏਜ ਗਰੁੱਪ ਔਰ ਡਿਫਰੈਂਟ ਸੈਟਅਪ ਆਫ ਪੀਪਲ ਉਹਨਾਂ ਤੇ ਬੇਸਡ ਹੁੰਦਾ ਹੈ। ਇਹ ਨਹੀਂ ਹੁੰਦਾ ਵੀ ਤੁਸੀਂ ਫੋਨ ਘੁਮਾਇਆ ਤੇ 20 ਬੰਦਿਆਂ ਨੂੰ ਪੁੱਛਿਆ ਤੇ 15 ਨੇ ਕੀ ਕਿਹਾ, ਇਹ ਜਿਹਨੂੰ ਅਸੀਂ ਸਾਇੰਟੀਫਿਕ ਸਰਵੇ ਕਹਿੰਦੇ ਹਾਂ। ਔਰ ਇਹ ਜਿਹੜਾ ਹੈ ਉਹਦੇ 'ਚੋਂ ਜਿਹੜੀ ਗੱਲ ਸਾਹਮਣੇ ਆਈ ਕਿ ਇਸ ਵੇਲੇ ਆਲਮੋਸਟ ਜਿਹੜੇ ਇਹਨਾਂ 26% ਜਿਹੜਾ ਹੁਣ ਇਹਨਾਂ ਨੇ ਓਪੀਨੀਅਨ ਆਫ ਇੰਡੀਆ ਪਲਮਟਸ ਇਨ ਕੈਨੇਡਾ ਓਵਰ ਲਾਸਟ 18 ਮੰਥਸ, ਕਿ ਪਿਛਲੇ 18 ਮਹੀਨਿਆਂ 'ਚ ਇੰਡੀਆ ਦਾ ਇਮੇਜ ਕੈਨੇਡੀਅਨ ਲੋਕਾਂ ਦੀ ਨਿਗਾਹ 'ਚ ਬਹੁਤ ਥੱਲੇ ਡਿੱਗਿਆ। ਔਰ ਫੇਵਰੇਬਲ ਵਿਊਜ਼ ਆਫ ਇੰਡੀਆ ਫਾਲ ਫਰੋਮ ਹਾਈ ਆਫ 56% in January 2020 to just 26% today। ਕਿ 2020 ਦੇ ਵਿੱਚ 56% ਕੈਨੇਡੀਅਨ ਜਿਹੜੇ ਨੇ ਉਹ ਇੰਡੀਆ ਨੂੰ ਇੱਕ ਫੇਵਰੇਬਲ
ਦੋਸਤ ਮੁਲਕ ਵਜੋਂ ਦੇਖਦੇ ਸੀ ਕਿ ਭਾਈ ਉਹਦੇ ਨਾਲ ਟ੍ਰੇਡ ਹੋਣਾ ਚਾਹੀਦਾ ਹੈ, ਇੰਡੀਆ ਦੀਆਂ ਵੈਲਿਊਜ਼, ਹਿਊਮਨ ਰਾਈਟਸ, ਡੈਮੋਕ੍ਰੇਸੀ। ਦੂਜਾ ਕੈਨੇਡਾ ਵਾਂਗ ਹੈ, 2020 ਦੇ ਵਿੱਚ 56% ਸੀ ਤੇ ਹੁਣ ਸਿਰਫ 26% ਜਿਹੜੇ ਨੇ ਉਹ ਭਾਰਤ ਬਾਰੇ ਫੇਵਰੇਬਲ ਵਿਊ ਰੱਖਦੇ ਨੇ। ਇਹਦਾ ਮਤਲਬ 74% ਬਿਲਕੁਲ ਕੈਨੇਡੀਅਨ ਭਾਰਤ ਦੇ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦੇ। ਔਰ ਇਹ ਜਿਹੜਾ ਹੁਣ ਭਾਰਤ ਦਾ ਰੁਤਬਾ ਹੈ, ਜੋ ਕੈਨੇਡਾ ਦੇ ਲੋਕ ਰਸ਼ੀਆ ਔਰ ਚਾਈਨਾ ਬਾਰੇ ਸੋਚਦੇ ਸੀ, ਰਸ਼ੀਆ ਚਾਈਨਾ ਤੋਂ ਬਾਅਦ ਨੈਕਸਟ ਇੰਡੀਆ ਗਿਆ। ਔਰ ਇਸ ਖਬਰ ਨੂੰ ਉਹਨਾਂ ਨੇ ਪ੍ਰੋਮੀਨੈਂਸ ਦੇ ਨਾਲ ਜਿਹੜੇ ਇਸ ਆਰਟੀਕਲ ਨੂੰ ਸਟੀਵਰਟ ਲੈਵਿਸ ਨੇ ਪਬਲਿਸ਼ ਕੀਤਾ ਜੀ। ਔਰ ਇਸ ਦੇ ਵਿੱਚ ਹੈ ਕਿ ਕੈਨੇਡੀਅਨਸ ਓਪੀਨੀਅਨ ਆਫ ਇੰਡੀਆ ਹੈਜ਼ ਡਿਕਲਾਈਨਡ precipitously after a rough year of relations between the two countries according to a new poll ਕਿ ਵੀ ਕਿਵੇਂ ਥੱਲੇ ਡਿੱਗਿਆ ਇੰਡੀਆ ਦਾ ਇਮੇਜ। 18 months ago a majority of 52% of people in Canada told the Angus Reid Institute that Ottawa should approach New Delhi as a valued partner and ally ਕਿ 2020 ਚ 52% ਕਹਿੰਦੇ ਸੀ ਕਿ ਕੈਨੇਡਾ ਨੂੰ ਭਾਰਤ ਤੱਕ ਪਹੁੰਚ ਕਰਨੀ ਚਾਹੀਦੀ ਹੈ ਔਰ ਭਾਰਤ ਨੂੰ ਇੱਕ ਜਿਹੜਾ ਕੀਮਤੀ ਸਾਥੀ ਦੇ ਤੌਰ ਤੇ ਔਰ ਐਲਾਈ ਦੇ ਤੌਰ ਤੇ ਦੇਖਣਾ ਚਾਹੀਦਾ ਹੈ ਔਨ ਫ੍ਰੈਂਡਲੀ ਟਰਮਸ। that sentiment has dropped by half to just 24% ਕਿ ਉਹਨਾਂ ਚੋਂ ਉਹ 24% ਤੇ ਆ ਕੇ ਡਿੱਗ ਪਿਆ ਕਿਉਂਕਿ ਕੈਨੇਡੀਅਨ ਕਹਿੰਦੇ ਵੀ ਨਹੀਂ, ਇਹ ਇਹਨਾਂ ਦਾ ਜਿਹੜਾ ਇਹ ਦਹਿਸ਼ਤਗਰਦ ਮੁਲਕ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸ਼ਾਚੀ ਕੁਰਲ ਪ੍ਰੈਜ਼ੀਡੈਂਟ ਹੈ ARI ਦਾ, ਉਹਨੇ ਫਿਰ ਇਹਦੇ ਤੇ ਕਮੈਂਟ ਕੀਤਾ ਕਿ ਓਨਲੀ 18 months ago India was seen largely as a trusted ally viewed with warmth and friendliness ਕਿ ਵੀ ਉਹਨੂੰ ਟਰਸਟ ਇਤਬਾਰਯੋਗ ਸੀ, ਬੜਾ ਗਰਮਜੋਸ਼ੀ ਔਰ ਦੋਸਤਾਨਾ ਲੋਕਾਂ ਦਾ ਰਵੱਈਆ ਸੀ। ਪਰ ਹੁਣ favorable views of India itself have fallen in equal decline from a high of 56% in January 2020 to just 26% today. Or India is only seen more favorably now than Russia and China. Trust in New Delhi sits at less than 1/3. ਸਿਰਫ 28% ਲੋਕ ਕੈਨੇਡਾ 'ਚ ਹੁਣ ਭਾਰਤ ਦੇ ਉੱਤੇ ਕੋਈ ਟਰਸਟ ਕਰਨ ਨੂੰ ਤਿਆਰ ਨੇ। ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਤਾਂ ਇਹ ਹੈ ਕਿ ਵੀ ਹਰਦੀਪ ਸਿੰਘ ਨਿੱਜਰ ਜਾਂ ਜੋ ਮਰਡਰ ਔਰ ਫਰੋਤੀਆਂ ਔਰ ਗੁੰਡਾਗਰਦੀ ਔਰ ਗੈਂਗਸਟਰ ਕਲਚਰ ਇਹਨਾਂ ਨੇ ਲਿਆਂਦਾ ਹੈ, ਉਸ ਨੂੰ ਸਿੱਖ ਕਿਵੇਂ ਮਹਿਸੂਸ ਕਰਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਤਾਂ ਖਾਲਿਸਤਾਨ ਰੈਫਰੈਂਡਮ ਦੇ ਵਿੱਚ 5 ਆਈਜ਼ ਕੰਟਰੀਜ਼ ਇਸ ਤੋਂ ਬਾਅਦ ਜਿੱਥੇ ਜਿੱਥੇ ਵੀ ਹੋਇਆ ਜਿਵੇਂ ਓਵਰਵੈਲਮਿੰਗ ਰਿਸਪੌਂਡ ਕੀਤਾ, ਉਹਨਾਂ ਨੇ ਦੱਸ ਦਿੱਤਾ ਵੀ ਸਿੱਖ ਕੌਮ ਕਿੱਥੇ ਖੜੀ ਹੈ। ਪਰ ਇਸ ਲੈਵਲ ਦੇ ਉੱਤੇ ਜੇ 76% ਕੈਨੇਡੀਅਨ ਵੀ ਜਿਹੜੇ ਨੇ ਉਹ ਇੰਡੀਆ ਬਾਰੇ ਨਾਟ ਫੇਵਰੇਬਲ ਲਾਈਨ ਰੱਖਦੇ ਨੇ, ਇਹ ਬਹੁਤ ਵੱਡੀ ਗੱਲ ਹੈ। ਔਰ ਇਸ ਦੇ ਉੱਤੇ ਉਹਨਾਂ ਦਾ ਇੱਕ ਕਮੈਂਟ ਹੈ ਕਿ ਥੀਸ, ਔਰ ਇਹ ਇਸੇ ਹੀ ਸਰਵੇ ਦਾ ਕਹਿਣਾ ਵੀ ਇਹ ਇੰਨਾ ਡਾਊਨ ਜਿਹੜਾ ਇੰਡੀਆ ਬਾਰੇ ਵਿਊ ਗਿਆ ਕਿਉਂ। ਥੀਸ ਡ੍ਰੌਪਸ are very much a reflection of events of past year. The murder of Canadian Sikh leader and Khalistani separatist Hardeep Singh Nijjar and the diplomatic tit for tat that followed, she said. ਬੀਬੀ ਹੈ, ਉਹਨੇ ਕਿਹਾ ਜੀ ਆ ਨਿੱਜਰ ਦੇ ਮਰਡਰ ਤੋਂ ਬਾਅਦ ਔਰ ਜਿਹੜਾ ਡਿਪਲੋਮੈਟਿਕ ਟਿਟ ਫॉर ਟੈਟ ਕੈਨੇਡਾ ਭਾਰਤ ਦੇ ਵਿਚਾਲੇ ਚੱਲ ਰਿਹਾ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਹਾਂ ਇਹਦੇ ਬਾਰੇ ਜ਼ਰੂਰ ਲੋਕਾਂ ਦੇ ਵਿੱਚ ਦੋ ਡਿਫਰੈਂਟ ਰਾਵਾਂ ਨੇ ਕਿ ਭਾਈ ਜਸਟਿਨ ਟਰੂਡੋ ਨੇ ਇਹਨੂੰ ਵੈਦਰ ਸਾਰੀ ਸਿਚੁਏਸ਼ਨ ਨੂੰ ਠੀਕ ਹੈਂਡਲ ਕੀਤਾ ਹੈ ਕਿ ਨਹੀਂ ਕੀਤਾ। 39% ਜਿਹੜੇ ਨੇ ਉਹ ਸਮਝਦੇ ਨੇ ਵੀ ਜੇ ਟਰੂਡੋ ਆਫਿਸ ਤੋਂ ਬਾਹਰ ਹੁੰਦਾ ਹੈ ਤੇ ਸ਼ਾਇਦ ਇਹ ਸਿਚੁਏਸ਼ਨ ਬੈਟਰ ਹੋਏ, ਪਰ 32% ਕੈਨੇਡੀਅਨ ਇਹ ਸੋਚਦੇ ਨੇ ਕਿ ਨਰਿੰਦਰ ਮੋਦੀ ਜ਼ਿੰਮੇਵਾਰ ਹੈ ਇਹ ਸਾਰੇ ਲਈ। ਜਦੋਂ ਤੱਕ ਉਹ ਤਾਕਤ ਤੋਂ ਬਾਹਰ ਨਹੀਂ ਹੁੰਦਾ ਇਹ ਜਿਹੜਾ ਰਿਲੇਸ਼ਨਸ਼ਿਪ ਹੈ ਇੰਪਰੂਵ ਨਹੀਂ ਹੋਏਗੀ। ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਜਿਹੜਾ ਇੱਕ ਵਪਾਰੀ ਬਿਰਤੀ ਵਾਲਾ ਪਾਰਟ ਵੀ ਹੈ ਕਿ ਭਾਈ ਇੱਕ ਪਾਸੇ ਇੱਕ ਤਬਕਾ ਇਹ ਵੀ ਸੋਚਦਾ ਹੈ ਕਿ ਜੇ ਭਾਰਤ ਦੇ ਨਾਲ ਟ੍ਰੇਡ ਟਾਕਸ, ਕਿਉਂਕਿ ਕੈਨੇਡਾ ਦੇ ਵਿੱਚ ਇਸ ਵੇਲੇ ਜਦੋਂ ਟਰੰਪ ਨੇ ਇਹ ਲਾਈਨ ਲਈ ਕਿ ਜੀ ਜੇ ਤੁਸੀਂ ਇਲੀਗਲ ਮਾਈਗ੍ਰੇਸ਼ਨ ਔਰ ਡਰੱਗਸ ਔਰ ਫਲਾਣਾ ਜਿਹੜੀਆਂ ਆ ਰਹੀਆਂ ਕੈਨੇਡਾ ਤੋਂ ਅਮਰੀਕਾ 'ਚ ਰੌਲਾ ਜ਼ਿਆਦਾ ਪਾਇਆ ਨਹੀਂ ਰੋਕਦੇ ਤਾਂ ਮੈਂ ਇੰਨੇ % ਟੈਰਿਫ ਲਾ ਦਿਆਂਗਾ। ਤੇ ਕੈਨੇਡਾ ਨੂੰ ਹੁਣ ਇੱਕ ਤਬਕਾ ਉਹਨਾਂ ਦਾ ਖਾਸ ਤੌਰ ਤੇ ਜਿਹੜੇ ਵਪਾਰੀ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਵੀ
ਜੇ ਅਮਰੀਕਾ ਦੀ ਮਾਰਕੀਟ ਸਾਡੀ ਸਫਰ ਕਰਦੀ ਹੈ ਤਾਂ ਕਿਤੇ ਨਾ ਕਿਤੇ ਜੇ ਦੁਨੀਆ ਦੇ ਵਿੱਚੋਂ ਮਾਰਕੀਟ ਲੱਭੋ ਜਿੱਥੇ ਸਾਡੇ ਪ੍ਰੋਡਕਟ ਹਾਲਾਂ ਕੋਈ ਫਰਕ ਨਹੀਂ ਪੈਣਾ ਅਮਰੀਕਾ ਦਾ ਕੈਨੇਡਾ ਬਿਨਾਂ ਗੁਜ਼ਾਰਾ ਨਹੀਂ, ਕੈਨੇਡਾ ਦਾ ਅਮਰੀਕਾ ਬਿਨਾਂ ਨਹੀਂ, ਉਹਦਾ ਕੈਨੇਡਾ ਅਮਰੀਕਾ ਦਾ ਬੈਕਯਾਰਡ ਹੀ ਹੈ। ਪਰ ਕਿਉਂਕਿ ਇੱਕ ਹਾਈਪ ਜਦੋਂ ਕ੍ਰੀਏਟ ਹੁੰਦੀ ਹੈ ਫਿਰ ਇਹ ਸਾਰੀ ਸਟੋਰੀ ਦੇ ਵਿੱਚ ਬੈਕਗਰਾਉਂਡ ਦਿੱਤੀ ਗਈ ਹੈ ਕਿ ਭਾਈ ਕਿਵੇਂ ਇਹ ਸਾਰਾ ਸਟਾਰਟ ਹੋਇਆ। G20 ਵੇਲੇ ਵੀ ਟਰੂਡੋ ਨੇ ਮੋਦੀ ਨੂੰ ਕਿਹਾ ਕਿ ਭਾਈ ਠੀਕ ਕਰੋ। ਫਿਰ RCMP ਨੇ ਕਿਵੇਂ ਐਵੀਡੈਂਸ ਦਿੱਤਾ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਲਿੰਕਡ ਹੈ ਜੋ ਕ੍ਰਾਈਮ ਕੈਨੇਡਾ ਦੇ ਵਿੱਚ ਹੋਇਆ। ਫਿਰ ਉਹਨਾਂ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਸੀਸਸ ਦਾ ਹਵਾਲਾ ਦਿੱਤਾ ਹੈ ਕਿ ਵੀ ਇਹ ਉਹਨਾਂ ਨੇ ਇਹ ਆ ਕੇ ਸੀਸਸ ਨੇ ਟੈਸਟੀਫਾਈ ਕੀਤਾ ਕਿ ਇੰਡੀਅਨ ਗਵਰਨਮੈਂਟ ਨੇ 2019 ਔਰ 2021 ਦੀਆਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਇੰਟਰਫੇਰੈਂਸ ਕੀਤੀ ਔਰ ਇਸ ਬਾਰੇ ਉਹਨਾਂ ਨੇ ਜਿਹੜਾ ਉਹ ਟੇਬਲ ਦੇ ਉੱਤੇ ਲਿਆ ਕੇ ਰਿਪੋਰਟ ਰੱਖੀ। ਔਰ ਇਹ ਜਦੋਂ ਹੁਣ ਕੈਨੇਡੀਅਨ ਲੋਕਾਂ ਨੂੰ ਇੱਕ ਪਾਸੇ ਤਾਂ ਇੰਡੀਆ ਬਾਰੇ ਡਿਸਪਾਈਜ਼ ਕੀਤਾ, ਦੂਜੇ ਪਾਸੇ ਜਦੋਂ ਉਹਨਾਂ ਨੇ ਪੁੱਛਿਆ ਗਿਆ ਕਿ ਵੀ ਇਹ ਇੰਡੀਆ ਦਾ ਜਿਹੜਾ ਉਹ ਓਵਰਆਲ ਹਿਊਮਨ ਰਾਈਟਸ, ਉਹਨਾਂ ਨੇ ਕਿਹਾ ਜੀ 6% ਕੈਨੇਡੀਅਨ ਸੈਡ ਕਿ ਮੈਜੋਰਿਟੀ ਆਫ ਕੈਨੇਡੀਅਨ ਐਜ਼ ਏ ਨੇਸ਼ਨ, ਉਹਨਾਂ ਨੇ ਕਿਹਾ ਵੀ ਸਾਨੂੰ ਉਹਨਾਂ ਨਾਲ ਡੀਲ ਨਹੀਂ ਕਰਨਾ ਚਾਹੀਦਾ ਦੋਜ਼ who do not strictly uphold the rule of law or respect human rights। और उन्होंने 2/3 66% कैनेडियंस ने कहा Canada should stand up for the country who believes is right। उन्होंने कहा भी ये ह्यूमन राइट्स और इन्हों के मुद्दे ते समझौता नहीं करना चाहिए और ठीक जिहड़ा स्टैंड है इहदे लई खलोना चाहिए। सो ये मैं समझदा भी इस तो असीं अंदाज़ा ला सकते हैं कि भी जे ਇੰਨੇ % ਜਿਹੜੇ ਨੇ ਉਹ ਇੰਡੀਆ ਨੂੰ ਡਿਸਪਾਈਜ਼ ਕਰਦੇ ਨੇ ਤਾਂ ਜ਼ਾਹਰ ਹੈ ਕਿਉਂਕਿ ਇਸ ਦਾ ਰੀਜ਼ਨ ਤਾਂ ਹਰਦੀਪ ਸਿੰਘ ਨਿੱਜਰ ਔਰ ਸਿੱਖਾਂ ਦੇ ਖਿਲਾਫ ਹੈ। ਸੋ ਉਹਨਾਂ ਦੀਆਂ ਹਮਦਰਦੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਨਾਲ ਨੇ। ਔਰ ਜਿਵੇਂ ਮੈਂ ਰੇਡੀਓ ਕੈਨੇਡਾ ਦੇ ਹਵਾਲੇ ਨਾਲ ਔਰ ਜਿਸ ਨੂੰ ਫਿਰ CBC ਨੇ ਐਜ਼ ਏ ਨਿਊਜ਼ ਆਈਟਮ ਦਿੱਤਾ ਹੈ ਕਿ ਵੀ ਕਿਵੇਂ ਏਜੰਟਸ ਆਫ ਇੰਡੀਅਨ ਗਵਰਨਮੈਂਟ ਇੰਟਰਫੀਅਰਡ ਇਨ ਪੈਟਰਿਕ ਬਰਾਊਨਸ ਕੰਜ਼ਰਵੇਟਿਵ ਲੀਡਰਸ਼ਿਪ ਕੈਂਪੇਨ, ਕਿ ਇਹ ਜਦੋਂ 2021 ਦੇ ਵਿੱਚ ਲੀਡਰਸ਼ਿਪ ਕੈਂਪੇਨ ਦੇ ਲਈ ਰਨ ਕੀਤਾ, ਕਿਵੇਂ ਇੰਡੀਅਨ ਗਵਰਨਮੈਂਟ ਦੇ ਏਜੰਟਾਂ ਨੇ ਜਿਹੜਾ ਉਹ ਕੀਤਾ ਔਰ ਇਹਨੇ ਪੂਰੇ ਵੇਰਵੇ ਦੇ ਨਾਲ ਜਿਹੜੇ ਕੌਨਫੀਡੈਂਸ਼ੀਅਲਿਟੀ ਰੱਖ ਕੇ ਜਿਨ੍ਹਾਂ ਨੇ ਆ ਕੇ ਕਿਹਾ ਵੀ ਕਿਵੇਂ ਉਹਨਾਂ ਨੇ ਨੈਸ਼ਨਲ ਕੈਂਪੇਨ ਦੀ ਕੋ-ਚੇਅਰ ਕੰਜ਼ਰਵੇਟਿਵ MP ਮਿਸ਼ਲ ਰੈਂਪੈਲ ਗਾਰਨਰ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਉਹ ਸਪੋਰਟ ਵਾਪਸ ਲੈ ਬਰਾਊਨ ਤੋਂ। ਔਰ ਇਹ ਸਾਰੇ ਦੇ ਨਾਲ ਨਾਲ ਈਵਨ ਪੈਟਰਿਕ ਬਰਾਊਨ ਨੂੰ ਉਹਨਾਂ ਨੇ ਹਿੰਦੂਤਵੀਆਂ ਨੇ ਆਪਣੇ ਸਾਰੇ ਸਮਾਗਮਾਂ ਚੋਂ ਸੱਦਣ ਤੋਂ ਨਾ ਕਰ ਦਿੱਤੀ ਔਰ ਇੱਕ ਓਪਨਲੀ ਕਿਹਾ ਗਿਆ ਉਹਨੂੰ ਕਿ ਵੀ ਤੂੰ ਕਿਉਂਕਿ ਸਿੱਖਾਂ ਦੇ ਨਾਲ ਦੋਸਤੀ ਰੱਖਦਾ ਹੈ। ਔਰ ਇਸ ਕਿਸਮ ਦਾ ਲੰਬੀ ਚੌੜੀ ਖਬਰ ਹੈ। ਹਾਲਾਂ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਆਫਿਸ ਉਹਨਾਂ ਨੇ ਕਿਹਾ ਜੀ ਸਾਨੂੰ ਕੋਈ no knowledge of interference ਔਰ ਬਰਾਊਨ ਡਿਸਇਨਵਾਈਟਡ ਟੂ ਇੰਡੀਅਨ ਇਵੈਂਟ। ਸੋ ਅਸੀਂ ਦੇਖਦੇ ਹਾਂ ਕਿ ਵੀ ਇਹ ਇਕੱਲਾ ਇੱਕ ਲੈਵਲ ਦੇ ਉੱਤੇ ਹੀ ਨਹੀਂ ਹੈ। ਜੇ ਅੱਜ 74% ਕੈਨੇਡੀਅਨ ਜਿਹੜੇ ਨੇ ਉਹ ਇੰਡੀਆ ਨੂੰ ਜਿਹੜਾ ਇੱਕ ਉਸ ਕਿਸਮ ਦਾ ਜਿਹੜਾ ਇੰਟਰਫੇਰੈਂਸ ਵਾਲੇ ਮੁਲਕ ਦੇ ਤੌਰ ਤੇ ਜਾਂ ਡਿਸਟਰਸਟ ਵਰਦੀ ਕਹਿੰਦੇ ਨੇ ਤਾਂ ਉਹਦੇ 'ਚ ਇਹ ਸਾਰਾ ਰੋਲ ਵੀ ਹੈ ਕਿ ਕਿਵੇਂ ਕੈਨੇਡੀਅਨ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਉਹ ਕੰਜ਼ਰਵੇਟਿਵ ਪਾਰਟੀ ਦੀ ਆਪਣੀ ਲੀਡਰਸ਼ਿਪ ਦੀ ਚੋਣ ਦੇ ਵਿੱਚ ਵੀ ਇਹਨਾਂ ਨੇ ਦਖਲਅੰਦਾਜ਼ੀ ਕੀਤੀ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਅਮਰੀਕਾ ਦੀਆਂ 18 ਖੁਫੀਆ ਏਜੰਸੀਆਂ ਲਈ ਡਾਇਰੈਕਟਰ ਵਜੋਂ ਨੋਮੀਨੇਟ ਕੀਤੀ ਗਈ ਤੁਲਸੀ ਗੈਫਟ ਸੰਬੰਧੀ ਇੱਕ ਲਿਖਤ ਜਿਹੜੀ ਹੈ ਨਿਊਜ਼ ਵੀਕ ਰਸਾਲੇ ਵਿੱਚ ਪ੍ਰਕਾਸ਼ਿਤ ਹੋਈ ਹੈ ਔਰ ਇਸ ਵਿੱਚ ਤੁਲਸੀ ਗੈਫਟ ਨੂੰ ਇੱਕ ਫਰਾਡ ਪੋਲੀਟੀਸ਼ੀਅਨ ਵਜੋਂ ਪ੍ਰੋਜੈਕਟ ਕੀਤਾ ਗਿਆ ਹੈ, ਜਿਸ ਫਰਾਡ ਦਾ ਸੋਮਾ ਇੱਕ ਹਿੰਦੂ ਕਲਟ ਹੈ। ਔਰ ਹੁਣ ਦੇਖਣਾ ਇਹ ਹੈ ਕਿ ਇਸ ਫਰਾਡ ਪਿਛੋਕੜ ਨਾਲ ਕੀ ਉਸ ਦੀ ਜਿਹੜੀ ਸੈਨੇਟ ਕਮੇਟੀ ਸਾਹਮਣੇ ਕਨਫਰਮੇਸ਼ਨ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਕਾਸ਼ ਪਟੇਲ ਦੇ ਉੱਤੇ ਕੀਤਾ ਜਿਸ ਨੂੰ ਕ੍ਰਿਸਟੋਫਰ ਰੇ ਜਿਹੜੇ FBI ਦੇ 7 ਸਾਲ ਤੋਂ ਡਾਇਰੈਕਟਰ ਨੇ, ਉਹਨਾਂ ਦੀ ਥਾਂ ਤੇ FBI ਦੇ ਡਾਇਰੈਕਟਰ ਵਜੋਂ ਟਰੰਪ ਨੇ ਨੋਮੀਨੇਟ ਕੀਤਾ ਔਰ ਇਸ ਦੇ ਵਿੱਚ ਅਸੀਂ ਇਸ ਨੇ ਬਾਬਰੀ ਮਸਜਿਦ ਢਾਏ ਜਾਣ ਦੇ ਮੁੱਦੇ ਦੇ ਉੱਤੇ ਕਿਵੇਂ ਉਹਨੂੰ ਜਸਟੀਫਾਈ ਕੀਤਾ ਸੀ, ਇਹ ਕਹਿ ਕੇ ਕਿ ਜੀ ਇਹ ਸਿਰਫ ਮੀਡੀਆ ਜਿਹੜਾ ਪਿਛਲੇ 40 ਸਾਲ ਦੀਆਂ ਗੱਲਾਂ ਕਰ ਰਿਹਾ, 500 ਸਾਲ ਦੀਆਂ ਨਹੀਂ ਕਰ ਰਿਹਾ, ਕਿ ਇਹ ਹਿੰਦੂ ਤਾਂ 500 ਸਾਲ ਤੋਂ ਸਟਰਗਲ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਦੇਵਤਾ ਰਾਮ ਜੀ ਦਾ ਉਹ ਮੰਦਿਰ ਸੀ ਔਰ ਉਹ ਜਸਟੀਫਾਈਡ ਨੇ। ਸੋ ਇਹ ਇੱਕ ਆਸਪੈਕਟ ਸੀ। ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਹੌਲੀ ਹੌਲੀ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਜਦੋਂ ਤੱਕ ਇਹ ਸੈਨੇਟ ਦੀ ਕਮੇਟੀ ਦੇ ਸਾਹਮਣੇ ਇਹਨਾਂ ਨੇ ਜਾਣਾ ਦੋਨਾਂ ਨੇ, ਕਿਉਂਕਿ ਇਹ ਦੋਨਾਂ ਦੇ ਉੱਤੇ ਸਾਡੀ ਵੀ ਦਿਲਚਸਪੀ ਹੈ ਔਰ ਜਿਵੇਂ ਅਸੀਂ ਕਿਹਾ ਸੀ ਵੀ ਕੋਈ ਇਹ ਨਹੀਂ ਹੈ ਵੀ ਸਿੱਖ ਕੋਈ ਖੌਫਜ਼ਦਾ ਨੇ ਅਮਰੀਕਾ 'ਚ, ਸ਼ੱਕ ਸ਼ੁਬੇ ਜੀ, ਡਾਊਟਸ, ਕਿਉਂਕਿ ਜ਼ਾਹਰ ਹੈ ਜਦੋਂ ਤੁਸੀਂ ਇਸ ਕਿਸਮ ਦੇ ਪਿਛੋਕੜ ਵਾਲੇ ਲੋਕ ਜੇ ਤੁਲਸੀ ਗੈਫਰਡ ਜਿਹਦੇ ਬਾਰੇ ਅਸੀਂ ਜਨਰਲੀ ਮੈਂਸ਼ਨ ਕੀਤਾ ਸੀ ਕਿ ਵੀ ਇਹ ਤਾਂ ਹੈ ਹੀ ਨਾਗਪੁਰ ਦੀ ਧੀ ਹੈ, ਕਿਵੇਂ ਹਵਾਈ 'ਚ ਰਹਿੰਦਿਆਂ ਇਹ ਹਿੰਦੂ ਕਲਟ ਹਰੇ ਰਾਮਾ ਹਰੇ ਕ੍ਰਿਸ਼ਨਾ 'ਚੋਂ ਟੁੱਟਿਆ ਇੱਕ ਕਲਟ ਜਿਹੜਾ ਉਹ ਗੋਰੇ ਨੇ ਖੁਦ ਓਨ ਕਰ ਲਿਆ, ਉਸ ਦੀ ਪੁਜਾਰਣੀ ਦਾ ਸਾਰਾ ਟੱਬਰ, ਔਰ ਕਿਵੇਂ ਇਹਨੂੰ ਬਿਲਡ ਕੀਤਾ ਸਿਸਟਮੈਟਿਕਲੀ। ਔਰ ਇਹ ਸਾਰੇ ਦਾ ਜਿਹੜਾ ਸਬੰਧ ਹੈ ਉਹ ਮੋਹਨ ਭਾਗਵਤ ਨਾਲ ਹੋਏ ਜਾਂ ਮੋਦੀ ਦੇ ਨਾਲ ਹੋਏ, ਉਹ ਬੜੇ ਨੋਨ ਫੈਕਟ ਨੇ। ਔਰ ਈਵਨ ਨਿੱਕੀ ਹੇਲੀ ਜਿਹੜੀ ਨਾਰਥ ਕੈਰੋਲਾਈਨਾ ਦੀ ਗਵਰਨਰ, ਸਾਊਥ ਕੈਰੋਲਾਈਨਾ ਦੀ ਜਿਹੜੀ ਰਿਪਰੈਜ਼ੈਂਟੇਟਿਵ ਰਹੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਂਬੈਸਡਰ ਦੇ ਤੌਰ ਤੇ, ਜਿਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਕਿਹਾ ਜਾਂਦਾ ਔਰ UN ਐਂਬੈਸਡਰ ਵੀ ਕਿਹਾ ਜਾਂਦਾ, ਉਹਨੇ ਸਭ ਤੋਂ ਪਹਿਲਾਂ ਇਹਦੇ ਤੇ ਤੁਲਸੀ ਗੈਫਰਡ ਦੇ ਉੱਤੇ ਜਿਹੜਾ ਉਹ ਆਪਣਾ ਫਾਇਰ ਖੋਲਿਆ ਪੋਲੀਟੀਕਲੀ। ਉਹਨੇ ਕਿਹਾ ਵੀ ਇਹਦੀ ਤਾਂ ਲਾਈਨ ਹੀ ਸਾਰੀ ਇਹ ਤਾਂ ਪੁਤਿਨ ਦੀ ਹਮਾਇਤੀ, ਜਿਹੜਾ ਅਸਾਦ ਸੀਰੀਆ, ਜਿੱਥੇ ਹੁਣ ਇੱਕ ਸੀਰੀਆ ਦਾ ਇੱਕ ਨਵਾਂ ਫਰੰਟ ਖੋਲਿਆ ਜਿੱਥੇ ਰਿਬੈਲਸ ਔਰ ਦੂਜੇ ਉਹ ਵੀ ਰਸ਼ੀਆ ਅਮਰੀਕਾ ਆਮੋ ਸਾਹਮਣੇ ਨੇ, ਉਸ ਮਾਮਲੇ 'ਚ ਵੀ ਤੁਲਸੀ ਗੈਫਰਡ ਰਸ਼ੀਆ ਦੇ ਨਾਲ ਖਲੋਤੀ ਔਰ ਬਾਕੀ ਮੁੱਦਿਆਂ ਦੇ ਉੱਤੇ ਵੀ ਈਰਾਨ ਦੇ ਮੁੱਦੇ ਤੇ। ਸੋ ਉਹਨੇ ਕਿਹਾ ਵੀ ਇਹ ਤੁਸੀਂ 18 ਇੰਟੈਲੀਜੈਂਸ ਏਜੰਸੀਆਂ ਜਿਨ੍ਹਾਂ ਦਾ ਇੰਨਾ ਵੱਡਾ ਦਾਇਰਾ ਕਾਰ ਹੈ ਉਹਦੇ ਹਵਾਲੇ ਕਰਨ ਜਾ ਰਹੇ ਹੋ। ਇਸੇ ਤਰ੍ਹਾਂ ਜਿਹੜਾ ਕੱਲ ਸਾਡਾ ਸੈਗਮੈਂਟ ਸੀ ਇਹਦੇ ਤੇ ਕਾਸ਼ ਪਟੇਲ ਦੇ ਉੱਤੇ, ਔਰ ਕਿ 18,000 ਦੇ ਕਰੀਬ FBI ਦੇ ਮੁਲਾਜ਼ਮ ਨੇ, ਔਰ ਉਹਨੇ ਪਹਿਲੇ ਦਿਨ ਜਦੋਂ ਉਹਨੂੰ ਨੋਮੀਨੇਟ ਕੀਤਾ ਉਹਨੇ ਕਿਹਾ ਜੀ ਆ ਜਿਹੜਾ FBI ਦਾ ਹੈੱਡਕੁਆਰਟਰ ਹੈ ਇੱਥੇ DC 'ਚ, ਇਹਨੂੰ ਤਾਂ ਅਸੀਂ ਮਿਊਜ਼ੀਅਮ ਬਣਾ ਦੇਵਾਂਗੇ ਔਰ 200 ਤੋਂ ਜ਼ਿਆਦਾ ਆਊਟ ਸਟੇਸ਼ਨ ਹੈ। ਲੇਕਿਨ
FBI ਦੇ ਡਾਇਰੈਕਟਰ ਨਾਲੋਂ ਜਿਹੜਾ ਇਸ ਬੀਬੀ ਦਾ ਜਿਹਦੇ ਨੂੰ ਨੋਮੀਨੇਟ ਕੀਤਾ ਗਿਆ ਡਾਇਰੈਕਟਰ ਇੰਟੈਲੀਜੈਂਸ ਏਜੰਸੀਆਂ ਦਾ, 18 ਏਜੰਸੀਆਂ ਜਿਨ੍ਹਾਂ ਦੇ ਵਿੱਚ CIA ਵੀ ਸ਼ਾਮਲ ਹੈ, ਉਹਨੂੰ ਹੈਡ ਕਰਨਾ ਇਸ ਸਾਰੇ ਸ਼ੇਕੀ ਰੈਕਟ ਦੇ ਨਾਲ। ਔਰ ਨਤੀਜੇ ਦੇ ਤੌਰ ਤੇ ਹੁਣ ਜਿਹੜਾ ਆਲਰੇਡੀ ਕਨਫਰਮੇਸ਼ਨ ਕਮੇਟੀ ਦੇ ਇੱਕ ਸੈਨੇਟਰ ਦੇ ਹਵਾਲੇ ਨਾਲ ਮੈਂ ਕਿਤੇ ਸਟੇਟਮੈਂਟ ਦੇਖੀ ਹੈ BBC 'ਚ, ਜਿਹਦੇ 'ਚ ਆਲਰੇਡੀ ਇਤਰਾਜ਼ ਉੱਠਣੇ ਸ਼ੁਰੂ ਹੋ ਗਏ ਨੇ ਕਾਸ਼ ਪਟੇਲ ਦੇ ਉੱਤੇ ਵੀ ਔਰ ਤੁਲਸੀ ਗੈਬਟ ਦੇ ਉੱਤੇ ਵੀ। ਲੇਕਿਨ ਤੁਲਸੀ ਗੈਬਟ ਦੇ ਉੱਤੇ ਅੱਜ ਇੱਕ ਬੜਾ ਡੀਟੇਲਡ ਜਿਹੜਾ ਆਰਟੀਕਲ ਨਿਊਜ਼ ਵੀਕ ਨੇ ਦਿੱਤਾ ਹੈ। ਇਹਨੇ ਤਾਂ ਪੂਰੇ ਪੋਤੜੇ ਫੋਲ ਕੇ ਰੱਖ ਦਿੱਤੇ ਇਹਦੇ ਸਾਰੇ ਟੱਬਰ ਦੇ ਕਿ ਵੀ ਇਹ ਉਹਦਾ ਹੈਡਲਾਈਨ ਹੀ ਇਸ ਜਿਹੜਾ ਨਿਊਜ਼ ਵੀਕ ਦਾ ਆਰਟੀਕਲ ਹੈ ਉਹਦਾ ਇਹ ਹੈ, ਫਾਰਮਰ ਸਟਾਫ ਸੇਜ਼ ਤੁਲਸੀ ਗੈਬਟ ਫਰਾਡ ਪੋਲਿਟਿਕਸ ਸਪੋਰਟਡ ਬਾਈ ਅਲੈਜਡ ਕਲਟ। ਹੁਣ ਇੱਕ ਧਰਮ ਹੁੰਦਾ ਹੈ, ਰਿਲੀਜਨ ਹੁੰਦਾ ਹੈ ਜਿਹਨੂੰ ਫੇਥ ਕਹਿੰਦੇ ਨੇ ਅਮਰੀਕਾ ਦੇ ਵਿੱਚ, ਇੱਕ ਕਲਟ ਨੇ। ਹੁਣ ਕਲਟ ਇੱਕ ਨੈਗੇਟਿਵ ਪਾਰਟ ਹੈ ਕਿ ਵੀ ਇੱਕ ਬੰਦੇ ਦੇ ਦੁਆਲੇ ਇੱਕ ਭੀੜ ਇਕੱਠੀ ਹੁੰਦੀ ਹੈ, ਉਹ ਉਹਦੇ 'ਚ ਐਕਸਟਰਾਆਰਡੀਨਰੀ ਉਹਨੂੰ ਸਪਿਰਿਚੁਅਲ ਪਾਵਰ ਜਾਂ ਕਿਸੇ ਵੀ ਪਾਵਰ ਦੇ ਤੌਰ ਤੇ ਦੇਖਦੇ ਨੇ ਔਰ ਉਹਨੂੰ ਫੋਲੋ ਕਰਦੇ ਨੇ, ਜਿਹਨੂੰ ਕਹੋ ਕਿ ਬ੍ਰੇਨ ਵਾਸ਼ਡ ਹੁੰਦੇ ਨੇ। ਔਰ ਇਹ ਕਲਟ ਜਿਹੜੇ ਨੇ ਅਲਟੀਮੇਟਲੀ ਉਹ ਕਲਟ ਲੀਡਰ ਜਿੱਥੇ ਜਾ ਕੇ, ਔਰ ਇਸ ਕਿਸਮ ਦੇ ਅਮਰੀਕਾ 'ਚ ਕਲਟਸ ਦੀ ਹਿਸਟਰੀ ਹੈ ਕਿ ਜਿੱਥੇ ਮਾਸ ਸੁਸਾਈਡ ਉਹਨਾਂ ਨੇ ਕਰਵਾਏ। ਈਵਨ ਉਹਨਾਂ ਦਿਨਾਂ 'ਚ ਮੈਂ ਅਮਰੀਕਾ 'ਚ ਸੀ ਅਰਲੀ 90s 'ਚ ਇੱਕ ਵਾਕੋ ਜਿਹੜਾ ਟੈਕਸਾਸ ਦੇ ਵਿੱਚ ਸੀ, ਜਿੱਥੇ ਇੱਕ ਇਸ ਕਿਸਮ ਦਾ ਸ਼ਦਾਈ ਬੰਦਾ ਜਿਹਨੇ 130 ਕੇ ਕਿੰਨੇ ਜਿਹੜੇ ਉਹਦੇ ਨਾਲ ਟੱਬਰ ਸੀ ਉਹਨਾਂ ਨੂੰ ਲੈ ਕੇ ਉਹਨੇ ਡਿਕਲੇਅਰ ਕੀਤਾ ਸੀ ਵੀ ਮੈਂ ਜੀਸਸ ਦਾ ਅਵਤਾਰ ਹੈ, ਜੀਸਸ ਹੈ ਮੈਂ। ਔਰ ਉਹ ਸਾਰੇ ਅਮਰੀਕਾ ਨੂੰ ਟੈਂਕ ਇਸਤੇਮਾਲ ਕਰਨੇ ਪਏ ਉਹਦੇ 'ਚ, ਬੀਬੀਆਂ ਬੱਚੇ। ਔਰ ਇਹ ਨਹੀਂ ਹੁੰਦਾ ਵੀ ਜਿਹੜੇ ਕਲਟ ਦੇ ਪਿੱਛੇ ਲੱਗਦੇ ਨੇ ਕੋਈ ਅਨਪੜ੍ਹ ਹੁੰਦੇ ਨੇ। ਮੈਜੋਰਿਟੀ ਆਫ ਦਾ ਟਾਈਮ ਜਿਹੜੇ ਕਲਟਸ ਦੇ ਫਾਲੋਅਰ ਨੇ, ਔਰ ਖਾਸ ਤੌਰ ਤੇ ਜੇ ਤੁਸੀਂ ਅਮਰੀਕਾ ਦੀ ਹਿਸਟਰੀ ਦੇਖੋ ਔਰ ਇੱਥੇ ਦੀ ਹਿੱਪੀ ਮੂਵਮੈਂਟ ਦੀ ਹਿਸਟਰੀ 1960s ਦੇ ਵਿੱਚ ਅਮਰੀਕਾ ਜਦੋਂ ਟੁੱਟ ਰਿਹਾ ਸੀ, ਫੈਮਿਲੀ ਸਿਸਟਮ, ਵੀਅਤਨਾਮ ਵਾਰ ਚੱਲ ਰਹੀ ਸੀ, ਡਰਾਫਟਿੰਗ ਸੀ, ਉਦੋਂ ਬਹੁਤ ਸਾਰੇ ਕਲਟ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੇ ਧੋਖੇਬਾਜ਼ ਤਾਂ ਬ੍ਰਾਹਮਣਵਾਦੀਆਂ ਤੋਂ ਵੱਡਾ ਕੌਣ ਹੋ ਸਕਦਾ? ਅਮਰੀਕਨ ਤਾਂ ਭੋਲੇ ਭਾਲੇ ਵਲਨਰੇਬਲ ਜੇ ਲੋਕ। ਔਰ ਇੱਥੇ ਤੁਸੀਂ ਦੇਖੋ ਵੀ ਰਜਨੀਸ਼ ਨੇ, ਉਹਦਾ ਭਰਾ ਰਜਨੀਸ਼ ਦਾ ਪਿਛਲੇ ਦਿਨਾਂ 'ਚ ਕਹਿ ਰਿਹਾ ਸੀ ਕਿ ਜੀ ਜਿੰਨਾ 'ਚ ਸਾਰਾ ਵਾਸ਼ਿੰਗਟਨ ਕੈਪੀਟਲ ਵਸੀ ਹੋਈ ਹੈ ਉਹਦੇ ਨਾਲੋਂ ਵੱਡਾ ਮੇਰੇ ਭਰਾ ਨੇ ਰਜਨੀਸ਼ਪੁਰਮ ਨਿਊ ਔਰੀਗਨ ਦੇ ਵਿੱਚ ਜਿੱਥੇ 70,000 ਏਕੜ ਜ਼ਮੀਨ ਸੀ ਉਸ ਨੂੰ ਵਸਾਇਆ ਸੀਗਾ। ਔਰ ਉਹਦੇ ਨਾਲ ਇੱਕ ਰਜਨੀਸ਼ਪੁਰਮ ਜਿਹੜਾ ਉਹ ਹੋਰ ਵੀ ਸ਼ਹਿਰ ਵਸਾਇਆ। ਕਹਿਣ ਦਾ ਮਤਲਬ ਇਹ ਹੈ ਕਿ ਵੀ ਔਰ ਉਹੀ ਪੀਰੀਅਡ ਹੈ ਜਿਹਦੇ 'ਚ ਮਹੇਸ਼ ਯੋਗੀ, ਜਿਹਦੇ ਮੇਰੇ ਖਿਆਲ 300 ਆਸ਼ਰਮ ਅੱਜ ਵੀ ਹੋਣੇ ਨੇ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਦੇ ਨਾਂ ਥੱਲੇ। ਫਿਰ ਇੱਕ ਸਿੱਖ ਬਾਣੇ 'ਚ ਵੀ ਆ ਗਿਆ ਚਿੱਟੇ ਕੱਪੜੇ ਪਵਾ ਕੇ, ਤੇ ਦੂਜੇ ਭਜਨ ਯੋਗੀ, ਕੁੰਡਲਨੀ ਯੋਗਾ ਤੇ ਫਲਾਣਾ ਤੇ। ਔਰ ਫਿਰ ਇਹਨਾਂ ਸਾਰਿਆਂ ਦੇ ਔਰ ਹੋਰ ਕਿੰਨੇ, ਕੋਈ ਬਾਲ ਗੋਪੇਸ਼ਵਰ ਆ ਗਿਆ, ਕੋਈ ਹੋਰ ਆ ਗਿਆ। ਔਰ ਉਹਨਾਂ ਨੇ ਇਹ ਸਾਰਿਆਂ ਨੂੰ ਇਹ ਭਰ ਕੇ ਕਿ ਜੀ ਹਿਮਾਲਯਨ ਰੀਜਨ ਔਰ ਇੰਡੀਆ ਲੈਂਡ ਆਫ ਸਪਿਰਿਚੁਅਲਿਟੀ, ਮਿਸਟਿਸਿਜ਼ਮ, ਇਹ ਉਹ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਇਹ ਜਿਹੜੀਆਂ ਇਹਦੀਆਂ ਰੂਟਸ ਨੇ ਤੁਲਸੀ ਗੈਬਟ ਦੀਆਂ, ਇਹੀ ਨਹੀਂ ਕਿ ਵੀ ਇਹਦੀ ਫੈਮਿਲੀ ਮੰਨਦੀ ਹੈ। ਇੱਕ ਹੁੰਦਾ ਵੀ ਤੁਸੀਂ ਜਿਹਨੂੰ ਮਰਜ਼ੀ ਮੰਨੋ, ਉੱਲੂ ਨੂੰ ਮੰਨੋ, ਉੱਲੂ ਦੇ ਪੱਟੇ ਨੂੰ ਮੰਨੋ। ਲੇਕਿਨ ਜਦੋਂ ਇਸ ਕਿਸਮ ਦੇ ਕਲਟ ਤੁਹਾਡੀ ਪੋਲੀਟੀਕਲ ਐਕਟੀਵਿਟੀ ਨੂੰ ਫਾਈਨੈਂਸ ਕਰਦੇ ਨੇ, ਔਰ ਇਹ ਸਾਰੇ ਆਰਟੀਕਲ ਨੇ ਪ੍ਰੂਵ ਕੀਤਾ ਹੈ ਕਿ ਤੁਲਸੀ ਗੈਬਟ ਔਰ ਉਹਦਾ ਔਰ ਈਵਨ ਇਹਦਾ ਜਿਹੜਾ ਉਹਨੇ ਕੈਂਪੇਨ ਰਨ ਕੀਤਾ ਹੈ ਆਪਣੇ ਡਿਊਰਿੰਗ ਦਾ ਪ੍ਰਾਇਮਰੀ, ਜਿਹਦੇ 'ਚ ਕਿ ਉਹਨੇ ਚੈਲੰਜ, ਕਿਉਂਕਿ ਡੈਮੋਕ੍ਰੈਟਿਕ ਪਾਰਟੀ ਨੂੰ ਛੱਡ ਕੇ ਆਈ ਹੈ ਰਿਪਬਲਿਕਨਸ ਦੇ ਵਿੱਚ। ਪਹਿਲਾਂ ਡੈਮੋਕ੍ਰੈਟ ਕਾਂਗਰਸ ਵੂਮਨ ਰਹੀ ਮੇਰੇ 4 ਟਰਮ, ਈਵਨ ਕਾਂਗਰਸ ਦਾ ਵੀ ਉਹਦਾ ਜਿਹੜਾ। ਹੁਣ ਇਹ ਬੜਾ ਡੈਮੇਜਿੰਗ ਹੈ ਇਸ ਲਿਹਾਜ਼ ਨਾਲ ਕਿ ਵੀ ਇਹ ਫਾਈਨੈਂਸ ਕੋਈ ਹੋਰ ਕਰ ਰਿਹਾ। ਇਹਦਾ ਮਤਲਬ ਇਹ ਹੈ ਵੀ ਸਰਟਨਲੀ ਜਿਹੜਾ ਇਲੈਕਸ਼ਨ ਲਾਅ ਨੇ ਅਮਰੀਕਾ ਦੇ ਉਹ ਵੀ ਫਲਾਊਟ ਹੋਏ ਹੋਣਗੇ, ਕਲਟ ਰਨ। ਔਰ ਤੁਸੀਂ 18 ਏਜੰਸੀਆਂ ਜਿਨ੍ਹਾਂ ਦੇ ਕੋਲ ਸਾਰੀ ਸਿਕਿਉਰਿਟੀ ਹੈ, ਜੇ ਹੋਰ ਅਮਰੀਕਾ ਜਾਂ ਕਿਸੇ ਵੀ ਜਿਹਨੂੰ ਡੀਪ ਸਟੇਟ ਵੀ ਕਿਹਾ ਜਾਂਦਾ ਇਨ ਦਾ ਐਂਡ ਆਫ ਦਾ ਡੇ ਇਹੀ ਹੈ, ਤੇ ਤੁਸੀਂ ਉਹਦੇ ਹਵਾਲੇ ਕਰ ਰਹੇ ਹੋ ਜਿਹੜੇ ਅੱਗੋਂ ਇੱਕ ਕਲਟ ਹੈ ਔਰ ਜਿਹਦੀਆਂ ਰੂਟਸ ਜਾ ਕੇ ਫਿਰ ਨਾਗਪੁਰ ਦੇ ਨਾਲ ਜੁੜੀਆਂ ਹੋਈਆਂ, ਜਿਹੜੇ ਅਮਰੀਕਾ ਦੀ ਲੈਂਡ ਦੇ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ। ਹੁਣ ਇਸ ਆਰਟੀਕਲ ਦੀ ਬਿਗਨਿੰਗ ਇੱਥੋਂ ਹੁੰਦੀ ਹੈ ਕਿ ਮਚ ਆਫ ਤੁਲਸੀ ਗੈਬਟਸ ਪੋਲੀਟੀਕਲ ਕਰੀਅਰ ਕੈਨ ਬੀ ਟਾਈਡ ਬੈਕ ਟੂ ਦਾ ਸਾਇੰਸ
ऑफ आइडेंटिटी फाउंडेशन, एक फाउंडेशन बनाई हुई है इस कल्ट वालिया ने, ए ग्रुप दैट हैज़ बीन लेबल्ड बाय फॉर्मर मैंबरस एज ए कल्ट, कि ਜਿਹੜੇ ਇਸੇ ग्रुप ਦਾ ਮੈਂਬਰ ਰਹੇ ਨੇ ਉਹਨੂੰ ਕਲਟ ਦੇ ਤੌਰ ਤੇ ਲੇਬਲ ਕੀਤਾ ਹੋਇਆ ਹੈ। Gabbard has been described as a long time a prominent member of the group. The ex-Democrat who officially joined the Republican Party this year was recently nominated by President-elect David Trump to serve as Director of National Intelligence, overseeing 18 intelligence agencies including the CIA and NSA, National Security Agency भी ਉਹਦੇ ਥੱਲੇ और CIA भी ਇਹਨਾਂ ਦੇ ਥੱਲੇ। ਫਿਰ ਉਹਨਾਂ ਨੇ ਜਿਹੜੇ ਫਾਰਮਰ ਇਹਦੇ ਸਟਾਫਰ ਰਹੇ ਨੇ ਤੇ ਗਰੁੱਪ ਮੈਂਬਰਸ ਨੇ ਉਹ 'ਚ ਉਹਨਾਂ ਨੇ ਕਿਹਾ ਕਿ ਗੈਫਰਡਸ ਕਲੋਜ਼ ਟਾਈ ਟੂ ਦਾ ਫਾਊਂਡੇਸ਼ਨ ਹੈਵ ਇਨਫਲੂਐਂਸਡ ਹਰ ਪੋਲੀਟੀਕਲ ਐਂਬੀਸ਼ਨਸ, ਕਿ ਸਭ ਕੁਝ ਜੁੜਿਆ ਹੋਇਆ ਹੈ। The main people working on the campaign were her family members who are also members of the cult. A former campaign volunteer told Newsweek, suggesting that money was being filtered to her from the Science of Identity Foundation. The whole thing was a fraud. ਅਮਰੀਕਾ 'ਚ ਐਵੇਂ ਨਹੀਂ ਜਿਹੜਾ, ਕਿਉਂਕਿ ਕੱਲ ਨੂੰ इन्हें सू भी हो सकता है न्यूज़ वीक और दूसरा सो जे इस लैवल दी, और उन्हें बड़ी डिटेल स्टोरी है, मैं तो जस्ट ਜਿਹੜੇ इंटरस्टिड ने इस हैडलाइन के थले जाके देख सकते हैं, पर ये सामने आया। फिर उन्हें कहा न्यूज़ वीक ने कि असी उन्होंने वी रीच्ड आउट फॉर कमेंट टू गैबर्ड, हर हसबैंड अब्राहम विलियम्स, इंडिविजुअल्स हु हैव वर्कड ऑन हर कैंपेन्स, the Department of Justice and purported Science of Identity Foundation group in which she also has ties, as well as those who have been identified as SIF members. पर उन्होंने कहा रिपीटेड और उन्होंने अगों कहा कि ट्रंप उन्होंने किमें डिफेंड करता है और किमें उन्हें एडमिट किया होया कि भाई मेरा पार्ट की है। उन्होंने कहा भी न्यूज़ वीक हैड हर्ड बैक फ्रॉम गैबर्ड्स फादर्स ऑफिस कि जिथे उसका प्यो है, उन्हें वापस कॉल की हवाई स्टेट सैनेटर माइक गैबर्ड, वो भी स्टेट सैनेटर है, आफ्टर रीचिंग आउट बाय फोन, बट व्हेन आस्क्ड डायरेक्ट क्वेश्चंस ओवर ईमेल एज रिक्वेस्टेड ही डिडंट रिस्पॉन्ड, कि भी जदों उन्होंने सीधे सवाल पूछे गए वो फिर दौड़ गया, उन्हें कोई जवाब नहीं दिते। फिर उन्हें इसकी बैकग्राउंड दी है भी जो कल्ट है साइंस ऑफ आइडेंटिटी फाउंडेशन, ये 1970 ਦੇ ਵਿੱਚ ਉਹੀ 1960 ਚ ਹਿੱਪੀ ਕਲਚਰ ਜਦੋਂ ਆਂਦਾ ਫਿਰ 1970 ਚ ਸਾਰੇ ਫਲਰਿਸ਼ ਕਰਦੇ ਨੇ। ਉਸੇ ਦੌਰੇ ਦੇ ਵਿੱਚ ਹੀ ਮੈਂ ਜਿਹੜੇ ਭਾਰਤ ਦੇ ਫਰਾਡ ਯੋਗੀ ਆਏ ਉਹਨਾਂ ਨੇ ਕਿਹਾ ਕਿ ਵੀ ਇਹ 1970 ਚ ਫਿਰ ਕ੍ਰਿਸ ਬਟਲਰ ਨਾਂ ਦੇ ਨੇ ਇਹਨੂੰ ਫਾਊਂਡ ਕਰਨ ਵਾਲਾ ਤਾਂ ਕਲਟ ਨੂੰ ਏਸੀ ਭਗਤੀ वेदांता स्वामी प्रभुपदा एंड हरे कृष्ण मूवमेंट, ये हरे रामा हरे कृष्णा मूवमेंट और ये जी भगती वेदांता स्वामी प्रभुपदा मूवमेंट सी, इहदे चों ये कल्ट निकलिया। पर इनू फिर क्रिस बटलर ने लैके साइंस ऑफ आइडेंटिटी फाउंडेशन के थले क्या ब्रोक ऑफ इन हिज ओन ग्रुप विद फॉलोअर्स फ्रॉम हवाई, आस्ट्रेलिया एंड साउथ ईस्ट एशिया, कि इन्हां दे जिहड़े चेले ने वो हवाई च ने, आस्ट्रेलिया च ने ते साउथ ईस्ट एशिया च ने। और ये उन्हें कहा भी 50 सालों तो इस कल्ट दे पोलीटिकल एंबीशन ने, और उन्होंने एक पोलीटिकल पार्टी भी बनाई सी एक स्टेज के उत्ते, इंडिपेंडेंट्स फॉर गॉडली गवर्नमेंट, रब दी सरकार है ना, कि भी ये उन्होंने एक पोलीटिकल पार्टी मैंबर्स रैन फॉर लोकल ऑफिस, इन्ना पैसा उन्हें इकट्ठा किया होना है, उन्होंने लोकल कौंसल और दूजिया भी रन करवाया। एंड इन 1977 the Honolulu Advertiser published a series about them called The Secret Spiritual Base of a New Political Force. Secret क्योंकि मनी इधरों जा रही है, एम्बिशन हो रहा है। उन्हें जड़ा उदा लीडर है बटलर, क्रिस बटलर, वो अपने आप को उन्हें भगवान हरे रामा या हरे कृष्णा बनाया होना है, क्रिश्चियन वर्जन, और ये सारे दे। और उन्होंने कहा एंड द गैबर्ड फैमिली वॉज एट द सेंटर ऑफ बटलर्स मूवमेंट, कि उहदी मूवमेंट के सेंटर दे विच गैबर्ड दी सारी। फिर उन्होंने पूरी हिस्टरी दी है। माइक कैरल, तुलसी गैबर्ड बिगेन देयर पोलीटिकल करियर इन अर्ली 2000 दे विच पोलीटिकल करियर शुरू किया। कैरल जिहड़ी है उन्हें सीट हवाई स्टेट बोर्ड ऑफ एजुकेशन
ਜਿੱਤੀ, ਮਾਈਕ ਤੇ ਤੁਲਸੀ ਦੋਨਾਂ ਨੇ ਇਲੈਕਸ਼ਨ 2002 ਜਿੱਤੀਆਂ। ਫਿਰ ਇਹ ਸੈਕੰਡ ਐਨੋਨਿਮਸ ਸੋਰਸ ਟੋਲਡ ਨਿਊਜ਼ਵੀਕ that Butler was instrumental in their political career and gave advice quote unquote ਦਿੱਤਾ ਹੈ ਕਿ ਵੀ ਐਡਵਾਈਸ ਨਹੀਂ, ਪੈਸਾ ਹੈ ਕਿ ਵੀ ਉਹ ਜਿਹੜਾ ਬਟਲਰ ਹੈ ਜਿਹੜਾ ਇਸ ਕਲਟ ਨੂੰ ਹੈਡ ਕਰਦਾ ਹੈ ਉਹਨੇ ਇਹਨੂੰ ਖੜਾ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਵੀ ਜਦੋਂ ਇਹ 21 ਸਾਲਾਂ ਦੀ ਸੀ ਗੈਬਰਟ ਤੇ ਇਹ ਹਵਾਈ ਸਟੇਟ ਹਾਊਸ ਰਿਪਰੈਜ਼ੈਂਟੇਟਿਵ ਦੀ ਮੈਂਬਰ ਬਣੀ, ਫਿਰ ਨੈਸ਼ਨਲ ਗਾਰਡ, ਫਿਰ ਗੈਬਰਟ ਰੈਨ ਇਨ ਦਾ ਸੀਟ US ਕਾਂਗਰਸ ਦੇ ਵਿੱਚ ਔਰ 2012 ਚ ਜਿੱਤੀ। 4 ਟਰਮਸ ਕਾਂਗਰਸ ਵੂਮਨ ਰਹੀ ਹੈ, 2 ਸਾਲ ਟਰਮ ਹੁੰਦੀ ਹੈ। ਔਰ ਫਿਰ ਜਿਹੜਾ ਉਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਐਂਟਾਇਰ ਮੈਂਬਰਸ਼ਿਪ ਹੈ ਇਸ ਕਲਟ ਦੀ ਇਹ ਉਹਦਾ ਸਟਾਫ ਦੇ ਨਾਲ ਹੀ ਜੁੜੀ ਹੋਈ ਹੈ। ਕੈਂਪੇਨ ਟੂਰ, ਹਵਾਈ, ਇਹ ਸਾਰੀ ਜਿਹੜੇ ਸਾਡੇ ਵੀਰ ਭੈਣਾਂ ਦਿਲਚਸਪੀ ਰੱਖਦੇ ਨੇ ਔਰ ਇਸ ਦੇ ਉੱਤੇ ਉਹਨਾਂ ਨੇ ਪੂਰੀ ਡੀਟੇਲ ਦਿੱਤੀ ਹੈ ਵੀ ਇਹਦੇ 'ਚ ਕੌਣ ਹੋਰ ਸ਼ਾਮਲ ਨੇ, ਇਹਨਾਂ ਦਾ ਪੈਟਰਨ ਕੀ ਹੈ ਔਰ ਦੂਜੀ ਸਾਈਡ ਜਾਣਨ ਲਈ ਵੀ ਇਹਨਾਂ ਨੇ ਪਹੁੰਚ ਕੀਤੀ। ਪਰ ਕਿਉਂਕਿ ਜਿਹੜੇ ਕਲਟ ਔਰ ਦੂਸਰੇ ਹੁੰਦੇ ਨੇ ਬਹੁਤ ਸੀਕ੍ਰੇਟਿਵ ਹੁੰਦੇ ਨੇ, ਪਰ ਇਸ 'ਚ ਮੈਂ ਸਮਝਦਾ ਵੀ ਇਹ ਨਿਊਜ਼ ਵੀਕ ਦੀ ਸਟੋਰੀ ਕਾਫੀ ਜਿਹੜਾ ਹਾਲਾਂ ਹੁਣ ਤੱਕ ਤਾਂ ਉਹਦਾ ਪੋਲੀਟੀਕਲ ਸਟੈਂਡ, ਨਿੱਕੀ ਹੇਲੀ ਨੇ ਤਾਂ ਉਹਦੀਆਂ ਪੋਲੀਟੀਕਲ ਜਿਹੜੀਆਂ ਨੇ ਕਿ ਵੀ ਉਹ ਤਾਂ ਕੱਲ੍ਹ ਤੱਕ ਪੁਤਿਨ ਦੀ ਸਪੋਰਟਰ ਸੀ, ਯੂਕਰੇਨ ਵਾਰ ਦੇ ਉੱਤੇ ਉਹਦੀ ਟੇਕ ਸੀ ਕਿ ਜੀ ਇਹ ਉੱਥੇ ਜਿਹੜੀ ਆ ਉਹ ਅਮਰੀਕਾ ਵਾਲੇ ਕੋਈ ਬਾਇਓ ਲੈਬ 'ਚ ਕੋਈ ਪ੍ਰੋਡਕਟ ਬਣਾ ਰਹੇ ਸੀ, ਇਸ ਲਈ ਪੁਤਿਨ ਨੇ ਕੀਤਾ। ਹੁਣ ਇਸ ਲੈਵਲ ਦੀ ਔਰਤ ਦੇ ਹਵਾਲੇ ਤੁਸੀਂ 18 ਨੈਸ਼ਨਲ ਸਿਕਿਉਰਿਟੀ ਏਜੰਸੀ ਵੀ ਅਮਰੀਕਾ ਦੀ ਔਰ CIA ਵੀ, ਇਹ ਇਟ ਵੋਂਟ ਬੀ ਐਕਸੈਪਟੇਬਲ। ਮੈਨੂੰ ਲੱਗਦਾ ਹੈ ਕਿ ਵੀ ਇਹ ਕਨਫਰਮੇਸ਼ਨ ਹੀ ਭਾਵੇਂ ਮੈਜੋਰਿਟੀ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਹੁਣ ਪ੍ਰੈਜ਼ੀਡੈਂਟ ਟਰੰਪ ਦਾ ਮੋਸਟ ਟਰਸਟਵਰਦੀ ਮਾਈਕ ਪੈਂਸ ਸੀ ਵਾਈਸ ਪ੍ਰੈਜ਼ੀਡੈਂਟ, ਇੰਡੀਆਨਾ ਜਿਹੜੀ ਸਾਰੀ ਸਟੇਟ ਹੀ ਰਿਪਬਲਿਕਨ ਹੈ। ਔਰ ਜਦੋਂ ਉਹਨੇ ਆਪਣੀ ਪਿਛਲੀ ਟਰਮ ਵੇਲੇ ਚਾਹਿਆ ਕਿ ਮਾਈਕ ਪੈਂਸ ਜਿਹੜੇ ਚੋਣ ਨਤੀਜਿਆਂ ਦੇ ਉੱਤੇ ਉਸ ਸਹੀ ਨਾ ਪਾਏ ਤੇ ਮਾਈਕ ਪੈਂਸ ਨੇ ਨਾ ਕਰ ਦਿੱਤੀ, ਕਿਉਂਕਿ ਬੇਸ਼ੱਕ ਉਹਨੇ ਟਰੰਪ ਦੇ ਹਰ ਡਿਸੀਜਨ ਨੂੰ ਡਿਫੈਂਡ ਕੀਤਾ, ਪਰ ਜਦੋਂ ਫਾਈਨਲ ਵੈਲਿਊਜ਼ ਇਹ ਅਮਰੀਕਾ ਦੇ ਵਿੱਚ ਹੁੰਦਾ ਹੈ, ਨੋ ਮੈਟਰ ਕੌਣ ਕਿਸ ਪਾਰਟੀ ਤੋਂ ਆਉਂਦਾ ਹੈ, ਜਦੋਂ ਨੈਸ਼ਨਲ ਇੰਟਰਸਟ ਆ ਜਾਂਦਾ ਹੈ, ਠੀਕ ਹੈ ਕੁਛ ਜਿਹੜੇ ਨੇ ਵਿਕਣ ਵਾਲੇ ਵੀ ਹੁੰਦੇ ਨੇ ਜਾਂ ਕਮਜ਼ੋਰ ਵੀ ਹੁੰਦੇ ਨੇ, ਪਰ ਇਹ ਜੇ ਅਮਰੀਕਾ ਅੱਜ ਜਿੱਥੇ ਖੜਾ ਹੈ ਉਹਦਾ ਕਾਰਨ ਇਹ ਹੈ ਵੀ ਇਨ ਦਾ ਐਂਡ ਜਿਹੜਾ ਨੈਸ਼ਨਲ ਇੰਟਰਸਟ ਹੈ ਔਰ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਹੈ, ਇੱਥੇ ਆਈਡੀਓਲੋਜੀਕਲ ਜੋ ਮਰਜ਼ੀ ਹੋਏ। ਤਾਂ ਅਸੀਂ ਸਮਝਦੇ ਹਾਂ ਵੀ ਇਹ ਤੁਲਸੀ ਗੈਫਰਡ ਔਰ ਕਾਸ਼ ਪਟੇਲ ਜਿਹਦੀ ਕੱਲ ਅਸੀਂ ਦੱਸਿਆ ਸੀ ਕਿ ਵੀ ਉਹਦੇ ਵੀ ਅਜੇ ਜਿਉਂ ਕਨਫਰਮੇਸ਼ਨ ਦੇ ਨੇੜੇ ਜਾਏਗਾ ਬਹੁਤ ਸਾਰੇ ਫਿਰ ਜਿਹੜੇ ਨੇ ਉਹ ਦੱਬੇ ਮੁਰਦੇ ਵੀ ਕੱਢ ਕੇ ਲਿਆਣਗੇ ਵੀ ਕਿੱਥੇ ਕੀ ਕਿਹਾ, ਕਿੱਥੇ ਨਿਚ ਮਾਰੀ, ਕਿੱਥੇ ਜਿਹੜਾ ਡਕਾਰ ਲਿਆ, ਕਿੱਥੇ ਹੋਰ ਕੀ ਕੀਤਾ। ਸੋ ਅਸੀਂ ਹੋਪ ਕਰਦੇ ਹਾਂ ਵੀ ਇਹ ਐਜ਼ ਐਨ ਅਮਰੀਕਨ, ਚਲੋ ਐਜ਼ ਏ ਸਿੱਖ ਤਾਂ ਆਲਰੇਡੀ ਅਸੀਂ ਤਾਂ ਸਟਰਗਲ ਕਰ ਹੀ ਰਹੇ ਹਾਂ ਆਪਣਾ, ਇਹ ਕੀ ਹੋਰ ਅੱਗੋਂ ਕਰ ਲੈਣਗੇ, ਪਰ ਈਵਨ ਐਜ਼ ਏ ਅਮਰੀਕਨ ਇਹ ਅਮਰੀਕਾ ਦੇ ਇੰਟਰਸਟ ਨਹੀਂ ਹੈ ਕਿ ਇਸ ਕਿਸਮ ਦੇ ਦਾਗੀ ਲੋਕ, ਇੱਕ ਹਿੰਦੂਤਵਾਦੀ ਧੀ ਔਰ ਇੱਧਰ ਕਲਟ ਦੇ ਨਾਲ ਜੁੜੀ ਹੋਈ ਤੇ ਦੂਸਰਾ ਜਿਹੜਾ ਉਹ ਬਿਲਕੁਲ ਉਹਨੂੰ ਜਸਟੀਫਾਈ ਕਰਨ ਵਾਲਾ ਇੱਕ ਪਲੇਸ ਆਫ ਵਰਸ਼ਿਪ ਨੂੰ 5 ਸਦੀਆਂ ਪੁਰਾਣੇ ਨੂੰ ਢਾਹ ਕੇ ਨਵਾਂ, ਔਰ ਇਹ ਕਹਿਣ ਵਾਲਾ ਜੀ ਇਹ ਤਾਂ ਸਟਰਗਲ 5 ਸਦੀਆਂ, ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਜਿਹੜਾ ਅਮਰੀਕਨ ਡ੍ਰੀਮ ਹੈ, ਅਮਰੀਕਨ ਲਿਬਰਟੀ ਹੈ, ਜਸਟਿਸ ਦੀ ਸਪਿਰਿਟ ਹੈ, ਇਸ ਦੇ ਖਿਲਾਫ ਨੇ ਔਰ ਇਹ ਅਮਰੀਕਨ ਇੰਟਰਸਟ ਨੂੰ ਹਾਰਮ ਕਰਨਗੇ ਜੇ ਇਹਨਾਂ ਚੋਂ ਦੋਨਾਂ ਚੋਂ ਕੋਈ ਵੀ ਜਿਹੜਾ ਹੈ ਉਹ ਆਪਣੇ ਅਹੁਦੇ ਤੱਕ ਪਹੁੰਚ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ estate ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਾਰਤ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਕੋਟਸਵੋਰਥ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਵੀਅਰਸ ਇਉਂ ਜਾਪਦਾ ਹੈ ਕਿ ਜਿਹੜਾ ਅਮਰੀਕਾ ਤੋਂ ਖੌਫਜ਼ਦਾ ਭਾਰਤ ਨੇ ਹੁਣ ਚੀਨ ਸਾਹਮਣੇ ਪੂਰੀ ਤਰ੍ਹਾਂ ਆਪਣੇ ਜਿਹੜੇ ਗੋਡੇ ਨੇ ਉਹ ਟੇਕ ਦਿੱਤੇ ਨੇ। ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਕਹਿਣਾ ਹੈ ਕਿ ਚੀਨ ਨਾਲ ਸਬੰਧ ਜਿਹੜੇ ਹੁਣ ਠੀਕ ਪਟੜੀ ਤੇ ਜਿਹੜੇ ਨੇ ਉਹ ਚੜ ਗਏ ਨੇ। ਸੋ ਲੋੜ ਵੇਲੇ ਗਧੇ ਨੂੰ ਬਾਪ ਕਹਿਣ ਦਾ ਜਿਹੜਾ ਮੁੱਢ ਹੈ ਇਹਨਾਂ ਤੋਂ ਹੀ ਬੱਝਾ ਜਾਪਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਗੱਲ ਤਾਂ ਤੁਸੀਂ ਠੀਕ ਕਹੀ, ਗਧੇ ਨੂੰ ਪਿਓ ਕਹਿਣਾ ਤੇ ਜਦੋਂ ਵੇੜਾ ਲੰਘ ਗਿਆ ਫਿਰ ਪਿਓ ਨੂੰ ਗਧਾ ਕਹਿਣਾ, ਇਹ ਇਹਨਾਂ ਚੋਂ ਹੀ ਆਇਆ ਔਰ ਇਹ ਵਾਕਈ ਇਹਨਾਂ ਚੋਂ ਆਇਆ। ਕਿਉਂਕਿ ਜਦੋਂ ਅਸੀਂ ਚਾਣਕਿਆ ਨੀਤੀ ਦੇ 4 ਹਥਿਆਰ ਦੇਖਦੇ ਹਾਂ ਤੇ ਉਸ ਦੇ ਵਿੱਚ ਸਾਮ ਪਹਿਲਾ, ਸਾਮ ਦਾਮ ਦੰਡ ਭੇਦ ਹੈ। ਔਰ ਸਾਮ ਦਾ ਮਤਲਬ ਹੀ ਇਹ ਹੈ ਕਿ ਸ਼ਰਨ ਚ ਚਲੇ ਜਾਣਾ। ਔਰ ਗੁਰਬਾਣੀ ਚ ਵੀ ਸਾਮ ਲਫ਼ਜ਼ ਦਾ ਇਸਤੇਮਾਲ ਹੋਇਆ ਕਿ ਵੀ ਥੱਕ ਆਏ ਪ੍ਰਭ ਕੀ ਸਾਮ, ਤੀਨ ਦੁਦੈ ਤੇ ਬਾਹਰੀ ਕਿਤੈ ਨ ਕਾਵੇ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਥੱਕ ਆਏ ਪ੍ਰਭ ਕੀ ਸਾਮ, ਕਿ ਜਿੰਨਾ ਮਰਜ਼ੀ ਭਟਕ ਲੋ ਅਲਟੀਮੇਟਲੀ ਤੁਹਾਨੂੰ ਰੱਬ ਦੀ ਸ਼ਰਨ ਚ ਆਉਣਾ ਪੈਣਾ। ਤੇ ਇਧਰ ਚਾਣਕਿਆ ਆਪਣੀ ਕੂਟਨੀਤੀ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਵੀ ਜਦੋਂ ਤੁਹਾਨੂੰ ਲੱਗੇ ਵੀ ਦੂਸਰਾ ਤਾਕਤਵਰ ਹੈ ਔਰ ਤੁਹਾਡਾ ਜਿਹੜਾ ਉਹ ਪੁੱਗ ਨਹੀਂ ਸਕਦਾ, ਉਹਦੇ ਪੈਰ ਫੜ ਲਓ। ਔਰ ਇਸ ਨੂੰ ਹੀ ਜਿਹਨੂੰ ਜਦੋਂ ਮੈਂ ਇੱਕ 18th ਸੈਂਚਰੀ ਦਾ ਕਿਸੇ ਦਾ ਐਨਾਲਿਸਿਸ ਗੋਰੇ ਦਾ ਜਿਹਨੇ ਇਹਨਾਂ ਦੇ ਕਰੈਕਟਰ ਬਾਰੇ ਬਿਆਨਿਆ ਸੀ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਜਾਂ ਤੁਹਾਡੇ ਗਲ ਨੂੰ ਪੈਣਗੇ ਜਾਂ ਤੁਹਾਡੇ ਪੈਰੀਂ ਪੈਣਗੇ। ਔਰ ਇਹ ਜੇ ਤੁਸੀਂ ਇਹਨਾਂ ਦੀ 3-3.5 ਸਾਲ ਦੀ ਸਰਵਾਈਵਲ ਦੇਖੋ ਤੇ ਇਸੇ ਸਿਸਟਮ ਦੇ ਉੱਤੇ ਹੀ ਖੜੀ ਹੈ। ਔਰ ਦਿਲਚਸਪ ਗੱਲ ਇਹ ਹੈ ਵੀ ਮੈਂ ਪਿਛਲੇ ਦਿਨਾਂ 'ਚ ਇੱਕ ਚਰਚਲ, ਵਿੰਸਟਨ ਚਰਚਲ, ਜਿਹੜਾ ਬਹੁਤ ਵੱਡਾ ਹਿਸਟੋਰੀਅਨ ਵੀ ਸੀ ਔਰ ਜਿਸ ਨੂੰ ਲਿਟਰੇਚਰ ਦੇ ਵਿੱਚ ਵੀ ਨੋਬਲ ਪ੍ਰਾਈਜ਼ ਮਿਲਿਆ ਹੋਇਆ, UK ਸੈਕੰਡ ਵਰਲਡ ਵਾਰ 'ਚ ਜੇ ਵਿਕਟਰੀ 'ਚ ਲੈ ਕੇ ਗਿਆ ਉਹੀ ਲੈ ਕੇ ਗਿਆ। ਉਹਦੀ ਐਲਬਰਟ ਹਾਲ ਲੰਡਨ ਦੇ ਵਿੱਚ 1931 ਦੀ ਇੱਕ ਸਪੀਚ ਹੈ ਜਦੋਂ ਕਿ ਗਾਂਧੀ ਇਰਵਿਨ ਪੈਕਟ ਹੋ ਕੇ ਹਟਿਆ ਸੀ ਜਾਂ ਦੂਜਾ। ਔਰ ਮੈਨੂੰ ਹੈਰਾਨੀ ਹੈ ਵੀ ਕਿਸ ਲੈਵਲ ਦੇ ਲੋਕ ਜਿਹੜੇ ਨੇ ਉਹ ਪੈਦਾ ਕੀਤੇ ਨੇ, ਜਿਹੜੇ ਕਿੰਨੇ ਫਾਰ ਸਾਈਟਡ ਨੇ। ਉਹ ਜਦੋਂ ਗਾਂਧੀ ਦੇ ਕਰੈਕਟਰ ਨੂੰ ਬਿਆਨ ਰਿਹਾ ਹੈ ਜਾਂ ਜੇ ਕਿਉਂਕਿ 1931 'ਚ ਸਾਈਮਨ ਕਮਿਸ਼ਨ ਵਾਪਸ ਜਾ ਕੇ ਉਹਦੀ ਰਿਪੋਰਟ ਸੀ, ਗਾਂਧੀ ਪਲੇ ਕਰ ਰਿਹਾ ਸੀ, ਡਰਾਵੇ ਦੇ ਰਿਹਾ ਸੀ। ਇਰਵਿਨ ਦੇ ਨਾਲ ਉਹਨਾਂ ਦਾ ਗਵਰਨਰ ਜਨਰਲ ਸੀ, ਉਹਦੇ ਨਾਲ ਪੈਕਟ ਕੀਤਾ ਗਾਂਧੀ ਨੇ। ਔਰ ਮੈਂ ਉਹ ਸਪੀਚ ਕੱਢੀ ਹੈ, ਮੈਂ ਕਿਸੇ ਦਿਨ ਉਹਨੂੰ ਡਿਸਕਸ ਕਰਾਂਗਾ। ਤਾਂ ਉਦੋਂ ਚਰਚਲ ਜਿਹੜਾ ਉਹਨੂੰ ਬ੍ਰੈਹਮਨਿਕਲ ਥਿਓਕਰੇਸੀ ਕਹਿ ਰਿਹਾ ਸੀ। ਉਹਨੇ ਕਿਹਾ ਜੇ ਅਸੀਂ ਵਿਦਡਰਾ ਹੁੰਦੇ ਆ ਤੇ ਇਹ ਬ੍ਰੈਹਮਨਿਕਲ ਥਿਓਕਰੇਸੀ ਦੇ ਥੱਲੇ ਰੂਲ ਹੋਏਗਾ, ਜਿਹਦੇ ਥੱਲੇ ਜਿਹੜੇ 6 ਕਰੋੜ ਉਦੋਂ ਆਬਾਦੀ ਦਲਿਤਾਂ ਦੀ ਉਹ ਕਿਵੇਂ ਕਰਨਗੇ, 7 ਕਰੋੜ ਮੁਸਲਮਾਨਾਂ ਨਾਲ ਕੀ ਬਿਹੇਵ ਹੋਏਗਾ। ਉਹਨਾਂ ਨੇ ਕਿਹਾ ਵੀ ਇਹ ਬ੍ਰਾਹਮਣ ਜਿਹੜੇ ਨੇ ਇੱਕ ਪਾਸੇ ਤਾਂ ਤੁਹਾਡੇ ਨਾਲ ਆ ਕੇ ਆਰਗੂ ਕਰਨਗੇ ਲੌਜਿਕ ਤੇ ਬੇਸ, ਪਰ ਇਹ ਜਿਵੇਂ ਟ੍ਰੀਟ ਕਰਦੇ ਨੇ ਉਹਨਾਂ ਨੂੰ, ਦਲਿਤਾਂ ਨੂੰ ਔਰ ਦੂਸਰਿਆਂ ਨੂੰ, ਵੀ ਇਹਨਾਂ ਦੇ ਨੇੜਿਓਂ ਹੀ ਹਿਊਮੈਨਿਟੀ ਨਹੀਂ ਲੰਘੀ ਹੋਈ। ਔਰ ਇਹੀ ਗੱਲ ਅੱਜ ਸਾਡੇ ਵੀਰ ਸੁਖਵਿੰਦਰ ਸਿੰਘ ਵਾਇਸ ਆਫ ਖਾਲਸਾ ਜਿਹੜੇ ਰੇਡੀਓ TV ਰਨ ਕਰਦੇ ਨੇ, ਉਹਨਾਂ ਨੇ ਬੜੀ ਦਿਲਚਸਪ ਗੱਲ ਕਹੀ ਕਿ ਉਹਨਾਂ ਨੇ ਕਿਹਾ ਕਿ ਜੀ ਇਹ ਸਿੱਖਾਂ ਨੂੰ ਕਿਉਂ ਸਮਝ ਨਹੀਂ ਆਈ ਕਿ ਵੀ ਮੁੱਢਲੇ ਦਿਨਾਂ ਤੋਂ ਹੀ, ਭਾਵੇਂ ਪਹਿਲੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੁਣ ਤੱਕ ਵੀ ਇਹ ਬਾਕੀ ਕਿਸੇ ਨਾਲ ਵੀ ਸਮਝੌਤਾ ਕਰ ਲੈਣਗੇ, ਲੰਮੇ ਪੈ ਜਾਣਗੇ, ਕੋਈ ਕਰਨਗੇ, ਇਹਨਾਂ ਨੇ ਸਿੱਖਾਂ ਨੂੰ ਟੋਲਰੇਟ ਨਹੀਂ ਕਰਨਾ। ਕਿਉਂਕਿ ਜਿਹੜੀ ਥਾਟ ਪ੍ਰੋਸੈਸ ਹੈ, ਮੈਂ ਕਿਹਾ ਜੀ ਇਸੇ ਲਈ ਗੁਰੂ 10ਵੇਂ ਪਾਤਸ਼ਾਹ ਨੇ ਵੀ ਜਾਬੇ ਗਏ ਵਿਪਰਨ ਕੀ ਰੀਤ ਇਹ ਗੱਲ ਸਮਝਾਈ। ਨਾਲ ਦੀ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਆਸਾ ਦੀ ਵਾਰ ਜਦੋਂ ਅਸੀਂ ਪੜ੍ਹਦੇ ਹਾਂ ਕਿ ਵੀ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਤੇ ਜੇ ਨਹੀਂ ਉਹਨਾਂ ਦੀ ਉਮਤ ਹੀ ਜਿਹੜੀ ਆ ਉਹਨਾਂ ਨੂੰ ਸਮਝ ਤੋਂ ਆਪਣੇ ਆਪ ਨੂੰ ਉਹਨਾਂ ਨੇ ਦੂਰ ਰੱਖਿਆ, ਤੇ ਹੁਣ ਇਹਦਾ ਕਸੂਰ ਤਾਂ ਕਿਸੇ ਦਾ ਨਹੀਂ ਨਾ ਹੈ। ਕਬੀਰ ਸਤਿਗੁਰ ਸਾਚਾ ਕਿਆ ਕਰੇ,
ਜਾਂ ਸਿੱਖਾਂ ਮੈਂ ਚੂਕ। ਹੁਣ ਇਸ ਹਵਾਲੇ ਨਾਲ ਮੈਂ ਦੇਖ ਰਿਹਾ ਵੀ ਤੁਸੀਂ ਟਰੰਪ ਦੇ ਆਉਣ ਤੋਂ ਪਹਿਲਾਂ ਜਾਂ ਬਾਈਡਨ ਦੇ ਜਿਹੜਾ ਪਹਿਲੇ ਪੀਰੀਅਡ 'ਚ ਇੰਡੀਆ ਦਾ ਚਾਈਨਾ ਪ੍ਰਤੀ ਰਵੱਈਆ ਦੇਖੋ, ਬਿਆਨਬਾਜ਼ੀਆਂ, ਕਿਸ ਕਿਸਮ ਦਾ ਫੋਕਾ ਪ੍ਰਾਈਡ, ਯੂਰਪ ਨੂੰ ਅੱਖਾਂ ਦਿਖਾਣੀਆਂ, ਅਮਰੀਕਾ ਨੂੰ ਅੱਖਾਂ ਦਿਖਾਣੀਆਂ, ਯੂਕਰੇਨ ਵਾਰ ਨੂੰ ਜਸਟੀਫਾਈ ਕਰਦੇ ਆ ਕਿ ਰਸ਼ੀਆ ਨੂੰ ਅਸੀਂ ਦੇ ਰਹੇ ਹਾਂ, ਤੁਸੀਂ ਯੂਰਪ ਨੂੰ ਅਸੀਂ ਜੇ ਵੇਚ ਰਹੇ ਹਾਂ ਤਾਂ ਸਾਡਾ ਹੱਕ ਹੈ, ਅਸੀਂ ਕਿਸੇ ਦੇ ਦੁਬੇਲ ਨਹੀਂ, ਅਸੀਂ ਵਿਸ਼ਵ ਗੁਰੂ ਬਣ ਗਏ, ਅਸੀਂ ਫਲਾਣਾ ਢਿਮਕਾ। ਪਰ ਹੁਣ ਉਹ ਸਾਰੇ ਤੁਸੀਂ ਸਫ਼ਰ ਨੂੰ ਦੇਖੋ ਵੀ ਕਿੱਥੋਂ ਹੁੰਦੇ ਹੁਣ ਜਦੋਂ ਦਾ ਟਰੰਪ ਆਇਆ, ਔਰ ਟਰੰਪ ਨੇ ਜ਼ਾਹਰ ਹੈ 2-3 ਗੱਲਾਂ ਜਿਹਦੇ 'ਚ ਉਹਨੇ ਜਿਹੜੀ ਇੱਕ ਸਟੇਟਮੈਂਟ 3 ਦਿਨ ਪਹਿਲਾਂ ਆਈ, ਬ੍ਰਿਕਸ, ਹੁਣ ਉਹੀ ਇੰਡੀਆ ਜਿਹੜਾ ਇਤਰਾ ਰਿਹਾ ਸੀ ਬਾਕੀਆਂ ਦੇ ਨਾਲ ਬ੍ਰਿਕਸ ਦੇ ਵਿੱਚ ਜਾ ਕੇ ਵੀ, ਔਰ ਪੈਰਲਲ ਕਰੰਸੀ, ਹੁਣ ਬ੍ਰਿਕਸ ਤਾਂ ਹੈ ਹੀ 5 ਮੁਲਕ ਨੇ, ਹੁਣ ਭਾਵੇਂ ਉਹਨੂੰ ਐਕਸਪੈਂਡ ਕਰਕੇ 40 ਬਣਾ ਲਏ ਨੇ, ਲੇਕਿਨ ਮੁੱਢਲੇ ਤੌਰ ਤੇ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਉਹਦੀ ਕਰੰਸੀ ਫਲੋਟ ਕਰਨ ਦੀ ਗੱਲ ਆਈ, ਔਰ ਟਰੰਪ ਨੇ ਦਬਕਾ ਮਾਰਿਆ, ਉਹਨੇ ਕਿਹਾ ਜੇ ਡਾਲਰ ਦੇ ਬਰਾਬਰ ਕਿਸੇ ਨੇ ਜਾਂ ਕੁਝ ਕੀਤਾ ਤਾਂ ਸਭ ਉਡਾ ਦੇਾਂਗੇ ਅਸੀਂ। ਔਰ ਨਾ ਜੇ ਚਾਈਨਾ ਬੋਲਿਆ ਉਸ ਦੇ ਉੱਤੇ, ਨਾ ਰਸ਼ੀਆ, ਉਹ ਤਾਂ ਦੇਖ ਰਹੇ ਨੇ ਉਹ ਆਪਣੇ ਤੌਰ ਦੇ ਉੱਤੇ ਪਾਵਰਸ ਨੇ ਉਹ ਰਿਐਕਟ। ਐਸ ਜੈ ਸ਼ੰਕਰ ਨੇ ਐਨ ਉਦੋਂ ਹੀ ਕਿਹਾ ਜੀ ਸਾਡਾ ਬਿਲਕੁਲ ਕੋਈ ਨਹੀਂ ਹੈ, ਸਾਡਾ ਬਹੁਤ ਯਕੀਨ ਡਾਲਰ ਤੇ, ਅਸੀਂ ਤੁਹਾਡੇ ਹਜ਼ੂਰ ਸਾਡੇ ਮਾਈ ਬਾਪ, ਅਸੀਂ ਬਿਲਕੁਲ ਕਰੰਸੀ ਨਾਲ ਕੋਈ ਵਾਹ ਵਾਸਤਾ ਨਹੀਂ। ਹੁਣ ਇਧਰੋਂ ਉਧਰ ਨੂੰ ਦੌੜ ਗਏ। ਹੁਣ ਚਾਈਨਾ ਦੇ ਨਾਲ ਜਿਸ ਕਿਸਮ ਦੇ ਤੁਸੀਂ ਪਿਛਲੇ ਐਸ ਜੈ ਸ਼ੰਕਰ ਦੇ ਬਿਆਨ ਕੁਝ ਪੀਰੀਅਡ ਤੋਂ ਦੇਖ ਰਹੇ ਹੋ, ਤਾਂ ਲੱਗਦਾ ਪਹਿਲਾਂ ਤਾਂ ਇਹ ਹੋਇਆ ਕਿ ਜੀ ਇੱਕਦਮ ਖਬਰ ਆ ਗਈ ਕਿ ਜੀ ਹੋ ਗਿਆ ਉਹ ਪ੍ਰੀ ਡੈਪਚੋਂਗ ਪ੍ਰੀ ਪੋਜੀਸ਼ਨ ਚਲੇ ਗਏ, ਪਰ ਕੋਈ ਉਹਦੇ ਤੇ ਅਧਿਕਾਰਤ ਬਿਆਨ ਨਹੀਂ, ਕੋਈ ਪਾਰਟ ਨਹੀਂ ਕਿ ਵੀ ਜਿਹੜੇ ਪੈਟਰੋਲਿੰਗ ਪੁਆਇੰਟ ਸੀ, ਜਿਹੜੇ ਕਿੰਨਾ 4000 ਸਕੁਅਰ ਕਿਲੋਮੀਟਰ ਚੀਨ ਦੇ ਅੰਦਰ ਆਉਣ ਦੀ ਗੱਲ, ਜਿਹੜੇ ਇਹਨਾਂ ਦਾ ਆਪਣਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਕਹਿੰਦਾ ਵੀ ਉਸ ਦੇ ਉੱਤੇ ਤੁਹਾਡੀ ਕੀ ਟੇਕ ਹੈ, ਕਿੱਥੇ ਆਓ, ਤੁਸੀਂ ਦੱਸੋ ਸਹੀ, ਕੀ ਸਮਝੋ, ਕੁਝ ਨਹੀਂ। ਹੁਣ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਪਹਿਲੇ ਤਾਂ 2-4 ਦਿਨ ਅਡਾਨੀ ਨੂੰ ਲੈ ਕੇ ਔਰ ਦੂਸਰੇ ਮੁੱਦਿਆਂ ਦੇ ਉੱਤੇ ਸਟੇਲਮੇਟ ਸੀ, ਹੋਇਆ ਨਹੀਂ। ਹੁਣ ਜਦੋਂ ਇਹਦਾ ਸੈਸ਼ਨ ਹੁੰਦਾ ਹੈ ਤੇ ਇਹ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਬਿਆਨ ਦਿੰਦਾ, ਨਾਲ ਦੀ ਨਾਲ ਓਮ ਬਿਰਲਾ ਸਪੀਕਰ ਕਹਿੰਦਾ ਵੀ ਇਹਦੇ ਤੇ ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ। ਹੁਣ ਇਹ ਇੰਡੀਆ ਚਾਈਨਾ ਹੈਵ ਸੈਟ ਟਾਈਜ਼ ਔਨ ਰਾਈਟ ਟਰੈਕ, ਐਸ ਜੈ ਸ਼ੰਕਰ। External Affairs Minister makes a statement on LAC agreement confirming disengagement is done. Speaker disallows questions. ਹੁਣ ਤਾਂ ਇਹ ਹੈ ਇਹਨਾਂ ਦੀ ਡੈਮੋਕ੍ਰੇਸੀ ਕਿ ਵੀ ਤੁਸੀਂ ਇੰਨਾ ਵੱਡਾ ਜਿਹਦੇ ਚ ਤੁਹਾਡੇ ਬੰਦੇ ਮਰੇ, ਫੌਜੀ, ਪਹਿਲਾਂ ਦਾ 2020 ਦੇ ਵਿੱਚ ਗਲਵਾਨ ਵੈਲੀ ਚ ਟੈਰੀਟਰੀ ਤੁਹਾਡੀ ਗਈ, ਤੁਸੀਂ ਕਹਿੰਦੇ ਹੋ ਜੀ ਸਮਝੌਤਾ ਅਸੀਂ ਚੀਨ ਦੇ ਨਾਲ ਬਿਲਕੁਲ ਰਾਈਟ ਟਰੈਕ ਤੇ ਆ ਗਿਆ, ਡਿਸਐਂਗੇਜਮੈਂਟ ਹੋ ਗਈ, ਸਟੇਟਮੈਂਟ ਦੇ ਰਿਹਾ। ਹੁਣ ਸਵਾਲ ਚੋਂ ਹੀ ਹਕੀਕਤ ਬਾਹਰ ਆਣੀ ਹੈ। ਬਿਲਕੁਲ। ਪਰ ਸਪੀਕਰ ਨੇ ਕਿਹਾ ਜੀ ਇਹ ਐਸ ਜੈ ਸ਼ੰਕਰ ਦਾ ਬਿਆਨ, ਇਹਦੇ ਤੇ ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ। ਇਹ ਹੈ ਇਹਨਾਂ ਦਾ ਲਾਈਨ। ਔਰ ਉਹਨੇ ਫਿਰ ਅੱਗੋਂ ਕਿਹਾ ਕਿ ਜੀ ਇੰਡੀਆ ਚਾਈਨਾ ਸੈਟ ਟਾਈਜ਼, ਡਾਇਰੈਕਸ਼ਨ ਆਫ ਇੰਪਰੂਵਮੈਂਟ, ਔਰ ਅਸੀਂ ਅੱਗੇ ਲੈ ਕੇ ਗਏ ਹਾਂ ਇਸ ਸਾਰੇ ਨੂੰ। ਹੁਣ ਜਿਹੜਾ ਉਹ ਸਾਰਾ ਜਿਹੜਾ ਸੂ ਮੋਟੋ ਨੋਟਿਸ ਇਸ ਦੇ ਉੱਤੇ ਲੈਂਦੇ ਆ ਉਹਨੇ ਬਿਆਨ ਦਿੱਤਾ। Om Birla refused requests from the opposition for any questions or clarification to the statement in parliament. ਉਹਨੇ ਸਪੀਕਰ ਨੇ ਕਿਹਾ ਕਿ ਜੀ ਇਹਦੇ ਤੇ ਅਸੀਂ ਕੋਈ ਸਵਾਲ ਜਾਂ ਕੋਈ ਕਲੈਰੀਫਿਕੇਸ਼ਨ ਤੁਸੀਂ ਨਹੀਂ ਲੈ ਸਕਦੇ। ਔਰ ਇਹ ਉਹਨੇ ਕਿਹਾ ਜੀ ਅਸੀਂ LAC ਤੋਂ ਜਿਹੜੀ ਡਿਸਐਂਗੇਜਮੈਂਟ ਹੈ all friction points ਤੋਂ fully achieved, ਜੇ fully achieved ਹੈ ਤੇ ਦਿਖਾਓ ਗਰਾਊਂਡ ਤੇ, ਸਵਾਲਾਂ ਦਾ ਜਵਾਬ ਦਿਓ ਕਿ ਭਾਈ ਡੈਪਸੋਂਗ ਕੀ ਹੈ, ਡੈਪਚੋਂਗ ਕੀ ਹੈ, ਪੈਂਗਸੋਂਗ ਲੇਕ ਤੇ ਕੀ ਹੈ, ਈਸਟਰਨ ਲਦਾਖ ਚ ਕੀ ਹੈ, ਡੋਕਲਾਮ ਦੇ ਉੱਤੇ ਤੁਹਾਡੀ ਕੀ ਪੋਜੀਸ਼ਨ ਹੈ ਜਿਹਦੇ ਤੇ ਤੁਸੀਂ 2017 ਚ ਵਾਰ ਕੀਤੀ ਸੀ ਜਾ ਕੇ ਚਾਈਨਾ ਦੇ ਨਾਲ। ਔਰ ਉਹਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ ਉਹ ਅਚੀਵ ਕਰ ਲਿਆ ਔਰ ਫੁੱਲੀ ਅਚੀਵਡ ਜਿਹੜੀ ਹੈ। ਨੈਕਸਟ ਪ੍ਰਾਇੋਰਟੀ ਵੁੱਡ ਬੀ ਡੀ-ਐਸਕੇਲੇਸ਼ਨ ਔਰ ਵਿਦਡਰਾਅਲ ਆਫ ਟਰੂਪਸ ਫਰੋਮ ਦਾ ਏਰੀਆ। ਜੇ ਫੁੱਲੀ ਅਚੀਵਡ ਹੈ LAC ਦੇ ਉੱਤੇ, ਫ੍ਰਿਕਸ਼ਨ ਪੁਆਇੰਟਸ ਦੇ ਉੱਤੇ, ਫਿਰ ਡੀ-ਐਸਕੇਲੇਸ਼ਨ ਕਿਉਂ ਨਹੀਂ ਹੋਈ? ਫੌਜ ਵਿਦਡਰਾਅਲ ਉਹ ਕਹਿੰਦਾ ਅਸੀਂ ਹੌਲੀ ਹੌਲੀ ਕਰਾਂਗੇ। ਹੁਣ ਇਹ ਸਾਰੇ ਪਿਛੋਕੜ 'ਚ ਕਿਉਂਕਿ ਇੱਕ ਪਾਸੇ ਤਾਂ ਅਮਰੀਕਾ ਦਾ ਦਬਾਅ ਉਸ ਪਾਸੇ ਲਿਜਾ ਰਿਹਾ, ਦੂਸਰੇ ਪਾਸੇ ਇਹਨਾਂ ਦਾ ਗਰੋਥ ਰੇਟ ਬਹੁਤ ਤੇਜ਼ੀ ਨਾਲ ਥੱਲੇ ਡਿੱਗਿਆ। ਹੁਣ ਜਦੋਂ ਜਿਸ ਚਾਈਨਾ ਦੇ ਨਾਲ ਹਾਲਾਂ ਧਮਕੀਆਂ ਤਾਂ ਟਰੰਪ ਨੇ ਚਾਈਨਾ ਨੂੰ ਦਿੱਤੀ ਹੈ ਕਿ ਜੀ ਅਸੀਂ ਇੰਨੇ % ਲਾ ਦੇਵਾਂਗੇ ਟੈਰਿਫ, 100% ਲਾ ਦੇਵਾਂਗੇ ਦੂਜਾ,
ਪਰ ਇਹ ਰਿਪੋਰਟ ਅੱਜ ਦੀ ਸੀ ਔਰ ਡਿਸਕਸ ਵੀ ਹੋ ਰਹੀ ਸੀ ਕਿ ਚਾਈਨਾ ਦਾ ਇਸ ਵਰੇ ਦੇ ਵਿੱਚ $1 ਟ੍ਰਿਲੀਅਨ ਦਾ ਟ੍ਰੇਡ ਸਰਪਲਸ ਹੈ। $1 ਟ੍ਰਿਲੀਅਨ, 1 ਟ੍ਰਿਲੀਅਨ 1000 ਬਿਲੀਅਨ ਦਾ ਮੇਰਾ ਖਿਆਲ ਹੈ 1 ਟ੍ਰਿਲੀਅਨ ਬਣਦਾ। ਹੁਣ ਇੰਨਾ ਟ੍ਰੇਡ ਸਰਪਲਸ ਹੈ, ਜਿੰਨਾ ਚਾਈਨਾ ਐਕਸਪੋਰਟ ਕਰਦਾ ਸਟਫ ਉਨੀ ਭਾਰਤ ਦੀ ਸਾਰੀ ਜਿਹੜੀ ਹੈ ਉਹ $2.5-3 ਟ੍ਰਿਲੀਅਨ ਦਾ ਬਚਦਾ। $1 ਟ੍ਰਿਲੀਅਨ ਦਾ ਸਰਪਲਸ ਹੈ, ਹੁੰਦਾ ਵੀ ਤੁਸੀਂ ਐਕਸਪੋਰਟ ਕੀ ਕੀਤਾ ਔਰ ਇੰਪੋਰਟ ਕੀ ਕੀਤਾ। ਹੁਣ ਇਹਦੇ ਚੱਲਦੇ ਆ, ਇੱਕ ਪਾਸੇ ਅਸੀਂ ਬੰਗਲਾਦੇਸ਼ ਨਾਲ ਭਾਰਤ ਦੇ ਸਬੰਧ ਦੇਖ ਰਹੇ ਹਾਂ ਵੀ ਕਿਵੇਂ ਇਹਨਾਂ ਨੇ ਸ਼ੇਖ ਹਸੀਨਾ ਨੂੰ ਬਿਠਾ ਕੇ ਭੜਕਾਊ ਬਿਆਨਬਾਜ਼ੀ ਵੀ ਕਰ ਰਹੇ ਨੇ। ਔਰ ਪਿਛਲੇ ਕੱਲ੍ਹ ਹੀ ਅਗਰਤਲਾ, ਜਿੱਥੇ ਇਹਨਾਂ ਦਾ ਕੌਂਸੂਲੇਟ ਹੈ ਬੰਗਲਾਦੇਸ਼ ਦਾ, ਉਹਦੇ ਤੇ ਹਿੰਦੂਤਵੀਆਂ ਨੇ, ਭਗਵਾਧਾਰੀਆਂ ਨੇ ਹਮਲਾ ਕੀਤਾ, ਝੰਡਾ ਲਾਇਆ, ਉਹਨੂੰ ਸਾੜਿਆ ਦੂਜਾ। ਔਰ ਉਹਦਾ ਨਤੀਜਾ ਢਾਕਾ ਸਮਨਸ ਇੰਡੀਅਨ ਐਨਵॉय ਆਫਟਰ ਬ੍ਰੀਚ ਐਟ ਅਗਰਤਲਾ ਮਿਸ਼ਨ। ਉਹਨਾਂ ਨੇ ਅੱਜ ਤਲਬ ਕੀਤਾ ਭਾਰਤ ਦੇ ਜਿਹੜਾ ਹਾਈ ਕਮਿਸ਼ਨਰ ਨੂੰ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜੀਆਂ ਨੇ ਸਾਰੀਆਂ ਹੀ ਕੌਂਸਲਰ ਸਰਵਿਸਿਜ਼ ਔਰ ਦੂਸਰੀਆਂ ਜਿਹੜੀਆਂ ਨੇ ਉਹਨਾਂ ਨੂੰ ਸਸਪੈਂਡ ਕਰ ਰਹੇ ਹਾਂ ਆਪਣੇ ਕੌਂਸੂਲੇਟ ਚੋਂ, ਕਿਉਂਕਿ ਤੁਸੀਂ ਜਿਹੜਾ ਉਹ ਪ੍ਰੋਟੈਕਸ਼ਨ ਨਹੀਂ ਦਿੱਤੀ ਸਾਨੂੰ। ਔਰ ਇਹ ਇੰਡੀਆ ਐਨਵॉय ਮੀਟਸ ਬੰਗਲਾਦੇਸ਼ ਆਫੀਸ਼ੀਅਲਸ, ਢਾਕਾ ਸਸਪੈਂਡਸ ਕੌਂਸਲਰ ਸਰਵਿਸਿਜ਼ ਐਟ ਅਗਰਤਲਾ ਮਿਸ਼ਨ। ਔਰ ਦੂਜੇ ਪਾਸੇ ਹਸੀਨਾ ਤੋਂ ਬਿਆਨਬਾਜ਼ੀ ਹੋ ਰਹੀ ਹੈ, ਉਹ ਕਹਿ ਰਹੀ ਹੈ ਮੁਹੰਮਦ ਯੂਨਸ ਐਂਡ ਸਟੂਡੈਂਟ ਲੀਡਰਸ ਆਰ ਬਿਹਾਈਂਡ ਮਾਸ ਕਿਲਿੰਗਸ ਇਨ ਬੰਗਲਾਦੇਸ਼। ਹਸੀਨਾ ਕਿ ਵੀ ਜਿਹੜੀ ਉੱਥੋਂ ਵਾਰ ਕ੍ਰਿਮੀਨਲ ਹੈ, ਜਦੋਂ ਉਹਨਾਂ ਨੇ ਮੰਗਿਆ ਕਿ ਵੀ ਐਕਸਟ੍ਰਾਡਾਈਟ ਕਰੋ, ਉਹ ਉਸ ਪਾਸੇ ਕਰ ਰਹੀ। ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਮਮਤਾ ਬੈਨਰਜੀ ਨੇ ਤਾਂ ਜਿਹੜਾ ਇਹ ਕਿਹਾ ਜੀ ਪੀਸ ਕੀਪਿੰਗ ਫੋਰਸ ਭੇਜੋ ਉੱਥੇ। ਔਰ ਇਹ ਇਸ ਦੇ ਉੱਤੇ ਹੁਣ ਜਿਹੜਾ ਈਵਨ ਨੇਪਾਲ, ਭਾਰਤ ਦਾ ਬਿਲਕੁਲ ਹਿੰਦੂ ਮੁਲਕ, ਜੇ ਦੁਨੀਆ 'ਚ ਪਹਿਲਾ ਹਿੰਦੂ ਮੁਲਕ ਕੋਈ ਡਿਕਲੇਅਰ ਹੋਇਆ ਸੀ ਤਾਂ ਨੇਪਾਲ ਸੀ। ਉਹਨਾਂ ਦੀ 85% ਆਬਾਦੀ ਹਿੰਦੂ ਹੈ। ਦੁਨੀਆ 'ਚ ਮੈਕਸਿਮਮ ਹਿੰਦੂ ਪਾਪੂਲੇਸ਼ਨ ਵਾਲਾ ਮੁਲਕ ਨੇਪਾਲ ਹੈ, ਪਰ ਉਹਨਾਂ ਨੇ ਆਪਣੇ ਆਪ ਨੂੰ ਸੈਕੂਲਰ ਡਿਕਲੇਅਰ ਕੀਤਾ। ਤੇ ਨੇਪਾਲ ਕੀ ਹੈ? Nepal, China sign 9-point agreement during Prime Minister Oily's official visit to Beijing। ਹੁਣ ਜਿਹੜਾ ਨੇਪਾਲ ਦਾ ਪ੍ਰਾਈਮ ਮਿਨਿਸਟਰ ਹੈ ਮਿਸਟਰ ਆਇਲੀ, ਉਹ ਚਾਈਨਾ ਗਿਆ ਹੋਇਆ ਹੈ। ਸ਼ੀ ਜਿਨਪਿੰਗ ਦੇ ਨਾਲ ਉਸ ਦੀ ਸਿੱਧੀ ਜਿਹੜੀ ਮੁਲਾਕਾਤ ਵੀ ਹੋਈ ਔਰ 9 ਜਿਹੜੇ ਨੇ ਐਗਰੀਮੈਂਟ ਆਪਸ ਦੇ ਵਿੱਚ ਸਾਈਨ ਕੀਤੇ। ਸੋ ਬੰਗਲਾਦੇਸ਼ ਹੱਥੋਂ ਗਿਆ, ਨੇਪਾਲ ਗਿਆ, ਸ੍ਰੀਲੰਕਾ 'ਚ ਪਹਿਲਾਂ ਹੀ ਲੈਫਟਿਸਟ ਗਵਰਨਮੈਂਟ ਆਈ ਹੋਈ ਹੈ। ਮਿਆਂਮਾਰ ਦੇ ਵਿੱਚ ਰਿਬੈਲਸ ਨੇ ਬਹੁਤ ਸਾਰਾ ਹਿੱਸਾ ਕੰਟਰੋਲ ਕੀਤਾ, ਇਹ ਮਿਲਟਰੀ ਜੁੰਟਾ ਦੇ ਨਾਲ ਹੈ। ਤੇ ਪੱਲੇ ਕੀ ਰਹਿ ਗਿਆ? ਸੋ ਇਹਨਾਂ ਹਾਲਾਤਾਂ 'ਚ ਇਧਰੋਂ ਅਮਰੀਕਾ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਅਡਾਨੀ, ਮੇਨ ਤਾਂ ਇਸ ਵੇਲੇ ਕਾਬੂ ਅਡਾਨੀ ਆਇਆ ਹੋਇਆ, ਜਿਹੜਾ ਰਾਨੀ ਉਹਦੀ ਮੋਦੀ ਦੀ ਹਕੂਮਤ ਨੂੰ ਕਰ ਰਿਹਾ, ਉਹਨੂੰ ਵੀ ਧੌਣ ਤੋਂ ਫੜ ਲਿਆ। ਸੋ ਇਸ ਸਭ ਦੇ ਚੱਲਦਿਆਂ ਇਹਨਾਂ ਨੇ ਦੇਖਿਆ ਵੀ ਹੋਰ ਕੋਈ ਚਾਰਾ ਨਹੀਂ, ਇਹ ਤਾਂ ਉਹਨਾਂ ਨੇ ਚੀਨ ਦੇ ਜਾ ਕੇ ਵਾਪਸ ਪੈਰ ਫੜ ਲਏ ਕਿ ਹਜ਼ੂਰ ਸਾਡੇ ਮਾਈ ਬਾਪ, ਤੇ ਉਹਨਾਂ ਨੂੰ ਗਧੇ ਨੂੰ ਫਿਰ ਆਪਣਾ ਪਿਓ ਬਣਾ ਲਿਆ। ਇਹਨੂੰ ਅੰਗਰੇਜ਼ੀ ਵਾਲਿਆਂ ਦੇ ਤਾਂ ਸੋਫਿਸਟੀਕੇਟਡ ਐਕਸਪ੍ਰੈਸ਼ਨ ਹੈ ਟੂ ਈਟ ਐਨ ਅੰਬਲ ਪਾਈ, ਪਰ ਸਾਡੇ ਪੰਜਾਬੀ ਵਾਲੇ ਕਿਉਂਕਿ ਐਕਸਪਲਿਸਿਟ ਹੁੰਦੇ ਨੇ, ਇਹਨੂੰ ਕਹਿੰਦੇ ਨੇ ਪੰਜਾਬੀ 'ਚ ਥੁੱਕ ਕੇ ਚੱਟਣਾ। ਜੀ ਰਾਸਾ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਫਿਊਰ ਚ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116
15 Myrtle Avenue in Richmond Hill. Call AM Expediting Drafting and Design now at 718-725-00. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੈਂਬਰ ਰਹੇ ਨਰੇਸ਼ ਗੁਜਰਾਲ ਨੇ ਟ੍ਰਿਬਿਊਨ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਸਿੱਖ ਜਿਹੜੀ ਕੌਮ ਹੈ ਭੁੱਲ ਜਾਣ ਅਤੇ ਮੁਆਫ ਕਰਨ ਵਾਲੀ ਕੌਮ ਹੈ। ਸੋ ਜਿਵੇਂ ਸਿੱਖਾਂ ਨੇ ਜੂਨ 84 ਦੇ ਘੱਲੂਘਾਰੇ ਲਈ ਕਾਂਗਰਸ ਨੂੰ ਮਾਫ ਕਰ ਦਿੱਤਾ ਸੀ, ਇਸੇ ਤਰ੍ਹਾਂ ਅਕਾਲੀ ਜਿਹੜੇ ਲੀਡਰਾਂ ਦੇ ਗੁਨਾਹ ਲਈ ਉਹ ਅਕਾਲੀ ਦਲ ਨੂੰ ਮਾਫ ਕਰਕੇ ਮੁੜ ਸੱਤਾ ਵਿੱਚ ਲਿਆਉਣਗੇ। ਸੋ ਨਰੇਸ਼ ਗੁਜਰਾਲ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਲੀਡਰਾਂ ਨੂੰ ਲਾਈ ਤਨਖਾਹ ਤੇ ਟਿੱਪਣੀ ਕਰ ਰਹੇ ਹਨ, ਪਰ ਉਹਨਾਂ ਨੇ ਇੱਕ ਪਾਸੇ ਜਿਹੜਾ ਸਿੱਕੇ ਦਾ ਇੱਕ ਪਾਸਾ ਹੀ ਦਿਖਾਇਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਰੇਸ਼ ਗੁਜਰਾਲ ਬਾਦਲ ਟੱਬਰ ਦਾ ਬਹੁਤ ਨੇੜੇ ਦਾ ਬੰਦਾ। ਇਹ ਇੰਦਰ ਕੁਮਾਰ ਗੁਜਰਾਲ ਦਾ ਮੁੰਡਾ ਹੈ। ਇੰਦਰ ਕੁਮਾਰ ਗੁਜਰਾਲ ਜਿਹੜਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਿਹਾ ਸ਼ਾਰਟ ਟਰਮ ਦੇ ਉੱਤੇ ਸਮਝੌਤਾ ਕਰਕੇ। ਕਿਸੇ ਜ਼ਮਾਨੇ 'ਚ ਇਹ ਆਈ.ਕੇ. ਗੁਜਰਾਲ ਜਿਹੜਾ ਹੈ ਉਹ ਇੰਦਰਾ ਗਾਂਧੀ ਦਾ ਬਹੁਤ ਟਰਸਟਵਰਦੀ ਹੁੰਦਾ ਸੀ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਦੋਂ ਇਹ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ, ਔਰ ਕਿਸੇ ਗੱਲੋਂ ਉਹਦੇ ਮੁੰਡੇ ਸੰਜੇ ਗਾਂਧੀ ਦੇ ਨਾਲ ਝਗੜਾ ਹੋਇਆ, ਔਰ ਇੰਦਰਾ ਗਾਂਧੀ ਨੇ ਦੇਖਿਆ ਕਿ ਵੀ ਉਹ ਆਪਣੇ ਮੁੰਡੇ ਦੇ ਵੀ ਖਿਲਾਫ ਨਹੀਂ ਸੀ ਜਾਂਦੀ, ਕਿਉਂਕਿ ਉਹ ਤਾਂ ਉਹਨੂੰ ਆਪਣਾ ਵਾਰਸ ਹੀ ਬਣਾ ਰਹੇ ਸੀ। ਇਹ ਵੱਖਰੀ ਕਹਾਣੀ ਹੈ ਕਿ ਕਿਹਨਾਂ ਹਾਲਾਤਾਂ 'ਚ ਹਵਾਈ ਹਾਦਸੇ 'ਚ ਉਹਦੀ ਮੌਤ ਹੋਈ। ਸੋ ਉਦੋਂ ਆਈ.ਕੇ. ਗੁਜਰਾਲ ਨੂੰ ਐਂਬੈਸਡਰ ਬਣਾ ਕੇ ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਭੇਜ ਦਿੱਤਾ ਸੀ। ਇਹ 1976-77 ਪੀਰੀਅਡ ਦੀ ਗੱਲ ਹੈ, ਜਦੋਂ ਐਮਰਜੈਂਸੀ ਲੱਗੀ ਸੀ। ਉਹ ਲੰਬਾ ਵਕਤ ਉੱਥੇ ਰਿਹਾ, ਔਰ ਮੈਂ ਜੇ ਗਲਤ ਨਾ ਹੋਵਾਂ ਤਾਂ ਜਦੋਂ ਜੂਨ 84 ਦਾ ਹਮਲਾ ਵੀ ਹੁੰਦਾ ਹੈ ਇਹ ਉੱਥੇ ਐਂਬੈਸਡਰ ਸੀ। ਔਰ ਇਹ ਕੀ ਲਾਈਨ ਹੋਏਗੀ ਜਿਨ੍ਹਾਂ ਨੇ ਡਿਸਾਈਡ, ਕਿਉਂਕਿ ਇਹ ਸਾਰੇ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਘੱਲੂਘਾਰੇ ਦੇ ਵਿੱਚ ਇੱਕ ਵੱਡਾ ਰੋਲ KGB ਏਜੰਸੀ ਦਾ ਸੀ। MI6 ਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਕਿ ਭਾਈ ਉਹ ਕਿਵੇਂ ਜਿਹੜਾ ਹੁਣ ਲੇਬਰ ਗਵਰਨਮੈਂਟ ਤੋਂ ਮੰਗ ਹੋ ਰਹੀ ਹੈ ਸਿੱਖਾਂ ਵੱਲੋਂ ਕਿ ਭਾਈ 10 ਸਾਲ ਤੋਂ ਜਿਹੜੇ ਤੁਹਾਡੇ ਵਾਅਦੇ ਸੀ ਕਿ ਵੀ ਕਿਵੇਂ ਮਾਰਗਰੇਟ ਥੈਚਰ ਨੇ 2 ਏਜੰਟ ਭੇਜੇ ਸੀ, ਇੰਦਰਾ ਗਾਂਧੀ ਨੇ ਫਰਵਰੀ 1984 ਚਿੱਠੀ ਲਿਖੀ ਸੀ। ਉਹ ਇੱਕ ਵੱਖਰਾ ਚੈਪਟਰ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਦਾ ਮਾਸਟਰਮਾਈਂਡ KGB ਔਰ KGB ਦੇ ਨਾਲ ਇਹਦੇ ਆਈ.ਕੇ. ਗੁਜਰਾਲ ਉਸ ਪੀਰੀਅਡ ਦੇ ਵਿੱਚ 80s ਦਾ ਜਿਹੜਾ ਪੀਰੀਅਡ ਹੈ ਉਹਦੇ 'ਚੋਂ ਐਂਬੈਸਡਰ ਦੇ ਤੌਰ ਤੇ ਰਹਿੰਦਾ। ਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਵੀ ਜਦੋਂ 90s ਦੇ ਵਿੱਚ ਇਹ 3 ਆਵਾਜ਼ਾਂ ਜਿਹੜੀਆਂ ਨੇ ਇਹ ਸਿੱਖਾਂ ਨੂੰ ਬਾਹਰ ਆ ਕੇ ਵੀ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਸੀ, ਔਰ ਇੱਕ ਵੱਡਾ ਹਿੱਸਾ ਸਿੱਖਾਂ ਦਾ ਇਹਨਾਂ ਨੂੰ ਹਮਦਰਦ ਸਮਝਦੇ ਸੀ। ਉਦੋਂ ਵੀ ਮੈਂ ਇਹਨਾਂ ਤਿੰਨਾਂ ਦੇ ਜਿਹੜੇ ਨੇ ਉਹ ਪੂਰੇ ਇਹਨਾਂ ਦੇ ਪੋਤੜੇ ਫੋਲਦਾ ਰਿਹਾ। ਮੈਂ ਕਿਹਾ ਕਿ ਭਾਈ ਇਹ ਤਿੰਨੋਂ ਹੀ ਜਿਹੜੇ ਨੇ ਘਾਹ ਦੇ ਸੱਪ ਨੇ, ਗ੍ਰਾਸ ਸਨੇਕਸ। ਔਰ ਉਹਨਾਂ ਤਿੰਨਾਂ ਦੇ ਵਿੱਚ ਇੱਕ ਰਾਮ ਜੇਠ ਮਲਾਨੀ ਜਿਹਨੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ BJP ਦਾ, ਪਰ ਸਤਵੰਤ ਸਿੰਘ ਕੇਰ ਸਿੰਘ ਦਾ ਕੇਸ ਲੜਨ ਲਈ ਉਹਨੇ ਆਪਣੀ ਵਾਈਸ ਪ੍ਰੈਜ਼ੀਡੈਂਟਸੀ ਛੱਡੀ ਸੀ। ਔਰ ਇੱਕ ਪੀਰੀਅਡ 'ਚ ਜਦੋਂ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਬਿਹਾਰ ਦੀ ਜੇਲ੍ਹ 'ਚ ਸੀ, ਜੋਧਪੁਰ ਦੀ, ਜਾਂ ਜਿਹੜੇ ਜੋਧਪੁਰ ਤਾਂ ਨਹੀਂ ਸੀ, ਉਹ ਸ਼ਾਇਦ ਭਾਗਲਪੁਰ ਸਨ ਜਾਂ ਕਿੱਥੇ ਸਨ, ਉਹਨਾਂ ਦਾ ਵੀ ਵਕੀਲ ਇਹੀ ਸੀ। ਫਿਰ ਉਹਨਾਂ ਨੂੰ ਵੀ ਡਿਸਗ੍ਰੇਸ ਕੀਤਾ ਇਹਨੇ ਜੇਠ ਮਲਾਨੀ ਨੇ। ਪਰ ਉਦੋਂ ਸਿੱਖ ਬਾਹਰ ਇਹਨਾਂ ਨੂੰ ਸਿਰ ਤੇ ਚੁੱਕੀ ਫਿਰਦੇ ਸੀ, ਦੇਖੋ ਜੀ ਸਤਵੰਤ ਸਿੰਘ ਕੇਰ ਸਿੰਘ ਦਾ ਵਕੀਲ ਤੇ ਇਹ ਉਹ ਫਲਾਣਾ, ਸਿੰਧੀ ਮੂਲ ਦਾ ਕਿ ਜੀ ਮੈਂ ਵੀ ਸਿੱਖ ਹਾਂ, ਮੈਂ ਵੀ ਸੁਖਮਣੀ ਸਾਹਿਬ ਪੜ੍ਹਦਾ। ਪਰ ਜਿਹੜਾ ਪੱਕਾ ਜਿਹੜਾ ਸੁਪਰੀਮ ਕੋਰਟ ਤੋਂ ਫੈਸਲਾ ਲਿਆ ਕਿ ਭਾਈ ਹਿੰਦੂਤਵਾ ਵੇ ਆਫ ਲਾਈਫ ਹੈ, ਉਹਦੇ ਥੱਲੇ ਜੇ ਅੱਜ ਹਿੰਦੂਤਵਾ ਦੀ ਕੋਈ ਨਫ਼ਰਤ ਫੈਲਾਉਂਦਾ ਹਿੰਦੂਤਵਾ ਦੇ ਥੱਲੇ, ਤੇ ਉਹ ਕਾਨੂੰਨ ਦੀ ਕੋਈ ਜਿਹੜੀ ਹੈ ਉਲੰਘਣਾ ਨਹੀਂ ਹੈ, ਕਿਉਂਕਿ ਹਿੰਦੂਤਵਾ ਨੂੰ ਸੁਪਰੀਮ ਕੋਰਟ ਤੋਂ ਜਿਹੜਾ ਵੇ ਆਫ ਲਾਈਫ ਦਾ ਫੈਸਲਾ ਲਿਆ ਜੇਠ ਮਲਾਨੀ ਨੇ। ਸੋ ਮੈਂ ਕਿਹਾ ਵੀ ਇਹ ਪਹਿਲਾ ਘਾਹ ਦਾ ਸੱਪ ਹੈ ਜਿਹਨੂੰ ਸਿੱਖ ਚੁੱਕੀ ਫਿਰਦੇ ਰਹੇ। ਦੂਸਰਾ ਕੁਲਦੀਪ ਨਈਅਰ ਜਿਹੜਾ ਹਾਈ ਕਮਿਸ਼ਨਰ ਰਿਹਾ ਇੰਡੀਆ ਦਾ UK ਦੇ ਵਿੱਚ, ਔਰ ਜੂਨ 84 ਤੋਂ ਬਾਅਦ ਉਹਨੇ ਟ੍ਰੈਜਡੀ ਆਫ ਪੰਜਾਬ ਨਾਂ ਦੀ ਕਿਤਾਬ ਵੀ ਖੁਸ਼ਵੰਤ ਸਿੰਘ ਦੇ ਨਾਲ ਮਿਲ ਕੇ ਲਿਖੀ, ਔਰ ਉਹਨੂੰ ਵੀ ਸਿੱਖ ਸਮਝਦੇ ਰਹੇ ਵੀ ਹੈ। ਉਹਨੂੰ ਤਾਂ ਚਲੋ ਸਾਡੇ ਨਾਲ ਉਹਦਾ ਇੱਕ ਐਨਕਾਊਂਟਰ ਸ਼ਿਕਾਗੋ ਦੇ
ਗੁਰਦੁਆਰਾ ਸਾਹਿਬ 'ਚ 1996 'ਚ ਹੋਇਆ, ਜਿਹੜੀ ਸਪੀਚ ਅੱਜ ਵੀ ਕੋਟ ਹੁੰਦੀ ਹੈ, ਬਹੁਤ ਸਾਰੇ ਜਦੋਂ ਮਿਲਦੇ ਨੇ ਉਸ ਦੌਰ ਦੇ। ਤੀਸਰਾ ਆਈਕੇ ਗੁਜਰਾਲ ਦਾ ਅਸੀਂ ਜ਼ਿਕਰ ਕੀਤਾ ਹੈ, ਰਾਮ ਜੇਠ ਮਲਾਨੀ ਔਰ ਕੁਲਦੀਪ ਨਈਅਰ। ਹੁਣ ਅਸੀਂ ਆਈਕੇ ਗੁਜਰਾਲ ਦਾ ਇਸ ਲਈ ਅੱਜ ਜਿਹੜਾ ਹੈ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਕਿਉਂਕਿ ਨਰੇਸ਼ ਗੁਜਰਾਲ ਉਹਦਾ ਮੁੰਡਾ ਹੈ। ਹੁਣ ਇਹ ਤਿੰਨੋਂ ਹੀ ਨੇ, ਜੇਠ ਮਲਾਨੀ ਸਿੰਧੀ ਹੋਣ ਦੇ ਨਾਤੇ ਸਿੱਖਾਂ ਦੇ ਨਾਲ ਆਪਣੀ ਸਾਂਝ ਜਾਂ ਗੁਰਬਾਣੀ ਤੇ ਸ਼ਰਧਾ ਪ੍ਰਗਟਾਉਂਦਾ ਸੀ। ਕੁਲਦੀਪ ਨਈਅਰ ਉਹ ਆਪਣੇ ਕਿਤੇ ਨਾ ਕਿਤੇ ਮਾਂ ਵਾਲੇ ਪਾਸਿਓਂ ਕਿ ਪਿਓ ਵਾਲੇ ਪਾਸਿਓਂ ਕਿ ਜੀ ਅਸੀਂ ਸਹਿਜਧਾਰੀ ਪਰੰਪਰਾ ਤੇ ਸਿੱਖਾਂ 'ਚ, ਲੇਕਿਨ ਇਹ ਤਿੰਨੋਂ ਹੀ ਘਾਹ ਦੇ ਸਭ। ਤੇ ਆਈਕੇ ਗੁਜਰਾਲ ਇਹ ਵੀ ਆਪਣੇ ਨਾਨਕਿਆਂ ਵੱਲੋਂ ਕਿ ਪਤਾ ਨਹੀਂ ਕਿਹੜੇ ਰਿਸ਼ਤੇ 'ਚੋਂ ਸਿੱਖਾਂ ਦੇ ਨਾਲ ਸਾਂਝ ਬਣਾ ਕੇ ਜਿਹੜਾ ਉਹ ਸੀ। ਲੇਕਿਨ ਆਈਕੇ ਗੁਜਰਾਲ ਦਾ ਰੋਲ ਇੰਦਰਾ ਗਾਂਧੀ ਦੇ ਕੌਣ ਕਰੀਬ ਹੋ ਸਕਦਾ? ਉਹ ਇੰਦਰਾ ਗਾਂਧੀ ਜਿਹਨੇ ਇਹਨੂੰ ਐਂਬੈਸਡਰ ਲਾਇਆ ਸੋਵੀਅਤ ਯੂਨੀਅਨ 'ਚ, ਔਰ ਜਿਹਨੇ ਜੂਨ 84 ਪਲਾਨ ਕੀਤਾ, ਔਰ ਬਾਅਦ ਦੇ ਵਿੱਚ 90ਵਿਆਂ ਦੇ ਵਿੱਚ ਜਿਹੜਾ ਉਹ ਜਦੋਂ ਕਿ ਅਨਸਰਟਨਟੀ ਸੀ ਦਾ ਵਕਤੀ ਤੌਰ ਦੇ ਉੱਤੇ ਦਾ ਲੱਗਾ, ਔਰ ਇਹ ਜਿਹੜਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਰਿਹਾ। ਨਰੇਸ਼ ਗੁਜਰਾਲ, ਅਕਾਲੀਆਂ ਨੇ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ, ਔਰ ਜਦੋਂ ਇਹ ਸੁਖਬੀਰ ਬਾਦਲ ਵਕਤੀ ਤੌਰ ਤੇ ਥੋੜੀ ਦੇਰ ਥਾਣੇ 'ਚ ਰਿਹਾ, ਜੇਲ੍ਹ 'ਚ ਜਾਂ ਕਿਵੇਂ, ਇਹ ਇਹਨਾਂ ਦੀਆਂ ਜ਼ਮਾਨਤਾਂ ਜਮੂਨਤਾਂ, ਇਹ ਇਹਨਾਂ ਦਾ ਫਾਈਨੈਂਸ਼ੀਅਰ ਹੈ। ਨਰੇਸ਼ ਗੁਜਰਾਲ ਵੱਡਾ ਕੋਈ ਠੇਕੇਦਾਰ ਹੈ ਜਾਂ ਪਰ ਚੰਗਾ ਧਨਾੜ ਬੰਦਾ ਹੈ, ਔਰ ਇਹਨਾਂ ਨੂੰ ਫਾਈਨੈਂਸ਼ੀਅਲੀ ਉਹਨੇ ਪੂਰਾ ਟੁੰਨ ਰੱਖਿਆ, ਤੇ ਪੈਸਾ ਇਹਨਾਂ ਦੀ ਕਮਜ਼ੋਰੀ ਹੈ ਬਾਦਲਾਂ ਦੀ। ਇਸ ਲਈ ਨਰੇਸ਼ ਗੁਜਰਾਲ ਨੂੰ, ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਤੋਂ ਜ਼ਿਆਦਾ ਵਾਰ ਇਹਨਾਂ ਨੇ ਰਾਜ ਸਭਾ 'ਚ ਭੇਜਿਆ। ਪ੍ਰੋਮੀਨੈਂਟ ਜਿਹੜਾ ਫੇਸ ਰਹਿੰਦਾ ਪਿੱਛੇ ਹੈ, ਕਦੀ ਕਦਾਈ ਉਹ ਬੋਲਦਾ। ਹੁਣ ਬੜੀ ਦੇਰ ਬਾਅਦ ਮੈਨੂੰ ਤਾਂ ਲੱਗਦਾ ਸੀ ਕਿ ਵੀ ਛੁੱਟ ਗਿਆ ਜਾਂ ਕਿਵੇਂ। ਹੁਣ ਅੱਜ ਇੱਕ ਸਟੇਟਮੈਂਟ ਉਹਦਾ ਇੰਟਰਵਿਊ ਟਾਈਪ ਟ੍ਰਿਬਿਊਨ ਦੇ ਵਿੱਚ ਲੱਗਾ, Punjabis forgave Congress after Blue Star 84 riots, hope they forgive Shromani Akali Dal too, ਗੁਜਰਾਲ। ਹੁਣ ਇਹਦੇ 'ਚ ਜਿਹੜੇ ਉਹਨੇ ਕਿਹਾ ਜੀ ਸਿੱਖ ਔਰ ਪੰਜਾਬੀ ਕਹਿ ਕੇ ਫਿਰ ਉਹਨੇ ਕਿਹਾ ਮੇਰਾ ਮਤਲਬ ਸਿੱਖਾਂ ਤੋਂ ਹੈ। ਉਹਨੇ ਕਿਹਾ ਕਿ ਜੀ Sikhs have a tradition of forgive and forget and move on। ਸਿੱਖ ਜਿਹੜੇ ਨੇ ਅੱਗੇ ਤੁਰੋ, ਅੱਗੇ ਵਧੋ। Once an apology is rendered and offender accepts and performs the penance by way of seva as a humble Sikh, they are forgiven। ਕਿਉਂਕਿ ਜੇ ਕਿਸੇ ਨੇ ਮੰਨ ਲਿਆ, ਉਹਨੇ ਭਾਂਡੇ ਮਾਂਜ ਲਏ, ਸੇਵਾ ਕਰ ਲਈ, ਉਹਨੂੰ ਮਾਫ ਕਰ ਦਿੰਦੇ ਨੇ। Whether it was Maharaja Ranjit Singh or anyone else, once they accepted their mistakes and actions for them, the Sikh masses also moved on। ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਵੀ ਉਹਨੇ ਮਾਫੀ ਮੰਗ ਲਈ ਸੀ, ਉਹਨੂੰ ਹੋ ਗਿਆ, ਫਿਰ ਅੱਗੇ ਤੁਰ ਪਏ। We hope a new chapter will now start in the history of ਅਕਾਲੀ ਦਲ। ਕਿ ਜੀ ਸਾਰੇ ਅਕਾਲੀਆਂ ਨੇ ਜਾ ਕੇ ਆਪਣਾ ਗਲ 'ਚ ਤਖਤੀ ਪਵਾ ਲਈ ਹੈ, ਔਰ ਹੁਣ ਇਹ ਨਿਊ ਚੈਪਟਰ ਜਿਹੜਾ ਸ਼ੁਰੂ ਹੋਏਗਾ। ਇਹ ਪੰਜਾਬੀਆਂ ਦਾ ਕਰੈਕਟਰ ਹੈ। ਪੰਜਾਬੀਜ਼ ਸਪੈਸ਼ਲ ਦਾ ਸਿੱਖਸ ਹੈਵ ਲਰਨਡ the lessons of humility from the gurus, ये फिर वो क्या जी देखो कांग्रेस जिन्हें दरबार साहब ते हमला किया और जिन्हें नवंबर 84 दे राइट लफ्ज दंगे कह रहे हैं वो कीते, पर देखो उन्होंने भी माफ करता सिखा ने, 2 बार उन्होंने सरकार बनाई। इस तरह हुण ये जिहड़ा क्योंकि ये सारियां दे इन्हां दे पाप धोते गए ने, इन्होंने माफ़ी मंग लई और दे ਹੁਣ ਅਸੀਂ ਕਿਉਂਕਿ ਅੱਜ ਦੇ ਓਪਨਿੰਗ ਦੇ ਵਿੱਚ ਵੀ ਇਹ ਗੱਲ ਕੀਤੀ ਕਿ ਵੀ ਇਹ ਇੱਕ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਵੱਡੇ ਪੈਮਾਨੇ ਦੇ ਉੱਤੇ ਕੀਤੀ ਜਾ ਰਹੀ ਹੈ, ਉਹ ਇਹੀ ਹੈ ਕਿ ਦੇਖੋ ਜੀ ਵਿਦ ਇਨ ਆਲ ਹਿਊਮਿਲਿਟੀ ਸਭ ਨੇ ਨੀਵੀਂ ਪਾਈ ਹੋਈ ਸੀ, ਗਲ ਦੇ ਵਿੱਚ ਤਖਤੀ ਜਿਹੜੀ ਆ ਉਹਨਾਂ ਦੇ ਪਾਤੀ। ਹੁਣ ਉਹ ਬਰਛਾ ਫੜ ਕੇ ਸੇਵਾ, ਉਹਨੂੰ ਟਾਇਲਟ ਸਾਫ਼ ਕਰਨ ਦੀ ਸੇਵਾ ਦਿੱਤੀ ਹੈ, ਉਹ ਫਲਾਣਾ ਦਿੱਤਾ, ਉਹ ਕੀਰਤਨ ਔਰ ਫਲਾਣਾ ਲੰਗਰ ਦੇ ਭਾਂਡੇ ਮਾਂਜਣਾ। ਦੇਖੋ ਜੀ ਇੰਨੀ ਹਿਊਮਿਲਿਟੀ ਸਾਰੇ ਅਕਾਲੀਆਂ ਨੂੰ ਇਕੱਠੇ ਕਰਕੇ, ਔਰ ਜਿਉਂ-ਜਿਉਂ ਔਰ ਹੁਣ ਕਿਉਂਕਿ ਪਹਿਲੀ ਸਟੇਜ ਤਾਂ ਜਦੋਂ ਕੋਈ ਖਬਰਾਂ ਦਾ ਨੈਰੇਟਿਵ, ਹੁਣ ਅੱਜ ਕੁਛ ਕਾਲਾਂ ਸੀ ਜਿਹਦੇ ਉਹਨਾਂ ਨੇ ਕਿਹਾ ਜੀ ਕਿ ਇਹ ਸਾਰੀ ਇੱਕ ਗੇਮ ਲੱਗਦੀ। ਮੈਂ ਕਿਹਾ ਵੀ ਇਹਦੇ ਲਈ ਤੁਹਾਨੂੰ ਇਸ ਸਾਰੀ ਸਿਚੁਏਸ਼ਨ ਨੂੰ ਸਮਝਣ ਲਈ ਮਲਟੀਪਲ ਸੋਰਸਿਸ ਨੂੰ ਦੇਖਣਾ ਹੋਏਗਾ ਕਿ ਜਦੋਂ ਸੁਨੀਲ ਜਾਖੜ, ਬਲਰਾਮ ਜਾਖੜ ਦਾ ਮੁੰਡਾ, ਉਹ ਬਲਰਾਮ ਜਾਖੜ ਜਿਹੜਾ ਅਗੇਨ ਇੰਦਰਾ ਗਾਂਧੀ ਦੇ ਇੰਨਾ ਕਰੀਬ ਸੀ, ਸਪੀਕਰ ਸੀ ਪਾਰਲੀਮੈਂਟ ਦਾ, ਮਿਨਿਸਟਰ ਵੀ ਰਿਹਾ, और उसका ऑन रिकॉर्ड बयान है कि अगर भारत की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। ये उदा मुंडा है।
ਹੁਣ ਇਹ ਇੰਟਰਵਿਊ ਉਹਨੇ ਅੱਡ ਨੂੰ ਦਿੱਤੇ, ਜੋਤੀ ਮਲਹੋਤਰਾ ਨੂੰ ਦਿੱਤਾ, ਇੰਗਲਿਸ਼ ਟ੍ਰਿਬਿਊਨ ਦੇ ਨੂੰ, ਦੂਜਿਆਂ ਨੂੰ ਵੀ ਦਿੱਤਾ। ਉਹਨੇ ਕਿਹਾ ਜੀ ਮੈਨੂੰ ਇਹ ਹੈ ਕਿ ਵੀ ਅਕਾਲੀ ਦਲ ਦਾ ਰਿਵਾਈਵ ਹੋਣਾ ਬਹੁਤ ਜ਼ਰੂਰੀ ਹੈ। ਉਹਨੇ ਕਿਹਾ ਜੀ ਅਦਰਵਾਈਜ਼ ਦੇਖ ਲਓ ਫਰੀਦਕੋਟ ਔਰ ਜਿਹੜਾ ਉਹ ਖਡੂਰ ਸਾਹਿਬ 'ਚ ਕੀ ਹੋਇਆ। ਉਹਨੇ ਕਿਹਾ ਇਹ ਫਾਇਰਵਾਲ ਹੈ, ਇਹ ਜੇ ਅਕਾਲੀ ਦਲ ਜਿਹੜਾ ਹੈ ਇਹੀ ਸਿੱਖਾਂ ਦੇ ਜਜ਼ਬਾਤਾਂ ਨੂੰ ਔਰ ਦੂਸਰਿਆਂ ਨੂੰ, ਮਤਲਬ ਇਹ ਹੈ ਕਿ ਸੈਂਟਰਲ ਏਜੰਸੀਆਂ ਨੂੰ ਪੰਜਾਬ ਦੇ ਵਿੱਚ ਧਿਰ ਚਾਹੀਦੀ ਹੈ ਜਿਹੜੀ ਸਿੱਖੀ ਦੀਆਂ ਗੱਲਾਂ ਕਰੇ, ਸਿੱਖੀ ਨਾਲ ਵਿਤਕਰੇ ਦੀਆਂ ਗੱਲਾਂ ਵੀ ਕਰੇ, ਪਰ ਖੇਡ ਉਹੀ ਖੇਡੇ ਜਿਹੜੀਆਂ ਏਜੰਸੀਆਂ ਚਾਹੁੰਦੀਆਂ ਨੇ। ਇਹੀ ਕੰਮ ਇਹਨਾਂ ਨੇ 10 ਸਾਲ ਕੀਤਾ। 10 ਸਾਲ ਤਾਂ ਇਸ ਲਈ ਕਿਉਂਕਿ ਹੁਣ ਹਿਸਾਬ ਕਿਤਾਬ 'ਚ 10 ਸਾਲ ਨੇ, ਸੌਦਾ ਸਾਧ, ਮਾਫੀ, ਇਹ ਵੋ। ਅਦਰਵਾਈਜ਼ 5 ਵਾਰ ਚੀਫ ਮਿਨਿਸਟਰ ਬਣੇ ਬਾਦਲ ਨੇ, ਹੋਰ ਕੀ ਕੀਤਾ? ਇੱਕ ਪਾਸੇ ਉਹਨੇ ਨਾਗਪੁਰ ਦੀ ਖੇਡ ਖੇਡੀ, ਦੂਜੇ ਪਾਸੇ ਉਹੀ ਏਜੰਸੀਆਂ ਦੀ ਖੇਡ ਜਿਹੜੀ ਸੀ ਉਸ ਦੇ ਵਿੱਚ ਵੀ ਨਾਲ ਰਿਹਾ। ਔਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਕ ਪਾਸੇ ਤਾਂ ਇਹਨਾਂ ਦੀ ਤਹਿ ਲਾ ਦਿੱਤੀ, ਮਤਲਬ ਹੁਣ ਇੱਕ ਮੈਂਬਰ ਹੈ ਉਹਨਾਂ ਦਾ ਇਹ ਆਲੀ, ਉਹ ਵੀ ਜਿਹੜਾ ਉਹਨਾਂ ਨਾਲ ਸਹਿਮਤ ਨਹੀਂ। ਜ਼ਮਾਨਤਾਂ ਇਹਨਾਂ ਦੀਆਂ ਜ਼ਬਤ ਹੋਈਆਂ ਆਲਰੇਡੀ ਲੋਕਾਂ ਨੇ ਨਕਾਰ ਦਿੱਤਾ। ਐਕਸੈਪਟੈਂਸ ਦਾ ਨਕਾਰਨਾ ਇਹ ਹੁਣ ਇਹ ਨਵੇਂ ਸਿਰਿਓਂ ਜਿਹੜੀ ਸੋ ਕਾਲਡ ਭਰਤੀ ਤੇ ਦੂਜੇ ਤੀਜੇ ਦੇ ਨਾਂ ਥੱਲੇ ਉਹਦੀ ਰਿਵਾਈਵਲ, ਔਰ ਜਿਹਨੂੰ ਨਰੇਸ਼ ਗੁਜਰਾਲ ਕਹਿ ਰਿਹਾ ਕਿ ਦੇਖੋ ਜੀ ਕਾਂਗਰਸ ਨੇ ਘੱਲੂਘਾਰਾ ਕੀਤਾ ਸੀ, ਉਹਨਾਂ ਦੀਆਂ ਵੀ ਸਰਕਾਰ ਬਣਾ ਸੀ, ਵੀ ਸਾਡੀ ਹੁਣ ਸਰਕਾਰ ਬਣਾ ਦੇਣ ਸਿੱਖ, ਕਿਉਂਕਿ ਅਸੀਂ ਜਿਹੜੇ ਸਾਰੇ ਆਪਣੇ ਲੀਡਰਾਂ ਨੇ ਬਖਸ਼ਾ ਬਹੁਤ ਫॉरगिविंग ਕੌਮ ਹੈ, ਬਹੁਤ ਫਰਾਣਾ। ਮੈਂ ਹੁਣ ਇਹਦੇ 'ਚ ਨਹੀਂ ਜਾਣਦਾ ਕਿ ਭਾਈ ਫॉरगिविंग ਤਾਂ ਇੱਕ ਆਪਣੀ ਥਾਂ ਤੇ ਹੈ, ਇਹ ਠੀਕ ਹੈ ਕਿ ਭਾਈ ਅਸੀਂ ਜਿਹੜੀ ਹੈ ਜਦੋਂ ਇਸ ਦੇ ਲਈ ਅਕਸਰ ਗੁਰਬਾਣੀ ਦੇ ਇਸ ਤੁਕ ਦਾ ਇੰਨਾ ਕੁ ਮਿਸਯੂਜ਼ ਹੁੰਦਾ ਹੈ ਕਿ ਜੋ ਸ਼ਰਨ ਆਏ ਤੇ ਸਕੰਠ ਲਾਏ। ਹੁਣ ਇਹਦਾ ਰੂਹਾਨੀ ਮਤਲਬ ਵੀ ਹੋਰ ਹੈ, ਇਹ ਅਕਾਲ ਪੁਰਖ ਦਾ ਹੈ ਕਿ ਰੱਬ ਦਇਆਵਾਨ ਹੈ, ਉਹ ਰਹਿਮਤ ਕਰਨ ਵਾਲਾ ਹੈ, ਉਹ ਬਖਸ਼ੰਦ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਇੰਨੇ ਹੋਣ ਉਹ ਮਾਫ ਕਰਦਾ ਹੈ। ਪਰ ਜਦੋਂ ਸਿੱਖ ਪਰੰਪਰਾ ਜਾਂ ਖਾਲਸਾਈ ਪਰੰਪਰਾਵਾਂ ਨਾਲ ਜੋੜਿਆ ਜਾਂਦਾ ਹੈ ਤੇ ਇਹ ਭੁੱਲ ਜਾਂਦੇ ਨੇ ਕਿ ਸਿੱਖ ਜਿਹੜੇ ਨੇ ਉਹ ਹਿਸਾਬ ਬਰਾਬਰ ਕਰਦੇ ਨੇ। ਜੇ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ, ਕਿਉਂਕਿ ਇਹ ਹਿੱਸਾ ਸੀ ਕਿ ਸਾਡੇ ਹਵਾਲੇ ਕਰੋ, ਨੱਕ 'ਚ ਨਕੇਲ ਪਾ ਕੇ ਉਸ ਨੂੰ ਲਾਹੌਰ ਸ਼ਹਿਰ 'ਚ ਹਰ ਹੱਟੀ ਤੋਂ ਟਕਾ ਮੰਗਵਾ ਕੇ ਪੜਭੁੰਜੇ ਨੇ ਉਹਦੇ ਸਿਰ 'ਚ ਕੜਛਾ ਮਾਰ ਕੇ ਉਹਦਾ ਉਹ ਪਹਿਲਾ ਪਾਠ ਸੀ ਜਦੋਂ ਮੀਰੀ ਪੀਰੀ ਦਾ ਤਖਤ ਸਥਾਪਿਤ ਹੋਇਆ ਸੀ। ਔਰ ਇਹ ਸਾਰੇ ਤੋਂ ਜੇ ਅਸੀਂ ਉਹ ਸਾਰੀ ਪਰੰਪਰਾ ਨੂੰ ਅੱਗੇ ਤੋਰੀਏ, ਫਿਰ ਇਤਿਹਾਸ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਲੱਭ ਕੇ ਜਿਹੜੇ ਨੇ ਉਹ ਵਜ਼ੀਰ ਖਾਂ ਹੋਏ, ਸੁੱਚਾਨੰਦ ਹੋਏ, ਸਢੌਰੇ ਦੇ ਪਠਾਨ ਹੋਣ, ਔਰ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਔਰ ਦੂਸਰਿਆਂ ਨੂੰ ਮਾਰਿਆ, ਸਮਾਣੇ ਦੇ ਜਲਾਦ ਹੋਣ, ਤਾਂ ਲਿਸਟ ਹੈ ਕੋਡ ਵੀ ਕਿਹਨੂੰ ਸਜ਼ਾ। ਤੇ ਜੇ 20ਵੀਂ ਸਦੀ 'ਚ ਜਾਣਾ ਤੇ ਫਿਰ ਬੀਟੀ ਦੇ ਨਾਲ ਕੀ ਹਸ਼ਰ ਹੋਇਆ, ਜਿਹਨੇ ਗੁਰੂ ਕੇ ਬਾਗ 'ਚ ਡਾਂਗਾ ਵਰਸਾਈਆਂ, ਤੇ ਸ਼ਹੀਦ ਊਧਮ ਸਿੰਘ ਜਿਹਨੂੰ ਇਹ ਵੀ ਇਹਨਾਂ ਦਾ ਮੁਲਕ ਵੀ ਜਿਹੜਾ ਉਹਦੀ ਸਵਾਹ ਚੁੱਕ ਕੇ ਘੁੰਮਦੇ ਰਹੇ ਨੇ, ਜੈਲ ਸਿੰਘ ਔਰ ਇਹ ਸਾਰੇ ਉਹਨੇ 21 ਸਾਲ ਬਾਅਦ ਜਾ ਕੇ ਲਿਆ। ਸੋ ਇਹ ਜਿਹੜਾ ਹਿਸਾਬ ਬਰਾਬਰ ਕਰਨਾ ਹੁੰਦਾ ਹੈ, ਇਹਦਾ ਇੱਕ ਆਪਣਾ ਅਕਾਊਂਟ ਹੈ ਸਿੱਖਾਂ ਦਾ। ਉਹ ਸਾਨੂੰ ਪਤਾ ਹੈ ਕਿ ਬਈ ਇਹ ਫॉरगिवनेस ਇਹ ਰੱਬ ਦੀ ਦੁਨੀਆ 'ਚ ਹੈ, ਰੂਹਾਨੀਅਤ ਦੀ ਦੁਨੀਆ 'ਚ। ਤੁਸੀਂ ਪਰਸਨਲ ਕੋਈ ਗੁਨਾਹ ਕਰਦੇ ਹੋ ਉਸ ਦੇ ਲਈ ਤੁਸੀਂ ਸੰਗਤ ਦੇ ਵਿੱਚ, ਜਦੋਂ ਤੁਸੀਂ ਕਲੈਕਟਿਵ ਇਸ ਲੈਵਲ ਦੇ ਗੁਨਾਹ ਕੀਤੇ ਹੁੰਦੇ ਨੇ ਉਹਨਾਂ ਦੇ ਲਈ ਤਾਂ ਸਜ਼ਾ ਜਿਹੜੀ ਹੈ ਉਹ ਪੰਥ ਨਿਯਤ ਕਰਦਾ ਹੈ। ਉਹਦੀ ਖਾਲਸਾਈ ਰਵਾਇਤਾਂ ਨੇ, ਉਹ ਮੱਸਾ ਰੰਗੜ ਤੋਂ ਲੈ ਕੇ ਜਨਰਲ ਵੈਦਿਆ ਤੱਕ ਔਰ ਬੁੱਚੜ ਬੇਅੰਤੇ ਤੱਕ। ਉਦੋਂ ਤਾਂ ਇਹ ਵੀ ਨਹੀਂ ਦੇਖਿਆ ਗਿਆ ਇਹਦੇ 'ਚ ਕੋਈ ਕਿਸੇ ਸਿੱਖ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਹੈ। ਗੱਲ ਤਾਂ ਜਿਹੜਾ ਜਿਹਨੂੰ ਅਸੀਂ ਬਾਣੀ 'ਚ ਜਦੋਂ ਇਹ ਕਹਿੰਦੇ ਆ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ, ਉਹ ਡੰਡ ਦੇਣਾ। ਹੁਣ ਇਹ ਜੇ ਸਮਝਣ ਕਿ ਜੀ ਇਹ ਸਾਰੀ ਵਾਸ਼ਿੰਗ ਮਸ਼ੀਨ 'ਚ ਧੁਲ ਗਏ ਸੁਖਵੀਰ ਬਾਦਲ ਐਂਡ ਕੰਪਨੀ, ਤੇ ਫਿਰ ਮੇਰਾ ਖਿਆਲ ਹੈ ਵੀ ਇਹ ਹੁਣ ਇਹ ਨਰੇਸ਼ ਗੁਜਰਾਲ ਨੂੰ ਇਹ ਨਜ਼ਰ ਆਉਂਦਾ ਕਿ ਭਾਈ ਜੇ ਸਾਡੇ ਜਿਨ੍ਹਾਂ ਦੇ ਜਿਹੜੇ ਸਾਡੇ ਮੇਰੇ ਕਲਾਇੰਟ ਨੇ ਜੇ ਉਹੀ ਡੁੱਬੇ ਹੋਏ ਨੇ ਤੇ ਅਸੀਂ ਉਹਦੇ 'ਚੋਂ ਕੀ ਕੱਢਣਾ। ਸੋ ਇਹ ਹੋਪ ਕਰ ਰਹੇ ਨੇ ਕਿ ਇਵੇਂ ਹੈ, ਪਰ ਗੁਜਰਾਲ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਵੇਂ ਤੁਸੀਂ ਮਿਸ ਇੰਟਰਪ੍ਰੇਟ ਕਰਕੇ ਜਿਹੜਾ ਹੈ ਉਹ ਕੋਈ ਤਬਦੀਲੀ ਨਹੀਂ ਲਿਆ ਸਕਦੇ। ਸਿੱਖ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਹਨਾਂ ਹਾਲਾਤਾਂ 'ਚ ਫॉरगिवनेस ਹੈ, ਮੁਆਫੀ ਹੈ, ਉਹ ਕਿਹਨਾਂ ਹਾਲਾਤਾਂ 'ਚ ਦੇਖ ਕੇ ਅੰਡਟ ਕਰਨਾ ਹੈ, ਪਰ ਕਿਹਨਾਂ ਹਾਲਾਤਾਂ 'ਚ ਇਹ ਹੈ ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗ ਗਿਓ। ਕਿਹਨਾਂ ਹਾਲਾਤਾਂ 'ਚ ਇਹ ਹੈ ਕਿ ਭਾਈ ਇਹ ਜਿਹੜਾ
ਦੁਸ਼ਟ ਸਭਨ ਕੋ ਮੂਲ ਉਪਾਰੰ, ਇਹ ਸਿੱਖ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਇਹੀ ਕੰਮ ਤੁਹਾਡੇ ਪਿਓ ਨੇ ਵੀ ਫੜਿਆ ਸੀ ਆਈ ਕੇ ਗੁਜਰਾਲ ਨੇ, ਔਰ ਕਿ ਜੀ ਔਰ ਬਾਦਲ ਝੂਠ ਬੋਲਦਾ ਰਿਹਾ। ਦੇਖੋ ਜੀ ਗੁਜਰਾਲ ਸਾਹਿਬ ਪ੍ਰਾਈਮ ਮਿਨਿਸਟਰ ਬਣੇ, ਪੰਜਾਬ ਦਾ ਕਰਜ਼ਾ ਮਾਫ ਕਰਤਾ। ਅੱਜ ਤੱਕ ਵੀ ਤੁਸੀਂ ਦੇਖੋ ਉਹ ਕਰਜ਼ਾ ਵੀ ਕੀ, ਜਿਹੜੇ ਸਿੱਖ ਮੁੰਡੇ ਮਾਰੇ ਉਹਨਾਂ ਨੇ ਫੌਜ ਲਿਆ ਕੇ ਇਹ ਕਿ ਭਾਈ ਇਹ ਜਿਹੜੀਆਂ ਗੋਲੀਆਂ ਦਾਗੀਆਂ ਜਾਂ ਜਿਹੜਾ ਫੌਜ ਜਾਂ CRPF ਜਾਂ ਉਹਦਾ ਖਰਚਾ ਜਿਹੜਾ ਉਹ ਸਰਕਾਰ ਦੇ। ਸੋ ਮਿਸਟਰ ਗੁਜਰਾਲ ਆਪਣੀ ਹੋਂਦ ਤੱਕ ਹੀ ਰਹੋ। ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਫੋਰਗੇਟ ਐਂਡ ਫੋਰਗਿਵ ਦੇ ਵਿੱਚ ਕਿੰਨੀ ਕੰਧ ਹੈ ਤੇ ਕਿਹੜੀ ਕੰਧ ਜਿਹੜੀ ਹੈ ਉਹ ਅਸੀਂ ਟੱਪਣੀ ਹੈ ਤੇ ਕਿੱਥੇ ਆ ਕੇ ਸਾਡੀ ਫੋਰਗਿਵਨੈਸ ਦਾ ਲੈਵਲ ਸ਼ੁਰੂ ਹੁੰਦਾ ਹੈ ਤੇ ਕਿਸ ਲੈਵਲ ਦੇ ਉੱਤੇ ਆ ਕੇ ਸਾਡਾ ਜਿਹੜਾ ਸਕੋਰ ਸੈਟਲ ਕਰਨਾ ਇਹ ਜਸਟੀਫਾਈ ਹੁੰਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਰ ਪ੍ਰੋਗਰਾਮ। ਸੋ ਵਿਊਅਰਸ ਐਂਡਰੋਇਡ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ UK ਦੀ ਲੇਬਰ ਗਵਰਨਮੈਂਟ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ 10 ਸਾਲਾਂ ਤੋਂ ਕੀਤੇ ਜਾ ਰਹੇ ਆਪਣੇ ਇਕਰਾਰ ਤੇ ਅਮਲ ਕਰਨ। ਯਾਨੀ ਕਿ ਜੂਨ 84 ਦੇ ਘੱਲੂਘਾਰੇ ਵਿੱਚ ਬ੍ਰਿਟਿਸ਼ ਸਰਕਾਰ ਦਾ ਕੀ ਰੋਲ ਸੀ, ਇਸ ਸੰਬੰਧੀ ਇੱਕ ਜੱਜ ਤੋਂ ਪਬਲਿਕ ਇਨਕੁਆਇਰੀ ਜਿਹੜੀ ਹੈ ਕਰਵਾਈ ਜਾਏ। ਇਸ ਸੰਬੰਧੀ ਬਿੰਗਮ ਸਿਟੀ ਕਾਉਂਸਲ ਦੇ ਜਿਹੜੇ ਕਾਉਂਸਲਰ ਜੌਨ ਕਾਟਨ ਨੇ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਇੱਕ ਪੱਤਰ ਵੀ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮੈਂ ਸਮਝਦਾ ਵੀ ਪੋਲੀਟੀਕਲ ਲੌਬਿੰਗ ਦੇ ਮਾਮਲੇ 'ਚ ਜਿਵੇਂ ਸਿੱਖ ਫੈਡਰੇਸ਼ਨ UK ਨੇ ਪਿਛਲੇ ਸਾਰੇ ਸਾਲਾਂ ਦੇ ਵਿੱਚ ਸਟੈਪ ਬਾਈ ਸਟੈਪ ਲੌਬੀ ਕੀਤੀ ਹੈ। ਸਭ ਤੋਂ ਪਹਿਲਾਂ ਸਿੱਖ ਏਜੰਡਾ ਦੇ ਥੱਲੇ ਉਹਨਾਂ ਨੇ ਦੱਸਿਆ ਕਿ ਭਾਈ ਜੇ ਅਸੀਂ ਆਪਣੇ ਐਜ਼ ਏ ਮਾਈਨੋਰਿਟੀ ਆਪਣੇ ਇੰਟਰਸਟ ਨੂੰ ਵਾਚ ਕਰਨਾ ਹੈ ਤੇ ਸਾਨੂੰ ਸਭ ਧਿਰਾਂ ਨੂੰ, ਜਿਵੇਂ ਉੱਥੇ ਲੇਬਰ ਹੈ, ਕੰਜ਼ਰਵੇਟਿਵ ਹੈ ਜਾਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਸੀ, ਕਿ ਉਹਨਾਂ ਨੂੰ ਜਿੱਥੇ ਜਿੱਥੇ ਸਿੱਖ ਵਸਦੇ ਨੇ ਉਹ ਆਪਣੇ ਜਿਨ੍ਹਾਂ ਨੇ ਉਹਨਾਂ ਦੀ ਸਿੱਖਾਂ ਦੀ ਸਪੋਰਟ ਲੈਣੀ ਹੈ ਉਹਨਾਂ ਨੂੰ ਆਪਣਾ ਸਿੱਖ ਏਜੰਡਾ ਦੇਣ। ਉਹਨਾਂ ਨੂੰ ਕਹਿਣ ਕਿ ਜੀ ਆਹ ਸਾਡੀਆਂ ਮੰਗਾਂ ਨੇ, ਤੁਸੀਂ ਦੱਸੋ ਕਿਹਦੀ ਹਮਾਇਤ ਕਰਦੇ ਹੋ। ਔਰ ਫਾਈਨਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸੀ ਉਸ ਦੇ ਵਿੱਚ। ਪਰ ਇੱਕ ਮੰਗ ਜਿਹੜੀ ਕਨਸਟੈਂਟਲੀ ਔਰ ਕੰਸਿਸਟੈਂਟਲੀ ਕੀਤੀ ਜਾਂਦੀ ਰਹੀ ਸਿੱਖ ਫੈਡਰੇਸ਼ਨ ਵੱਲੋਂ ਕਿ ਜਦੋਂ ਖਾਸ ਤੌਰ 'ਤੇ ਸਾਹਮਣੇ ਆਇਆ ਕਿ ਫਰਵਰੀ 1984 'ਚ ਇੰਦਰਾ ਗਾਂਧੀ ਨੇ ਉਸ ਵੇਲੇ ਦੀ UK ਦੀ ਪ੍ਰਾਈਮ ਮਿਨਿਸਟਰ ਮਾਰਗਰਟ ਥੈਚਰ ਨੂੰ ਚਿੱਠੀ ਲਿਖੀ, ਮਦਦ ਮੰਗੀ ਜੋ ਸਿੱਖਾਂ ਦੇ ਖਿਲਾਫ ਕਾਰਵਾਈ ਦਰਬਾਰ ਸਾਹਿਬ ਕੰਪਲੈਕਸ 'ਚੋਂ ਕਰਨਾ ਚਾਹੁੰਦੇ ਸੀ। ਔਰ ਉਹਨੇ ਹਾਮੀ ਭਰੀ ਮਾਰਗਰਟ ਥੈਚਰ ਨੇ। ਔਰ MI6 ਆਪਣੀ ਜਿਹੜੀ ਉਹਨਾਂ ਦੀ ਆਊਟਸਾਈਡ ਮੁਲਕਾਂ 'ਚ ਡੀਲ ਕਰਨ ਵਾਲੀ ਖੁਫੀਆ ਏਜੰਸੀ ਹੈ ਉਹਦੇ 2 ਆਫੀਸ਼ੀਅਲਸ ਨੂੰ ਭੇਜਿਆ। ਉਹਨਾਂ ਨੇ ਰੇਕੀ ਕੀਤੀ, ਉਹਨਾਂ ਨੇ ਕੀ ਐਡਵਾਈਜ਼ ਕੀਤਾ ਔਰ ਇਨਫੈਕਟ ਜਦੋਂ ਐਕਚੁਅਲੀ ਇਹ ਹਮਲਾ ਹੋਇਆ ਉਦੋਂ ਕੀ ਰੋਲ ਹੈ, ਇਹ ਜਿਉਂ ਹੀ ਇਹ ਡੀਕਲਾਸੀਫਾਈ ਹੋਈ ਇਨਫੋਰਮੇਸ਼ਨ ਫਿਰ ਗੱਲ ਸਾਹਮਣੇ ਆਈ 30 ਸਾਲ ਜਾਂ ਜਿਹੜਾ ਵੀ ਪੀਰੀਅਡ ਹੁੰਦਾ ਹੈ ਔਰ ਫਿਰ ਇੱਕਦਮ ਉਹਨੂੰ ਰਿਕਾਰਡ ਨੂੰ ਦੁਬਾਰਾ ਕਲਾਸੀਫਾਈ ਕਰ ਦਿੱਤਾ ਗਿਆ। ਬਹੁਤ ਸਾਰਾ ਜੋ ਭੇਤ ਹੋਰ ਨਿਕਲਣਾ ਸੀ ਉਹ ਸਾਹਮਣੇ ਨਹੀਂ ਆਇਆ। ਔਰ ਇਸ ਪੀਰੀਅਡ 'ਚ ਕਿਉਂਕਿ ਆਲਮੋਸਟ 10 ਸਾਲ ਕੰਜ਼ਰਵੇਟਿਵ ਪਾਰਟੀ ਦੀ ਗਵਰਨਮੈਂਟ ਰਹੀ, ਮਾਰਗਰਟ ਥੈਚਰ ਉਹਨਾਂ ਦੀ ਪ੍ਰਾਈਮ ਮਿਨਿਸਟਰ ਸੀ,
ਸੋ ਲੇਬਰ ਪਾਰਟੀ ਜਿਨ੍ਹਾਂ ਦੀ ਹੁਣ ਹਕੂਮਤ ਬਣੀ ਹੈ 10 ਸਾਲ ਬਾਅਦ ਔਰ ਬਹੁਤ ਮੈਜੋਰਿਟੀ ਦੇ ਨਾਲ ਆਏ ਨੇ ਔਰ ਜਿਹਦੇ 'ਚ ਜਿਹੜਾ ਉਹ ਸਿੱਖਾਂ ਨੇ ਵੋਟਾਂ ਔਰ 10 ਸਾਲ ਤੋਂ ਇਹਨਾਂ ਦੀ ਕੰਸਿਸਟੈਂਟ ਲੇਬਰ ਪਾਰਟੀ ਦਾ ਸੀ ਜਿਹੜੀ ਸਿੱਖ ਫੈਡਰੇਸ਼ਨ ਯੂਕੇ ਸਮੇਤ ਸਿੱਖ ਜਥੇਬੰਦੀਆਂ ਦੀ ਯੂਕੇ ਦੀ ਗੁਰਦੁਆਰਾ ਕਮੇਟੀਆਂ ਦੀ ਮੰਗ ਸੀ ਕਿ ਇੱਕ ਜੱਜ ਅਪਾਇੰਟ ਕੀਤਾ ਜਾਏ, ਪਬਲਿਕ ਇਨਕੁਆਇਰੀ ਹੋਏ ਔਰ ਫੁੱਲ ਫਲੈਜਡ ਕਿ ਯੂਕੇ ਦਾ ਕੀ ਰੋਲ ਹੈ ਜੂਨ 84 ਦੇ ਘੱਲੂਘਾਰੇ 'ਚ। ਔਰ ਇਸ ਨੂੰ ਨਾ ਸਿਰਫ ਲੇਬਰ ਪਾਰਟੀ ਦੀ ਲੀਡਰਸ਼ਿਪ ਹਰ ਮੌਕੇ ਦੇ ਉੱਤੇ ਖੁਦ ਦੁਹਰਾਉਂਦੀ ਰਹੀ, ਹੁਣ 1 ਦਰਜਨ ਦੇ ਕਰੀਬ ਸਿੱਖ MP ਵੀ ਬਣੇ ਨੇ ਅੱਡ-ਅੱਡ ਪਾਰਟੀਆਂ 'ਚੋਂ। ਔਰ ਇਹ ਮੰਗ ਕੰਸਿਸਟੈਂਟਲੀ ਪਿਛਲੇ ਮਹੀਨਿਆਂ ਤੋਂ ਔਰ ਬੜੇ ਸਿਸਟਮੈਟਿਕ ਢੰਗ ਦੇ ਨਾਲ ਇਸ ਦੇ ਉੱਤੇ ਲੌਬੀ ਹੋ ਰਹੀ ਹੈ ਕਿ ਇਹ ਜਿਹੜਾ ਇਸ ਦੇ ਉੱਤੇ ਜੱਜ ਅਪਾਇੰਟ ਕੀਤਾ ਜਾਏ ਜਿਹੜਾ ਔਰ ਪਬਲਿਕ ਇਨਕੁਆਇਰੀ ਹੋਏ। ਔਰ ਇਸ ਕੰਟੈਕਸਟ ਦੇ ਵਿੱਚ ਕਿ ਪਹਿਲਾਂ ਜਿਵੇਂ ਅਸੀਂ ਅਮਰੀਕਾ ਦੀਆਂ ਸਟੇਟਾਂ ਦੀ ਜਾਂ ਕੈਨੇਡਾ 'ਚ ਓਨਟਾਰੀਓ ਤੋਂ ਸ਼ੁਰੂ ਹੋਇਆ, ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਣ ਦੀ ਲਾਈਨ ਵੀ ਜਿਹੜੀ ਆ ਉਹ ਸਾਹਮਣੇ ਆਈ ਔਰ ਇਸ ਦੇ ਉੱਤੇ ਖਾਸ ਤੌਰ ਤੇ ਜਿਹੜੀ ਡਰਬੀ ਪਹਿਲੀ ਸਿਟੀ ਬਣਿਆ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਜਿਨ੍ਹਾਂ ਨੇ ਜਿਹੜਾ ਇਸ ਨੂੰ ਪਾਸ ਕੀਤਾ ਇਸ ਮਤੇ ਨੂੰ ਔਰ ਉਹਨਾਂ ਨੇ ਫਿਰ ਜਿਹੜੇ ਨੇ ਉਹ ਦੂਸਰੀ ਕੌਂਸਲ ਔਰ ਹੁਣ ਲੈਟਰ ਰਾਈਟਿੰਗ ਹੈ ਟੂ ਦਾ ਕੈਨੇਡੀਅਨ ਟੂ ਦਾ ਯੂਕੇਜ਼ ਲੇਬਰ ਪਾਰਟੀ ਪ੍ਰਾਈਮ ਮਿਨਿਸਟਰ ਡਿਪਟੀ ਪ੍ਰਾਈਮ ਮਿਨਿਸਟਰ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਲੈਟਰ ਜਿਹੜਾ ਕਿ ਬਰਮਿੰਗਮ ਸਿਟੀ ਕੌਂਸਲ ਦੇ ਵੱਲੋਂ ਲਿਖਿਆ ਗਿਆ ਡਿਪਟੀ ਪ੍ਰਾਈਮ ਮਿਨਿਸਟਰ ਯੂਕੇ ਨੂੰ ਕਿ ਜੱਜ ਲੈਡ ਇਨਕੁਆਇਰੀ ਕੀਤੀ ਜਾਏ। ਇਸ ਬਾਰੇ ਇਹ ਜਿਹੜੇ ਨੇ ਬਰਮਿੰਗਮ ਸਿਟੀ ਕੌਂਸਲ ਦੇ ਕੌਂਸਲਰ ਨੇ ਜੌਨ ਕਾਟਨ, ਉਹਨਾਂ ਨੇ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਹੈ ਉਹ ਲੈਟਰ ਲਿਖਿਆ ਕਿ ਭਾਈ ਇਹ ਇਨਕੁਆਇਰੀ ਕਰੋ। ਇਸ ਦੇ ਉੱਤੇ ਉਹਨਾਂ ਨੇ ਜਿਹੜਾ ਇਸ ਲੈਟਰ ਦੇ ਵਿੱਚ ਉਹਨੇ ਕਿਹਾ ਕਿ ਵੀ any inquiry into British involvement into Operation Blue Star should take a wider approach and consider the events of the following decade। ਕਿ ਉਸ ਤੋਂ ਬਾਅਦ ਜਿਹੜਾ ਅਗਲਾ ਦਹਾਕਾ ਖੂਨਰੇਜ਼ੀ ਹੋਈ, ਸਿੱਖਾਂ ਦੀਆਂ ਕਿਲਿੰਗਸ, ਫੇਕ ਐਨਕਾਊਂਟਰ, ਇਹ ਸਾਰਿਆਂ ਨੂੰ ਮੱਦੇਨਜ਼ਰ ਰੱਖਿਆ ਜਾਏ। ਔਰ ਇਹ ਡਰਬੀ ਸਿਟੀ ਕੌਂਸਲ ਨੇ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਪਾਸ ਕੀਤਾ 18 ਸਤੰਬਰ 2024 ਨੂੰ ਔਰ ਉਹਨਾਂ ਨੇ ਵੀ ਜਿਹੜਾ ਇੱਕ ਲੇਬਰ ਲੀਡਰ ਨੂੰ ਡਰਬੀ ਸਿਟੀ ਕੌਂਸਲ ਵੱਲੋਂ ਜਿਹੜਾ ਨੈਡਲੀਨ ਪੀਟਫੀਲਡ ਨੇ ਅਕਤੂਬਰ 'ਚ ਲਿਖਿਆ ਕਿ ਭਾਈ ਇਸ ਦੇ ਉੱਤੇ ਜਿਹੜਾ ਇਕਰਾਰ ਤੁਹਾਡਾ ਹੈ ਉਸ ਦੇ ਉੱਤੇ ਤੁਸੀਂ ਐਕਟ ਕਰੋ। ਔਰ ਉਹਦਾ ਜਿਹੜਾ ਲੈਟਰ ਸੀ ਬੀਬੀ ਦਾ ਉਸ ਦੇ ਵਿੱਚ ਉਹਨਾਂ ਨੇ ਕਿਹਾ the best way to provide the truth on the historical role of the British government played in June 1984 is through a public inquiry led by a judge। एक जज बेस्ड ये इंक्वायरी होए। और फिर ਇਹਦੇ 'ਚ ਉਹਨਾਂ ਨੇ ਅੱਗੋਂ ਇਸ ਲੈਟਰ 'ਚ ਕਿਹਾ I have been asked to write to you to request a timeline on when the promised inquiry into the role Britain played in these attacks will take place। ਕਿ ਟਾਈਮਲਾਈਨ ਦਿਓ ਜੀ ਕਦੋਂ ਤੁਸੀਂ ਇਹ ਅਪਾਇੰਟ ਕਰੋਗੇ। ਔਰ ਇਸ ਦੇ ਉੱਤੇ ਫਿਰ ਸਿੱਖ ਫੈਡਰੇਸ਼ਨ ਯੂਕੇ ਨੇ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ। ਉਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ we checked with the council leader for Derby and she told us earlier this week she had still not had a response from the deputy prime minister। It has now been over 7 weeks since she wrote to the ਕਿ 7 ਹਫ਼ਤੇ ਹੋ ਗਏ ਨੇ ਸਿੱਖ ਫੈਡਰੇਸ਼ਨ ਨੇ ਉਸ ਤੋਂ ਬਾਅਦ ਇਹ ਪ੍ਰੈਸ ਰਿਲੀਜ਼ ਦਿੱਤੀ ਹੈ। ਔਰ ਇਹਦੇ ਵਿੱਚ ਦਵਿੰਦਰਜੀਤ ਸਿੰਘ ਉਹਨਾਂ ਨੇ ਸਿੱਖ ਫੈਡਰੇਸ਼ਨ ਜਿਹੜੇ ਲੀਡ ਐਗਜ਼ੈਕਟਿਵ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅੱਜ ਜਿਹੜਾ ਲੈਟਰ ਇਹ ਬਰਮਿੰਗਮ ਸਿਟੀ ਕੌਂਸਲ ਵੱਲੋਂ ਗਿਆ ਹੈ ਐਡਸ ਟੂ ਦਾ ਪ੍ਰੈਸ਼ਰ ਔਨ ਦਾ ਯੂਕੇ ਗਵਰਨਮੈਂਟ ਟੂ ਫਾਰਮਲੀ ਅਨਾਊਂਸ ਦਾ ਸਟਾਰਟ ਆਫ ਦਾ ਜੱਜ ਲੈਡ ਪਬਲਿਕ ਇਨਕੁਆਇਰੀ। ਕਿ ਭਾਈ ਤੁਸੀਂ ਹਾਲਾਂ ਪਿਛਲੇ ਦਿਨਾਂ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਪਾਰਲੀਮੈਂਟ 'ਚ ਮਨਾਇਆ ਗਿਆ, 18 ਦੇ ਕਰੀਬ MP ਜਿਹੜੇ ਨੇ ਸ਼ਾਮਲ ਹੋਏ, ਬਹੁਤ ਚੰਗੀ ਗੱਲ ਹੈ। ਔਰ ਇਸ ਵੇਲੇ ਸਿੱਖ ਫੈਡਰੇਸ਼ਨ ਜਿਸ ਨੇ ਇੰਟਰਨੈਸ਼ਨਲ ਬਾਡੀ ਬਣਾਈ ਹੈ ਉਹ ਬੜੇ ਚੰਗੇ ਢੰਗ ਨਾਲ ਉਹਨੂੰ ਲੀਡ ਕਰ ਰਹੇ ਨੇ। ਪਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਵੀ ਆਰ ਕਮਿੰਗ ਅਪ ਟੂ 150 ਡੇਜ਼ ਆਫ ਏ ਲੇਬਰ ਗਵਰਨਮੈਂਟ and they remain extremely tight-lipped about formally announcing the start of the public inquiry that they promised into UK involvement for the 1984 massacre of thousands of Sikhs। 150 days ਦਾ ਮਤਲਬ ਇਹ ਹੈ ਕਿ ਵੀ ਆਲਮੋਸਟ 5 ਮਹੀਨੇ ਬੀਤ ਗਏ ਨੇ ਔਰ ਅਜੇ ਤੱਕ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਔਰ ਉਹਨਾਂ ਨੇ ਫਿਰ ਸਾਰੇ ਦੇ ਉੱਤੇ ਕਿਹਾ ਕਿ ਭਾਈ ਤੁਸੀਂ 1 ਮਿਲੀਅਨ ਬ੍ਰਿਟਿਸ਼ ਸਿੱਖ ਕਮਿਊਨਿਟੀ ਦੇ ਨਾਲ ਇਕਰਾਰ ਕਰਦੇ ਰਹੇ ਹੋ, ਬ੍ਰਿਟਿਸ਼ ਵਾਈਡਰ ਬ੍ਰਿਟਿਸ਼ ਪਬਲਿਕ ਦੇ ਨਾਲ ਵੀ। ਔਰ ਹੁਣ ਇਹ ਵੀ ਅਸੀਂ ਵੀ ਅੰਡਰਸਟੈਂਡ ਬਿਕੋਜ਼ ਆਫ ਦਾ ਸਬਜੈਕਟ ਮੈਟਰ
the Foreign Secretary David Lammy will need to make the formal announcement of a public inquiry in Parliament ਕਿ ਬਈ ਇਹ ਤੁਸੀਂ ਐਲਾਨ ਕਰੋ ਪਾਰਲੀਮੈਂਟ ਦੇ ਵਿੱਚ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਿੱਖ ਫੈਡਰੇਸ਼ਨ UK, ਸਿੱਖ ਜਥੇਬੰਦੀਆਂ, ਇੰਡੀਵਿਜੂਅਲ ਸਿੱਖਸ ਜਿਹੜੇ ਇਸ ਸਾਰੇ ਉੱਤੇ ਕੰਮ ਕਰ ਰਹੇ ਨੇ। ਔਰ ਮੈਂ ਸਮਝਦਾ ਵੀ ਪੋਲੀਟੀਸ਼ੀਅਨ ਹਰ ਥਾਂ ਤੇ ਥਿਕ ਸਕਿੰਡ ਹੁੰਦੇ ਨੇ, ਮੋਟੀ ਉਹਨਾਂ ਦੀ ਚਮੜੀ ਹੁੰਦੀ ਹੈ, ਉਹਨੂੰ ਜੇ ਤੁਸੀਂ ਟੱਚ ਕਰਕੇ ਨਹੀਂ ਹੁੰਦਾ, ਚੋਬ ਕੇ ਨਹੀਂ ਹੁੰਦਾ, ਫਿਰ ਮੋਟੇ ਜਮੂਰ ਦੇ ਨਾਲ ਵੀ ਜੇ ਖਿੱਚਣੀ ਪੈਂਦੀ ਹੈ ਤਾਂ ਉਹ ਖਿੱਚਣੀ ਚਾਹੀਦੀ। ਇਹਨੂੰ ਹੀ ਲੌਬੀ ਕਹਿੰਦੇ ਨੇ, ਲੌਬੀ ਕਹਿੰਦੇ ਆ ਕਿ ਵੀ ਕੰਸਿਸਟੈਂਟ। ਔਰ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਇਹ ਇਨਕੁਆਇਰੀ ਹੋਏਗੀ ਬਹੁਤ ਕੁਝ ਸਾਹਮਣੇ ਆਏਗਾ। ਹੁਣ 40 ਸਾਲ ਬੀਤ ਗਏ ਨੇ ਘੱਲੂਘਾਰਾ 84 ਨੂੰ, ਬਹੁਤ ਤੱਥ ਸਾਹਮਣੇ ਆ ਰਹੇ ਨੇ, ਪਰ ਇਸ ਲੈਵਲ ਦੀ ਪਬਲਿਕ ਇਨਕੁਆਇਰੀ, ਕਿਉਂਕਿ ਆਲਰੇਡੀ ਅਸੀਂ KGB ਦਾ ਜ਼ਿਕਰ ਕੀਤਾ, IK ਗੁਜਰਾਲ ਉੱਥੇ ਬੈਠਾ ਸੀ, ਕਿਵੇਂ KGB ਨੇ ਰੋਲ ਅਦਾ ਕੀਤਾ। ਆਲਰੇਡੀ ਡੀਕਲਾਸੀਫਾਈਡ ਇਨਫੋਰਮੇਸ਼ਨ ਜਦੋਂ ਆ ਚੁੱਕਾ ਹੈ ਕਿ ਵੀ ਫਰਵਰੀ ਦੇ ਮਹੀਨੇ ਇੰਦਰਾ ਗਾਂਧੀ ਲਿਖਦੀ ਹੈ ਔਰ ਮਾਰਗਰੇਟ ਥੈਚਰ MI6 ਦੇ 2 ਬੰਦਿਆਂ ਨੂੰ ਭੇਜਦੇ ਹੈ। ਸੋ ਇਹ ਆਲਰੇਡੀ ਉਹਦੇ ਚ ਮੋਸਾਦ ਦਾ ਕੀ ਰੋਲ ਹੈ ਔਰ ਕੱਲ ਨੂੰ ਕਿਸੇ ਹੋਰ ਮੁਲਕ ਦਾ ਕੀ ਨਿਕਲੇਗਾ, ਲੇਕਿਨ ਇਹ ਤਾਂ ਕਨਫਰਮਡ ਹੈ ਵੀ KGB ਤੋਂ ਬਾਅਦ UK ਦੂਸਰਾ ਮੁਲਕ ਹੈ ਜਿਹਨੇ। ਸੋ ਇਹ ਸਿੱਖਾਂ ਦੇ ਖਿਲਾਫ ਜਿਹੜਾ ਇਹ ਘੱਲੂਘਾਰ ਹੈ, ਇਹ ਮਹਿਜ਼ ਨਾ ਜਿਵੇਂ ਇੱਕ ਪ੍ਰੋਜੈਕਟ ਕੀਤਾ ਗਿਆ ਸੀ ਕਿ ਲਾਅ ਐਂਡ ਆਰਡਰ ਤੇ ਫਲਾਣਾ ਨਹੀਂ, ਇਹ ਕਿਸ ਲੈਵਲ ਦੀ ਇੰਟਰਨੈਸ਼ਨਲ ਕੰਸਪੀਰੇਸੀ ਸੀ। ਸੋ ਇਹ ਬੜਾ ਜ਼ਰੂਰੀ ਹੈ ਕਿ ਇਸ ਇਨਕੁਆਇਰੀ ਦਾ ਹੋਣਾ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਿੱਖ ਫੈਡਰੇਸ਼ਨ UK, ਸਿੱਖ ਸੰਸਥਾਵਾਂ ਔਰ ਉਹ ਸਾਰੇ ਜਿਹੜੇ ਵਿਅਕਤੀਗਤ ਤੌਰ ਦੇ ਉੱਤੇ ਵੀ ਇਸ ਮੁੱਦੇ ਦੇ ਉੱਤੇ ਕੰਮ ਕਰ ਰਹੇ ਨੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਸਾਡੇ ਪਹਿਲੇ ਵਿਊਅਰ ਨੇ। ਐਕਚੁਅਲੀ ਸਾਡੇ ਜਿਹੜੇ ਸਾਰੇ ਮੈਸੇਜ ਮੋਸਟਲੀ ਇਹ ਸਾਰੇ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ। ਔਰ ਫਿਰ ਇਸੇ ਤਰ੍ਹਾਂ ਸੋਨਮਾਲ ਜੀ, ਪਰਮਿੰਦਰ ਜੀ, ਫਿਰ ਤਰ੍ਹਾਂ ਸੁਖਵਿੰਦਰ ਜੀ, ਅਮਰਜੀਤ ਰਾਏ ਜੀ ਕਹਿੰਦੇ ਨੇ ਕਿ ਥੈਂਕ ਯੂ ਸੋ ਮਚ, ਐਕਸਟ੍ਰੀਮਲੀ ਐਜੂਕੇਸ਼ਨਲ। ਔਰ ਫਿਰ ਇਸੇ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਰਾਏ ਸਾਹਿਬ। ਹਾਂਜੀ, ਸੁਖਜੀਵਨ ਬੱਚੂ ਜੀ, ਆਲਵੇਜ਼ ਅਨਦਰ ਮੈਸੇਜ, ਗੁੱਡ ਜੌਬ, ਕੀਪ ਇਟ ਅਪ, ਗੁੱਡ ਵਰਕ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਮੇਹਰ ਸਿੰਘ ਜੀ ਵੀ ਕਹਿੰਦੇ ਨੇ ਕਿ ਵੀਰ ਜੀਓ ਤੇ ਬੀਬੀ ਜੀ ਫਤਿਹ, ਕੀ ਇਹ ਜੋ ਅਕਾਲ ਤਖਤ ਦੀ ਕਾਰਵਾਈ ਨਾਲ ਕੁਝ ਠੀਕ ਰਿਜ਼ਲਟ ਮਿਲੂਗਾ? ਅਸੀਂ ਮੇਰਾ ਖਿਆਲ ਹੈ ਤੁਸੀਂ ਸਾਡੇ ਕੱਲ ਦੇ ਤੇ ਅੱਜ ਦੀ ਓਪਨਿੰਗ ਸੈਗਮੈਂਟ ਸੁਣ ਲੈਣਾ, ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਸਾਡੇ ਕੀ ਵਿਊ ਹੈ। ਜਗਜੀਤ ਕੌਰ ਜੀ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਵਾਈ ਕਾਂਗਰਸੀ ਸਿੱਖ ਲੀਡਰ ਵਾਸ ਨਾਟ ਪਨਿਸ਼ਮੈਂਟ। ਦੇਖੋ, ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਿਰਫ ਤੇ ਸਿਰਫ ਸਿੱਖ ਵੈਸੇ ਜਿਹੜਾ ਸਿੱਖੀ ਸਰੂਪ ਆ। ਔਰ ਜੇ ਤੁਸੀਂ ਦੇਖਿਆ ਹੋਇਆ ਵੀ 3 ਬੰਦੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਉੱਥੇ ਮੌਜੂਦ ਵੀ ਸੀ, ਜਿਨ੍ਹਾਂ ਦੇ ਵਿੱਚ ਮਨਪ੍ਰੀਤ ਬਾਦਲ ਜਿਹਦੇ ਦਾੜੀ ਬੰਨੀ ਹੋਈ ਹੈ, ਮਨਜਿੰਦਰ ਸਿਰਸਾ ਜਿਹਦੇ ਦਾੜੀ ਕਾਲੀ ਕੀਤੀ ਹੋਈ ਹੈ, ਔਰ ਇੱਕ ਹੋਰ ਜਿਹਨੂੰ ਉਹਨਾਂ ਨੇ ਪਹਿਲਾਂ ਹੀ ਪਾਸੇ ਕਰ ਦਿੱਤਾ ਸੀ ਕਿ ਭਾਈ ਤੁਹਾਡਾ ਇੱਥੇ ਰੋਲ ਨਹੀਂ ਹੈ, ਰਾਮੂ ਵਾਲੀਆ, ਉਹਦੇ ਵੀ ਦਾੜੀ ਕਾਲੀ ਕੀਤੀ ਹੋਈ ਹੈ। ਕਿਉਂਕਿ ਅਕਾਲ ਤਖਤ ਸਾਹਿਬ ਤੇ ਨਾ ਕਿਸੇ ਪਤਤ ਦੀ ਅਰਦਾਸ ਹੁੰਦੀ ਹੈ, ਨਾ ਇਹ ਲਾਗੂ ਹੀ ਜਿਹੜਾ ਹੈ ਉਹ ਸਿੱਖਾਂ ਤੇ ਹੁੰਦਾ। ਪਰ ਕਿਉਂਕਿ ਅਕਾਲੀ ਦਲ ਮਹਿਜ਼ ਇੱਕ ਪਾਰਟੀ ਹੈ ਜਿਸ ਦੀ ਬਿਗਨਿੰਗ ਸ਼੍ਰੋਮਣੀ ਕਮੇਟੀ ਦੀ ਬਣਤਰ ਦੇ ਨਾਲ 1920 ਚ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਹੋਈ, ਇਸ ਲਈ ਇਹ ਜਦੋਂ ਹੁਕਮਨਾਮਾ ਆਉਂਦਾ ਹੈ ਉਹ ਤਾਂ ਹਰ ਇੱਕ ਦੇ ਉੱਤੇ ਹੀ ਹੁੰਦਾ ਹੈ। ਜਿਵੇਂ ਨਿਰੰਕਾਰੀਆਂ ਦੇ ਬਾਈਕਾਟ ਦੀ ਲਾਈਨ ਸੀ ਕਿ ਨਕਲੀ ਨਿਰੰਕਾਰੀ ਨੇ, ਲੇਕਿਨ ਉਹ ਆਨਸਰੇਬਲ ਉਹਨਾਂ ਨੂੰ ਨਹੀਂ ਬਣਾਇਆ ਜਾ ਸਕਦਾ ਕਿਸੇ ਸਟੇਜ ਤੇ। ਜਦੋਂ ਕੁਝ ਹੁੰਦਾ ਹੈ ਕੋਈ ਖਾਸ ਸਪੈਸੀਫਿਕ, ਤੇ ਉਹ ਆ ਕੇ ਮਾਫੀ ਮੰਗ ਵੀ ਸਕਦੇ ਨੇ, ਲੇਕਿਨ ਇਹ ਇੱਕ ਰੀਜ਼ਨ ਹੈ ਕਿ ਵੀ ਕਾਂਗਰਸ ਨੂੰ ਜਾਂ ਦੂਜਿਆਂ ਨੂੰ ਹੁਣ ਇਹ ਜੇ ਜ਼ੈਲ ਸਿੰਘ ਪ੍ਰੈਜ਼ੀਡੈਂਟ ਸੀ, ਹਾਲਾਂ ਉਹ ਕਾਂਗਰਸ ਵੱਲੋਂ ਹੀ ਸੀ, ਔਰ ਇਸ ਲਈ ਜਦੋਂ ਜੂਨ 84 ਦੇ ਹਮਲੇ ਲਈ ਉਹਨੂੰ ਵੀ ਜ਼ਿੰਮੇਵਾਰ ਦੱਸਿਆ ਗਿਆ, ਉਹਨੂੰ ਤਲਬ ਕੀਤਾ ਗਿਆ ਸੀ। ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਉਹਨੇ ਕਿਵੇਂ ਇਹ ਜਿਹੜਾ ਵਿਚੋਲਾ ਡਰਾਮੇਬਾਜ਼ ਜਿਹੜਾ ਦਲਾਲ ਤਰਲੋਚਨ ਸਿੰਘ ਇਹਦੇ ਰਾਹੀਂ ਉਹਨੇ ਕਿਵੇਂ ਸੌਦੇਬਾਜ਼ੀ ਜਥੇਦਾਰਾਂ ਨਾਲ ਕੀਤੀ। ਪਰ ਇਸੇ ਤਰ੍ਹਾਂ ਬੂਟਾ ਸਿੰਘ ਜਿਹਨੇ ਜਾਲੀ ਜਿਹੜਾ ਉਹ ਲੇਬਰ ਲਾ ਕੇ ਉਹਨਾਂ ਦੀ ਬਈਆਂ ਦੀ ਔਰ ਉਹਨੂੰ ਨਿਹੰਗਾਂ ਦੀ ਕਹਿ ਕੇ ਅਕਾਲ ਤਖਤ ਮੁੜ ਬਣਵਾਇਆ ਸੀ, ਉਹਨੂੰ ਵੀ ਤਲਬ ਕੀਤਾ ਗਿਆ ਸੀ। ਸੋ ਤਲਬ ਤਾਂ ਹੁੰਦੇ ਨੇ, ਲੇਕਿਨ ਇਹ ਹੈ ਕਿ ਵੀ ਐਜ਼ ਏ ਪਾਰਟੀ ਤਾਂ ਅਕਾਲੀ ਦਲ ਜੋ ਕੁਛ ਉਹਨਾਂ ਨੇ ਕੀਤਾ 10 ਸਾਲ ਦੀ ਹਕੂਮਤ ਵੇਲੇ ਉਹਨਾਂ ਦਾ ਰੋਲ ਹੈ ਜੀ। ਔਰ ਕੁਲਦੀਪ ਕੌਰ ਜੀ ਫਤਿਹ, ਫਿਰ ਹਰਮਨ ਪੰਨੂ ਜੀ, ਰਾਜਨਪ੍ਰੀਤ ਸਿੰਘ ਜੀ, ਜਸਕੀਰਤ ਸਿੰਘ ਜੀ, ਗੁਰਮੁਖ ਸਿੰਘ ਗੁਰਮੁਖ ਜੀ, ਫਿਰ ਇਸੇ ਤਰ੍ਹਾਂ ਕਿਰਪਾਲ ਐਸ ਜੀ ਕਹਿੰਦੇ ਨੇ ਤਖਤੇ ਅਕਾਲ ਦੀ
ਓਟ ਲੈ ਕੇ ਸਰਬੱਤ ਦਾ ਭਲਾ ਮੰਗਣ ਤੇ ਕਰਨ ਵਾਲਾ ਹੀ ਅਸਲ ਵਿੱਚ ਸਰਬੱਤ ਦਾ ਰਾਜਾ ਕਹਾਉਣ ਦਾ ਹੱਕਦਾਰ ਹੁੰਦਾ। ਅਜਿਹੇ ਰਾਜੇ ਨੂੰ ਹੀ ਖਾਲਸਾ ਕਹਿੰਦੇ ਹਨ। ਭਾਈ ਤਖਤ ਕੇ ਲਾਇਕ। ਤਖਤੇ ਕੇ ਲਾਇਕ। ਹਾਂਜੀ। ਫਿਰ ਇਸੇ ਤਰ੍ਹਾਂ ਬਲੈਕੀਆ ਗਿਮੇ ਜੀ ਫਤਿਹ ਬੁਲਾਉਂਦੇ ਨੇ, ਰੇਸ਼ਮ ਸਿੰਘ ਜੀ ਵੀ, ਕੁਲਵਿੰਦਰ ਸਿੰਘ ਭਿੰਡਰ ਜੀ ਵੀ, ਫਿਰ ਸੁਰਜੀਤ ਕੌਰ ਜੀ ਵੀ, ਧਰਮ ਸਿੰਘ ਜੀ ਵੀ, ਨੂਪਾ ਜੀ। ਇਹ ਕਹਿੰਦੇ ਨੇ ਕਿ ਕੀ FBI ਦੇ ਡਾਇਰੈਕਟਰ ਗੁਜਰਾਤੀ ਪਟੇਲ ਦੀ ਅਪਾਇੰਟ ਹੋਣ ਨਾਲ ਸਿੱਖਾਂ ਤੇ ਇਫੈਕਟ ਪਵੇਗਾ? ਇਹਨਾਂ ਦੀ ਕਹਿਣ ਤੇ ਟਰੰਪ ਨੇ ਲਈ ਹੈ, ਪਤਾ ਨਹੀਂ। ਨੂਪਾ ਜੀ ਤੁਸੀਂ ਸ਼ਾਇਦ ਲੇਟ ਆਏ। ਕੱਲ ਦਾ ਇੱਕ ਸਾਡਾ ਸੈਗਮੈਂਟ ਹੀ ਆਕਾਸ਼ ਪਟੇਲ ਦੇ ਉੱਤੇ ਸੀ, ਉਹ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਹਾਂਜੀ। ਅੱਜ ਵਾਲੇ 'ਚ ਵੀ ਅਸੀਂ ਤੁਲਸੀ ਗੈਬਰਟ ਦੇ ਹਵਾਲੇ ਨਾਲ ਵੀ ਓਵਰਆਲ ਗੱਲ ਕੀਤੀ, ਸੋ ਉਹਨੂੰ ਤੁਸੀਂ ਦੇਖ ਲਿਓ, ਉਹਦੇ 'ਚ ਜਵਾਬ ਹੈ ਤੁਹਾਡੇ ਸਵਾਲ ਦਾ। ਬਿਲਕੁਲ। ਗਿਆਨੀ ਅਵਤਾਰ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ ਔਰ ਸਿੰਘ ਗਰਚਾ ਜੀ, ਬਸਰਾ ਜੀ, ਫਿਰ ਇਸੇ ਤਰ੍ਹਾਂ ਗੁਰਮਹਿੰਦਰ ਸਿੰਘ ਜੀ, ਜਤਿੰਦਰ ਸਿੰਘ ਜੀ, ਲਾਡੀ ਸਿੰਘ ਜੀ, ਸਾਹਿਲ ਨੱਟ ਜੀ, ਫਿਰ ਇਸੇ ਤਰ੍ਹਾਂ ਹਰਜੀਤ ਸਿੰਘ ਸੰਧੂ ਜੀ, ਫਿਰ ਇਸ ਤਰ੍ਹਾਂ ਗੁਰਮਹਿੰਦਰ ਸਿੰਘ ਨੇ। ਬਾਬਾ ਜੀ ਇਹ ਸਾਰਾ ਨੈਰੇਟਿਵ ਦੁਬਾਰਾ ਸਿੱਖ ਕੌਮ ਨੂੰ ਇੱਕ ਥਾਂ ਰੱਖਣ ਵਾਸਤੇ ਚਲਾਇਆ ਜਾ ਰਿਹਾ ਹੈ ਕਿ ਸਿੱਖ ਅੱਗੇ ਨਾ ਵੱਧ ਸਕਣ। ਹਾਂ ਉਹ ਸਰਕਲ 'ਚ ਤੁਹਾਨੂੰ ਘੁਮਾ ਰਹੇ ਨੇ ਉਹ ਸਾਰੇ। ਨਿਹੰਗ ਸਿੰਘ ਜੀ ਔਰ ਇਹ ਕਹਿੰਦੇ ਨੇ ਕਿ ਗ੍ਰੇਟ ਸ਼ੋ, ਆਲਵੇਜ਼ ਗ੍ਰੇਟ ਸ਼ੋ। ਬਹੁਤ ਸ਼ੁਕਰੀਆ ਭਾਈ ਸਾਹਿਬ। ਸੁਰਮਖ ਮੰਦਰਾ ਜੀ, ਫਿਰ ਮਨਜੀਤ ਸਿੰਘ ਮਠਾਰੂ ਜੀ, ਔਰ ਇਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਮਨ ਬਚਨ ਕਰਮ ਵਿੱਚ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਸਰਬ ਸੁਖ ਹੋਵੇ। ਵਾਹ। ਗੁਰਵਿੰਦਰ ਕੌਰ ਜੀ, ਫਿਰ ਅਕਾਲੀ ਪੱਤਰਕਾਰ ਜੀ, ਇਹ ਸਭ ਸਾਨੂੰ ਫਤਿਹ। ਜਸਬੀਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਤੋਂ ਦੇਖਦੇ ਰਹੋ TV4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।